ਆਵਾਜ਼ੇ ਕੁੰਮ ਦੇ ਦਰਸ਼ਕੋ ਪ੍ਰੋਗਰਾਮ ਪ੍ਰਾਈਮ ਟਾਈਮ ਦੇ ਵਿੱਚ ਜੀ ਆਇਆਂ ਆਖਦੇ ਹਾਂ। ਤੇ ਅੱਜ ਬਹੁਤ ਅਹਿਮ ਗੱਲਬਾਤ ਆਪਾਂ ਕਰਨ ਜਾ ਰਹੇ ਹਾਂ। ਆਪਾਂ ਸਾਰੇ ਜਾਣਦੇ ਹਾਂ ਦੀਨ ਦੁਨੀਆ ਦੇ ਬਾਲੀ ਜੁਗੋ ਜੁਗੋ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੁਨੀਆ ਦਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਦੁਨੀਆ ਦਾ ਗੁਰੂ ਹੈ, ਸਾਰੇ ਸੰਸਾਰ ਦਾ ਗੁਰੂ ਆ। ਤੇ ਉਹਦੇ ਸੰਬੰਧ ਦੇ ਵਿੱਚ ਜਦੋਂ ਕਿਹੜੀ ਗੱਲ ਆਉਂਦੀ ਆ ਬੇਅਦਬੀਆਂ ਦੀ ਆਉਂਦੀ ਆ ਜਾਂ ਉਹਦੇ ਸਤਿਕਾਰ ਦੀ ਗੱਲ ਆਉਂਦੀ ਆ ਤੇ ਉੱਥੇ ਕਈ ਗੱਲਾਂ ਜਾਂ ਸਾਡੇ ਵਿੱਚ ਵੀ ਉਣਤਾਈਆਂ ਜਾਂ ਅਸੀਂ ਉਹ ਪੂਰੀ ਸੇਵਾ ਸਤਿਕਾਰ ਨਹੀਂ ਕਰ ਸਕਦੇ। ਸੋ ਇਹਦੇ ਲਈ ਪੰਜਾਬ ਦੇ ਵਿੱਚ ਵੀ ਤੇ ਵਿਦੇਸ਼ਾਂ ਦੇ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਸਤਿਕਾਰ ਕਮੇਟੀਆਂ ਜਿਹੜੀਆਂ ਬਣੀਆਂ ਜਿਹੜੀਆਂ ਦੱਸਦੀਆਂ ਨੇ ਕਿ ਕਿਵੇਂ ਸਤਿਕਾਰ ਕਰਨਾ ਆ, ਕਿਵੇਂ ਕਰਨਾ ਚਾਹੀਦਾ ਆ। ਤੇ ਪਿਛਲੇ ਕਾਫੀ ਭਾਵੇਂ 2015 ਦੀ ਗੱਲ ਲੈ ਲਈਏ, ਬਰਗਾੜੀ ਦਾ ਮੋਰਚਾ ਲੈ ਲਈਏ ਜਾਂ ਹੋਰ 1978 ਤੋਂ ਲੈ ਲਈਏ, ਜਦੋਂ ਵੀ ਦੇਖਿਆ ਕਿ ਗੱਲਬਾਤ ਜਿਹੜੀ ਆਰੰਭ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਹੁੰਦੀ ਆ ਤੇ ਉਹ ਬਾਅਦ ਦੇ ਵਿੱਚ ਕਈ ਵਾਰੀ ਬਹੁਤ ਵੱਡਾ ਰੂਪ ਧਾਰ ਜਾਂਦੀ ਹੈ ਸੰਘਰਸ਼ ਦਾ। ਸੋ ਇੱਦਾਂ ਹੀ ਹੁਣ ਜਿਹੜੇ ਪਿਛਲੇ ਦਿਨੀ ਜਿੱਥੇ 2015 ਦੇ ਵਿੱਚ ਹੀ ਸ਼ਾਇਦ ਉਦੋਂ ਪਹਿਲਾਂ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਕੀਤੀ ਜਾਂਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਉੱਥੇ ਵੀ ਇੱਕ ਘਟਨਾ ਵਾਪਰੀ। ਅੱਗ ਲੱਗ ਗਈ ਸੀਗੀ ਜਿਹੜੀ ਹੈ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਵੀ ਹੋ ਗਏ ਸਨ। ਪਰ ਪਿੱਛੇ ਜਿਹੇ ਖਬਰ ਨਿਕਲੀ ਕਿ 267 ਸਰੂਪ ਜਿਹੜੇ ਉਹ ਮਤਲਬ ਘੱਟ ਹਨ ਤੇ ਉਹਨੂੰ ਲੈ ਕੇ ਵੀ ਕਾਫੀ ਚਰਚਾ ਰਿਹਾ। ਪਿਛਲੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੇ ਜਾਂਚ ਕਮੇਟੀ ਬਣਾਈ, ਉਹ ਜਾਂਚ ਕਮੇਟੀ ਦੀ ਰਿਪੋਰਟ ਵੀ ਆ ਗਈ ਆ। ਉਦੋਂ ਬਾਅਦ ਜਿਹੜਾ ਐਕਸ਼ਨ ਹੋਣਾ ਸੀ ਉਹ ਜਿਸ ਤਰ੍ਹਾਂ ਉਹਨਾਂ ਨੇ ਕੀਤਾ ਉਹ ਵੀ ਆ। ਤੇ ਵਿਦੇਸ਼ਾਂ ਦੇ ਵਿੱਚ ਵੀ ਇਹਨੂੰ ਲੈ ਕੇ ਕਈ ਵਾਰੀ ਜਿਹੜੇ ਆ ਬਹੁਤ ਜਿਹੜੇ ਲੋਕ ਮਹਾਰਾਜ ਦਾ ਸਰੂਪ ਟਰੰਕ 'ਚ ਪਾ ਕੇ ਟੈਚੀ 'ਚ ਪਾ ਕੇ ਜਾਂ ਜਿੱਦਾਂ ਵੀ ਉਹਨਾਂ ਦਾ ਕੋਈ ਆਪਣੇ ਹਿਸਾਬ ਨਾਲ ਲੈ ਆਉਂਦੇ ਆ, ਲੇਕਿਨ ਉਹ ਸਤਿਕਾਰ ਜਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਣਾ ਚਾਹੀਦਾ ਉਹ ਉੱਥੇ ਉਣਤਾਈਆਂ ਰਹਿ ਜਾਂਦੀਆਂ, ਨਹੀਂ ਪੂਰਾ ਕਰਦੇ। ਫਿਰ ਬਾਅਦ ਦੇ ਵਿੱਚ ਉਹ ਕਈ ਵਾਰੀ ਮਸਲਾ ਬਣ ਜਾਂਦਾ। ਇਸੇ ਹੀ ਤਰ੍ਹਾਂ ਕੈਨੇਡਾ ਦੇ ਵਿੱਚ ਰਿਪਦਮਨ ਸਿੰਘ ਆ, ਉਹਨਾਂ ਨੇ ਮਤਲਬ ਸਕੂਲ ਵੀ ਚਲਾਉਂਦੇ ਆ ਉੱਥੇ, ਉਹਨਾਂ ਦਾ ਵੀ ਮਸਲਾ ਆਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਹਨਾਂ ਨੇ ਉੱਥੇ ਛਾਪੇ ਆ। ਕਿਉਂ ਛਾਪੇ ਆ ਆਪਾਂ ਇਹ ਸਾਰੀ ਗੱਲਬਾਤ ਕਰਾਂਗੇ। ਸਾਡੇ ਨਾਲ ਅੱਜ ਇੰਗਲੈਂਡ ਯੂਕੇ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਯੂਕੇ ਜਿਹੜੀ ਆ ਉਹਦੇ ਮੁੱਖ ਸੇਵਾਦਾਰ ਭਾਈ ਮਨਵੀਰ ਸਿੰਘ ਜੀ ਹਾਜ਼ਰ ਹਨ ਨਾਲ ਸਾਡੇ ਸਟੂਡੀਓ ਦੇ ਵਿੱਚ। ਸਭ ਤੋਂ ਪਹਿਲਾਂ ਫਤਿਹ ਬੁਲਾਉਂਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਧੰਨਵਾਦ। ਭਾਈ ਮਨਵੀਰ ਸਿੰਘ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਲੈ ਕੇ ਜਿੱਦਾਂ ਅੱਜ ਜਿਹੜਾ ਖਾਸ ਪ੍ਰੋਗਰਾਮ ਰੱਖਿਆ ਗਿਆ, ਕਿਉਂਕਿ ਪਿਛਲੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜੀ ਇੱਕ ਮੀਟਿੰਗ ਵੀ ਹੋਈ ਆ ਜਿਹਦੇ ਵਿੱਚ ਜਿੱਥੇ ਹੋਰ ਮਸਲੇ ਲਏ ਆ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਲੈ ਕੇ, ਜਿਵੇਂ ਕੈਨੇਡਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪੇ ਜਾਂਦੇ ਆ ਉਹਨਾਂ ਤੇ ਪਾਬੰਦੀ ਲਾਈ ਆ ਤੇ ਉਹਨਾਂ ਨੂੰ ਮਹੀਨੇ ਦੇ ਵਿੱਚ ਕਿਹਾ ਕਿ ਤੁਸੀਂ ਆਪਣਾ ਸਪਸ਼ਟੀਕਰਨ ਦਿਓ। ਤੇ ਇਹ ਜਿਹੜਾ 267 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਜਾਂਚ ਕੀਤੀ ਸੀਗੀ ਉਹਦਾ ਵੀ ਮਸਲਾ ਜਿਹੜਾ ਸਾਹਮਣੇ ਆਇਆ। ਤੁਸੀਂ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੇ ਬਹੁਤ ਸ਼ਖਸੀਅਤਾਂ ਨੂੰ ਇਹ ਬਹੁਤ ਚਿਰਾਂ ਤੋਂ ਮੁੱਦਾ ਜਿਹੜਾ ਉਠਾਇਆ ਹੋਇਆ ਕਿ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਹੋਰ ਛਾਪਣ ਦੀ ਲੋੜ ਨਹੀਂਗੀ, ਪਰ ਕੰਨਾਂ ਤੇ ਮਤਲਬ ਕੰਨ ਕੀ ਕਹਿੰਦੇ ਹੁੰਦੇ ਆ, ਕੰਨਾਂ ਇੱਧਰੋਂ ਦੀ ਗੱਲ ਪਾਉਂਦੇ ਆ ਦੂਏ ਪਾਸੇ ਦੀ ਕੱਢ ਦਿੰਦੇ ਆ, ਉਹ ਤੇ ਅਸਰ ਨਹੀਂ ਹੁੰਦਾ। ਤੇ ਤੁਸੀਂ ਹਾਲੇ ਵੀ ਇਹ ਜਦੋਜਹਿਦ ਦੇ ਵਿੱਚ ਲੱਗੇ ਹੋਏ ਆ, ਕਿੰਨੇ ਕੁ ਕਾਮਯਾਬ ਹੋਏ ਆ? ਹਾਂਜੀ ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਆਪ ਜੀ ਦਾ ਤੇ ਸਭ ਤੋਂ ਵੱਧ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਕਰਕੇ ਆਪਾਂ ਮਹਾਰਾਜ ਸਾਹਿਬ ਜੀ ਦੀ ਅੱਜ ਗੱਲ ਕਰਨ ਆਏ ਹਾਂ। ਹਾਂਜੀ, ਇਹ ਜ਼ਰੂਰੀ ਬਹੁਤ ਪਹਿਲਾਂ ਇਹ ਗੱਲ ਹੋਣੀ ਚਾਹੀਦੀ ਹੈ, ਪਰ ਕਿਤੇ ਨਾ ਕਿਤੇ ਜਦੋਂ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਂ ਬਾਕੀ ਤਖਤਾਂ ਤੇ ਆਪਾਂ ਕੋਈ ਗੱਲ ਉਠਾਉਂਦੇ ਹਾਂ ਤਾਂ ਉਹਨਾਂ ਕੋਲ ਹੋਰ ਮਸਲੇ ਉਸ ਨੂੰ ਸ਼ਾਇਦ ਪ੍ਰਾਇਓਰਟੀ ਪਹਿਲਾਂ ਦੇ ਦਿੰਦੇ ਆ ਤੇ ਗੁਰੂ ਸਾਹਿਬ ਜੀ ਦੀ ਮਹਾਰਾਜ ਸਾਹਿਬ ਜੀ ਦੇ ਸਤਿਕਾਰ ਦਾ ਕਿਤੇ ਨਾ ਕਿਤੇ ਪਿੱਛੇ ਰਹਿ ਜਾਂਦਾ। ਉਹ ਚਾਹੇ ਕਿਸੇ ਗੁਰਦੁਆਰਾ ਸਾਹਿਬਾਂ 'ਚ ਹੋਣ, ਚਾਹੇ ਜਿਹੜੀਆਂ ਇੱਥੇ ਬਣੀਆਂ ਕੌਂਸਲਾਂ ਹੋਣ, ਉੱਥੇ ਵੀ ਗੁਰੂ ਸਾਹਿਬ ਜੀ ਦੀ ਗੱਲ ਜਿਹੜੀ ਆ ਉਹ ਐਨੀ ਅਦਰ ਬਿਜ਼ਨਸ ਵਿੱਚ ਹੀ ਰਹਿ ਜਾਂਦੀ ਆ ਜਦੋਂ ਵੀ ਆਪਾਂ ਮੀਟਿੰਗਾਂ ਵਿੱਚ ਬਹਿੰਦੇ ਹਾਂ। ਪਰ ਜਿਵੇਂ ਆਪ ਜੀ ਨੇ ਦੱਸਿਆ ਹੈ ਕਿ ਅਸੀਂ ਵੀ ਆਪਣੇ ਪੇਜ ਤੇ ਇਸੇ ਗੱਲ ਤੇ ਮੁੱਖ ਤੌਰ ਤੇ ਪਾਇਆ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜਿਹੜੇ ਬੇਅਦਬੀ ਹੋ ਰਹੀ ਆ ਉਹਦਾ ਹੱਲ ਕੀ ਹੋ ਸਕਦਾ ਤੇ ਗੁਰੂ ਸਾਹਿਬ ਜੀ ਦਾ ਸਤਿਕਾਰ ਆਪਾਂ ਕਿੱਦਾਂ ਵੱਧ ਤੋਂ ਵੱਧ ਅੱਗੇ ਤੋਂ ਵਧਾ ਸਕਦੇ ਹਾਂ। ਠੀਕ ਹੈ ਭਾਈ ਸਾਹਿਬ ਜੀ, ਆਪਾਂ ਜਿਹੜੇ ਤੁਸੀਂ ਦੱਸਿਆ ਸੀਗਾ ਕਿ ਉਹਦਾ ਇੱਕ ਹੀ ਕਾਰਨ ਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੋ ਪਾਵਨ ਸਰੂਪਾਂ ਦੀ ਛਪਵਾਈ ਆ ਉਹਨੂੰ ਤੁਰੰਤ ਬੰਦ ਕੀਤਾ ਜਾਵੇ ਤੇ ਜਿਹੜੇ
ਅਗਨ ਭੇਟ ਕੁੰਡ ਬਣਿਓ ਆ ਥਾਂ ਥਾਂ ਤੇ, ਜਿਵੇਂ ਗੋਇੰਦਵਾਲ ਸਾਹਿਬ, ਖਰੜ ਦੇ ਵਿੱਚ, ਲੁਧਿਆਣੇ ਦੇ ਵਿੱਚ, ਦਿੱਲੀ ਤੋਂ ਉਹ ਸਰੂਪ ਸਤਿਗੁਰਾਂ ਦੇ ਦੇਹਰਾਦੂਨ ਲੈ ਕੇ ਜਾਂਦੇ। ਇਹਦਾ ਆਪਾਂ ਨਾਲੋਂ ਨਾਲ ਖੁਲਾਸਾ ਗਾਂ ਕਰਾਂਗੇ। ਮੈਂ ਸਿਰਫ ਇਸ ਪ੍ਰੋਗਰਾਮ ਦੀ ਭੂਮਿਕਾ ਬੰਨਣ ਦਾ ਮਾਰਾ ਦੱਸਣ ਡਿਆ ਕਿ ਇਹ ਚੀਜ਼ ਨੂੰ ਆਪਾਂ ਮੁੜ ਕੇ ਇਸ ਪ੍ਰੋਗਰਾਮ ਵਿੱਚ ਦੱਸਾਂਗੇ ਕਿ ਕਿਉਂ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਵਾਈ ਤੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅਗਨ ਭੇਟ ਕਰਨਾ ਇਹ ਸਭ ਤੋਂ ਵੱਡਾ ਪਾਪ ਆ ਜਿਹੜਾ ਕਰ ਰਿਹਾ, ਕੋਈ ਹੋਰ ਨਹੀਂ ਕਰ ਰਿਹਾ। ਤੇ ਇਹਦੇ ਤੇ ਰੋਕ ਲੱਗਣ ਵਾਸਤੇ ਜੇ ਆਪ ਜੀ ਨੂੰ ਯਾਦ ਹੋਵੇਗਾ ਕਿ 9 ਫਰਵਰੀ 2019 ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਹਰਿਰਾਏ ਸਾਹਿਬ ਬਰਮਿੰਘਮ ਦੇ ਵਿੱਚ ਇੱਕ ਪੰਥਕ ਜਥੇਬੰਦੀਆਂ ਦੀ ਤੇ ਗੁਰਦੁਆਰਾ ਸਾਹਿਬਾਂ ਦੇ ਕਮੇਟੀਆਂ ਦੀ ਇੱਕ ਮੀਟਿੰਗ ਹੋਈ ਸੀ। ਸੰਗਤ ਨੇ ਬਹੁਤ ਉੱਥੇ ਆ ਕੇ ਮੀਟਿੰਗ ਦੇ ਵਿੱਚ ਹਾਜ਼ਰੀ ਵੀ ਭਰੀ ਸੀ ਤੇ ਉੱਥੇ ਜਿਹੜੇ 4 ਮਤੇ ਪਾਸ ਕੀਤੇ ਗਏ ਸੀਗੇ ਉਹ ਵੀ ਇਹੀ ਸੀਗੇ, ਗੁਰੂ ਸਾਹਿਬ ਜੀ ਦੀ ਪਾਵਨ ਜਿਹੜੇ ਸਰੂਪਾਂ ਦੀ ਪ੍ਰਿੰਟਿੰਗ ਆ ਜੋ ਛਪਵਾਈ ਆ ਉਹ ਤੇ ਰੋਕ ਲੱਗੇ ਤੇ ਜਿਹੜੇ ਗੁਟਕਾ ਸਾਹਿਬ, ਪੋਥੀ ਸਾਹਿਬਾਂ, ਉਹਨਾਂ ਦੀ ਛਪਵਾਈ ਸਿਰਫ ਤੇ ਸਿਰਫ ਸ਼੍ਰੋਮਣੀ ਕਮੇਟੀ ਕਰੇ, ਹੋਰ ਕਿਸੇ ਕੋਲ ਅਧਿਕਾਰ ਨਹੀਂ ਹੋਣੇ ਚਾਹੀਦੇ। ਪਾਵਨ ਸਤਿਗੁਰਾਂ ਦੇ ਸਰੂਪ ਜੇ ਇੰਡੀਆ ਤੋਂ ਬਾਹਰ ਕਿਸੇ ਦੇਸ਼ ਵਿੱਚ ਜਾਣੇ ਹੋਣ ਤਾਂ ਢੁਕਵਾਂ ਪ੍ਰਬੰਧ ਸੰਪਰਦਾਵਾਂ ਅਤੇ ਸ਼੍ਰੋਮਣੀ ਕਮੇਟੀ ਰਲ ਕੇ ਮਹਾਰਾਜ ਸਾਹਿਬ ਦੇ ਸਤਿਕਾਰ ਨੂੰ ਮੁੱਖ ਰੱਖ ਕੇ ਕਿਵੇਂ ਉਹਨੂੰ ਵੱਧ ਤੋਂ ਵੱਧ ਸਤਿਕਾਰ ਕੀਤਾ ਜਾਵੇ, ਗੁਰੂ ਸਾਹਿਬ ਜੀ ਦੇ ਜਾਣ ਵਾਸਤੇ ਜਹਾਜ਼ ਨੂੰ ਹਾਇਰ ਕਰਕੇ ਲਿਜਾਇਆ ਜਾਵੇ। ਚੌਥੀ ਕਿ ਜਿਹੜੇ ਲੋਕ, ਜਿੱਦਾਂ ਆਪ ਜੀ ਨੇ ਪਹਿਲਾਂ ਦੱਸਿਆ ਕਿ ਟੈਚੀਆਂ ਵਿੱਚ, ਸੂਟਕੇਸਾਂ ਵਿੱਚ ਪਾ ਕੇ ਮਹਾਰਾਜ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਵਿਦੇਸ਼ਾਂ ਵਿੱਚ ਲੈ ਕੇ ਜਾਂਦੇ ਆ ਤੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ। ਉਹ ਭਾਈ ਸਾਹਿਬ ਜੀ ਉਹ ਲੜੀ ਲਗਾਤਾਰ ਚੱਲਦੀ ਆ ਰਹੀ ਤੇ ਹੁਣ ਅਸੀਂ ਪਿਛਲੀ 11 ਤਰੀਕ ਨੂੰ ਫੇਰ ਸਿੰਘ ਸਾਹਿਬ ਉਹਨਾਂ ਨੂੰ ਸਾਨੂੰ ਪਤਾ ਲੱਗਾ ਸੀ, ਉਹਨਾਂ ਦੀ ਮੀਟਿੰਗ ਆ, ਅਸੀਂ ਉਹ ਚਿੱਠੀਆਂ ਭੇਜੀਆਂ। ਇੱਥੋਂ ਜਿਹੜੀ ਸਿੱਖ ਕੌਂਸਲ ਆ ਉਹਨਾਂ ਨੇ ਵੀ ਬੋਰਡ ਆਫ ਜਥੇਦਾਰਾਂ ਵੱਲੋਂ ਚਿੱਠੀ ਭੇਜੀ ਗਈ ਆ ਕਿ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਅਗਵਾਈ ਬਹੁਤ ਹੋ ਚੁੱਕੀ ਆ ਲੱਖਾਂ ਦੇ ਹਿਸਾਬ ਨਾਲ। ਉਹ ਤੁਹਾਨੂੰ ਥੋੜੇ ਜਿਹੇ ਅੰਕੜੇ ਵੀ ਜ਼ਰੂਰ ਦੱਸਾਂਗੇ ਕਰਕੇ ਮੈਂ ਇੱਥੇ ਵੀ ਬੇਨਤੀ ਕਰ ਦਵਾਂ ਕਿ ਆਵਾਜ਼ੇ ਕੌਮ ਦੇਖ ਰਹੇ ਸਾਰੇ ਜਿੰਨੇ ਵੀ ਦਰਸ਼ਕ ਆ ਉਹ ਜ਼ਰੂਰ ਧਿਆਨ ਨਾਲ ਸੁਣਨ। ਜਿੰਨੀ ਕਿ ਸਾਡੇ ਕੋਲ ਜਾਣਕਾਰੀ ਆ ਸਾਡੇ ਲਈ ਉਹ ਬਹੁਤ ਆ ਕਿ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਛਪਵਾਉਣ ਜਾਂ ਅਗਨ ਭੇਟ ਕਰਨ ਤੇ ਤੁਰੰਤ ਰੋਕ ਕਿਉਂ ਲਾਉਣੀ ਚਾਹੀਦੀ, ਉਹ ਅਸੀਂ ਅੰਕੜੇ ਤੁਹਾਨੂੰ ਦੱਸਾਂਗੇ ਅੱਜ। ਠੀਕ ਆ ਭਾਈ ਸਾਹਿਬ ਜੀ। ਹਾਂਜੀ ਹਾਂ ਕਰੋ ਗੱਲ। ਹਾਂਜੀ ਅੱਛਾ, ਬੇਨਤੀ ਹੈ ਜੀ, ਮੈਂ ਇੱਥੋਂ ਸ਼ੁਰੂ ਕਰਦਾ ਕਿ ਜਿਹੜੀ ਛਪਵਾਈ ਤੇ ਮਹਾਰਾਜ ਸਾਹਿਬ ਜੀ ਦੇ ਸਰੂਪਾਂ ਨੂੰ ਅਗਨ ਭੇਟ ਕਰਨਾ ਇਹ ਹੱਲ ਨਹੀਂ। ਜੋ ਮਰਜ਼ੀ ਕਰ ਲੈਣ, ਜੋ ਮਰਜ਼ੀ ਕੋਈ ਦਾਅਵੇ ਕਰਨ, ਚਾਹੇ ਉਹ ਸ਼੍ਰੋਮਣੀ ਕਮੇਟੀ ਹੋਵੇ, ਦਿੱਲੀ ਕਮੇਟੀ ਹੋਵੇ ਜਾਂ ਤਖ਼ਤ ਸਾਹਿਬਾਨ ਹੋਣ, ਉਹ ਕਿੰਨਾ ਵੀ ਕਹਿੰਦੇ ਸਾਡੇ ਕੋਲ ਬਹੁਤ ਜ਼ਿਆਦਾ ਮੰਗ ਆ ਰਹੀ ਆ। ਉਹਦਾ ਮੈਂ ਤੁਹਾਨੂੰ ਦੱਸ ਰਿਹਾ ਕਿ ਯੂਕੇ ਦੇ ਵਿੱਚ ਆਪਾਂ ਪਹਿਲਾਂ ਵੀ ਤੁਹਾਡੇ ਟੀਵੀ ਚੈਨਲ ਤੇ ਵੀ ਆਪਾਂ ਦੱਸ ਚੁੱਕੇ ਸੀਗੇ ਕਿ ਯੂਕੇ ਦੇ ਵਿੱਚ 3 ਸਾਲ ਸਿੰਘਾਂ ਨੇ ਲਾ ਕਰਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਹੜਾ ਡਾਟਾ ਕਲੈਕਟ ਕੀਤਾ ਸੀ ਉਹਦੇ ਵਿੱਚ ਯੂਕੇ ਦੇ ਵਿੱਚ 3 ਦੇਸ਼ਾਂ ਦੇ ਵਿੱਚ, ਯੂਨਾਈਟਿਡ ਕਿੰਗਡਮ ਦੇ ਵਿੱਚ 228 ਗੁਰਦੁਆਰਾ ਸਾਹਿਬ ਆ ਤੇ 3000 ਤੋਂ ਵੱਧ ਸਰੂਪ ਹੈ ਜਿਹੜੇ ਗੁਰਦੁਆਰਾ ਸਾਹਿਬਾਂ ਦੇ ਵਿੱਚ। ਠੀਕ ਹੈ। ਉਹਨਾਂ ਸਰੂਪਾਂ ਦੇ ਉਨੀ ਸੇਵਾ ਨਹੀਂ ਹੋ ਰਹੀ ਜਿੰਨੀ ਹੋਣੀ ਚਾਹੀਦੀ ਆ ਕਰਕੇ 3000 ਸਰੂਪ ਇੰਨੇ ਗੁਰੂ ਘਰਾਂ 'ਚ ਪ੍ਰਕਾਸ਼ ਨਹੀਂ ਹੁੰਦੇ। ਕਈ ਗੁਰਦੁਆਰਾ ਸਾਹਿਬਾਂ 'ਚ ਸਿਰਫ ਲੜੀਆਂ ਚਲਾਉਣ ਵਾਸਤੇ 50 ਸਰੂਪ ਵੀ ਮਹਾਰਾਜ ਸਾਹਿਬ ਜੀ ਦੇ ਪਏ ਆ ਤੇ ਇਹ ਬੇਅਦਬੀ ਦਾ ਹੀ ਕਾਰਨ ਇਹ ਬਣਦਾ ਆ ਕਿਉਂਕਿ ਜਦੋਂ ਤੁਸੀਂ ਤੁਹਾਡੇ ਕੋਲ ਕੋਈ ਚੀਜ਼, ਕੋਈ ਗੁਰੂ ਸਾਹਿਬ ਜੀ ਤਾਂ ਹੈ ਹੀ ਸਮਰੱਥ ਪਾਤਸ਼ਾਹ, ਕਿਸੇ ਚੀਜ਼ ਦੀ ਬਹੁਤਾਤ ਹੋ ਜਾਵੇ ਤੇ ਉਹ ਬੇਲੋੜੀ ਹੋ ਜਾਂਦੀ ਆ ਤੇ ਉਹ ਕਦਰ ਕਰ ਜਾਂਦੀ ਆ, ਉਹਦੀ ਉਹ ਵੈਲਿਊ ਨਹੀਂ ਰਹਿੰਦੀ। ਸੋ ਜਿੱਦਾਂ ਆਪਾਂ ਯੂਕੇ ਦਾ ਦੱਸਿਆ ਇਦਾਂ ਹੀ ਨਾ ਜੀ ਪਿਛਲੇ 2 ਸਾਲ ਲਾ ਕੇ ਗੁਰੂ ਕੇ ਸਿੱਖਾਂ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਭਾਈ ਸਾਹਿਬ ਜੀ ਇੱਕ ਡਾਟਾ ਕਲੈਕਟ ਕੀਤਾ, ਜਿੱਦਾਂ ਆਪਾਂ ਇੱਥੇ ਯੂਕੇ ਵਿੱਚ ਕੀਤਾ ਇਦਾਂ ਹੀ ਸਿੰਘਾਂ ਨੇ ਯੂਕੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕੀਤਾ। ਤੇ ਮੈਂ ਤੁਹਾਨੂੰ ਓਦਾਂ ਪੂਰਾ ਤਾਂ ਨਹੀਂ ਦਿਸੂਗਾ ਪਰ ਮੈਂ ਬੋਲ ਕੇ ਦੱਸ ਦੇਣਾ ਕਿ ਮੋਟਾ ਜਿਹੜਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 1401 ਪਿੰਡ ਆ, ਉੱਥੇ 2140 ਗੁਰਦੁਆਰਾ ਸਾਹਿਬ ਆ। ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਤਿਹਾਸਕ ਗੁਰਦੁਆਰੇ ਨਹੀਂ ਆਉਂਦੇ। ਇਹਦੇ ਵਿੱਚ ਸਿਰਫ ਪਿੰਡਾਂ ਵਿੱਚ ਜਿਹੜੇ ਜਾਂ ਸ਼ਹਿਰ ਵਿੱਚ ਗੁਰਦੁਆਰਾ ਸਾਹਿਬ ਆ ਉਹ ਲੋਕਲ ਗੁਰਦੁਆਰਾ ਸਾਹਿਬ ਆ, ਉਹ ਆ 2140 ਗੁਰਦੁਆਰਾ ਸਾਹਿਬ। ਅੱਛਾ ਜੀ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਆ ਉਹ ਜਿਹੜੇ 7137 ਸਰੂਪ ਆ ਮਹਾਰਾਜ ਸਾਹਿਬ ਜੀ ਦੇ। ਤੁਸੀਂ ਕਿੰਨੇ ਜਿਹੜਾ ਜਿੱਦਾਂ ਇਸ ਗੱਲ ਤੇ ਸ਼ੌਕ ਲੱਗਦਾ ਕਿ ਇਕੱਲੇ ਇੱਕ ਜ਼ਿਲ੍ਹੇ ਵਿੱਚ ਮੇਰਾ ਖਿਆਲ 17 ਜ਼ਿਲ੍ਹੇ ਆ ਪੰਜਾਬ ਦੇ ਵਿੱਚ ਤੇ ਇੱਕ ਜ਼ਿਲ੍ਹੇ ਦੇ ਵਿੱਚ 7137 ਸਰੂਪ ਤੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਗੁਰਦੁਆਰਾ ਸਾਹਿਬ ਵੀ ਪਾਏ ਜਾਣ ਤਾਂ ਤਕਰੀਬਨ 8000 ਸਰੂਪ ਹੋ ਜਾਣੇ ਤੇ ਲੜੀਵਾਰ ਸਰੂਪ ਜਿੱਦਾਂ ਸਿੰਘਾਂ ਨੇ ਕਿੰਨੀ ਬਰੀਕੀ ਨਾਲ ਉੱਥੇ ਸੇਵਾ ਕੀਤੀ ਜਾ ਕੇ ਉਹਨਾਂ ਨੇ ਕੱਲੀ ਚੀਜ਼ ਲਿਖੀ ਹੈ ਕਿ ਲੜੀਵਾਰ ਪਾਵਨ ਸਰੂਪ ਇਹਨਾਂ ਦੇ ਵਿੱਚ ਹੀ 399 ਆ। ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ 9 ਸਰੂਪ ਆ।
ਜਿਹੜੇ 2140 ਗੁਰਦੁਆਰਾ ਸਾਹਿਬਾਂ ਵਿੱਚੋਂ 800 ਗੁਰਦੁਆਰਾ ਸਾਹਿਬ ਇਦਾਂ ਆ ਜਿੱਥੇ ਗ੍ਰੰਥੀ ਹੈ ਨਹੀਂਗੇ। ਜਿਹੜੇ ਗੁਰਦੁਆਰੇ ਜਿਹਦਾ ਨਾਲ ਖੋਲੇ ਆ ਇੱਕ ਦੂਜੇ ਨਾਲ ਕਿੜਬਾਜੀ ਨਾਲ, ਉਹ 2140 ਵਿੱਚੋਂ 800 ਗੁਰਦੁਆਰਾ ਸਾਹਿਬ ਚ ਗ੍ਰੰਥੀ ਸਿੰਘ ਹੈ ਨਹੀਂਗੇ। ਤੇ ਕੋਈ ਉਦਾਂ ਸਿਕਿਉਰਿਟੀ ਵਗੈਰਾ ਹੈ ਨਹੀਂ। 383 ਗੁਰਦੁਆਰਾ ਸਾਹਿਬ ਉਹ ਜਿੱਥੇ ਕੈਮਰੇ ਹੈ ਨਹੀਂ। ਤੇ ਇਹਦੇ 2140 ਵਿੱਚੋਂ 1800 ਇਦਾਂ ਦੇ ਗੁਰਦੁਆਰਾ ਸਾਹਿਬ ਹੈ ਜਿੱਥੇ ਨਿਤਨੇਮ ਨਹੀਂ ਹੋ ਰਿਹਾ, ਜਿੱਥੇ ਪ੍ਰਕਾਸ਼ ਸੁੱਖ ਆਸਣ ਦੀ ਕੋਈ ਉੱਥੇ ਵਿਵਸਥਾ ਨਹੀਂ ਹੈਗੀ। ਤੇ 2140 ਗੁਰਦੁਆਰਿਆਂ ਵਿੱਚੋਂ 1322 ਗੁਰਦੁਆਰੇ ਜਿੱਥੇ ਅੰਮ੍ਰਿਤਧਾਰੀ ਕਮੇਟੀਆਂ ਨਹੀਂ ਹੈਗੀਆਂ। ਇਹ ਬਹੁਤ ਮਾੜੀ ਗੱਲ ਆ। ਇਹ ਬਹੁਤ ਲਾ ਲਓ ਕਿ ਅਸੀਂ ਕਹਿੰਦੇ ਹਾਂ ਕਿ ਅਸੀਂ ਇਸ ਪਾਸੇ, ਉਹ ਵੀ ਨਾਲੇ ਗੁਰੂਆਂ ਦੀ ਧਰਤੀ ਤੇ ਪੰਜਾਬ ਦੇ ਵਿੱਚ, ਨਾਲੇ ਗੁਰਦਾਸਪੁਰ ਜ਼ਿਲ੍ਹਾ ਤਾਂ ਸਿੱਖਾਂ ਦਾ ਸੰਘਰਸ਼ੀ ਯੋਧਿਆਂ ਦਾ ਉਹ ਜ਼ਿਲ੍ਹਾ ਆ। ਉਧਰਲਾ ਉਹ ਆ ਜਿਨ੍ਹਾਂ ਨੇ ਸੰਘਰਸ਼ ਲੜਿਆ ਬਹੁਤ ਜ਼ਿਆਦਾ। ਤੇ ਉੱਥੇ ਇਹ ਹਾਲਾਤ ਆ। ਤੇ ਭਾਈ ਸਾਹਿਬ ਜੀ ਜਿਹੜੇ ਗੁਰੂ ਕੇ ਸਿੱਖ ਪਿੰਡਾਂ ਵਿੱਚ ਵਿਚਰਦੇ ਆ, ਸਤਿਗੁਰ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਇਸ਼ਨਾਨ ਵਗੈਰਾ, ਹੋਰ ਸਤਿਗੁਰ ਸਾਹਿਬ ਦੀ ਸੇਵਾ ਸੰਭਾਲ ਕਰਦੇ ਆ, ਉਹਨਾਂ ਦੇ ਦੱਸਣ ਮੁਤਾਬਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਵਿੱਚੋਂ ਚੂਹਿਆਂ ਦੀਆਂ ਮੀਂਗਣਾ, ਮਰੇ ਮੱਛਰ, ਜਾਨਵਰ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਵਿੱਚੋਂ ਨਿਕਲਦੇ ਆ। ਕਰਕੇ ਜਿਹੜੇ ਆਪਾਂ ਦੱਸਿਆ ਕਿ 800 ਗੁਰਦੁਆਰਾ ਸਾਹਿਬ ਦੇ ਗ੍ਰੰਥੀ ਹੈ ਨਹੀਂ, ਤਾਂ ਉੱਥੇ ਸੁੱਖ ਆਸਣ ਤੇ ਪ੍ਰਕਾਸ਼ ਕਰਨਾ ਕਿਨੇ ਆ? ਤੇ ਜੇ ਸਾਹਿਬ ਜੀ ਪ੍ਰਕਾਸ਼ ਆ ਤੇ ਪ੍ਰਕਾਸ਼ ਹੀ ਆ, ਫਿਰ ਉਹ ਸੁੱਖ ਆਸਣ ਨਹੀਂ ਕੋਈ ਕਰਦਾ। ਉੱਥੇ ਦੇਸ਼ ਕੌਣ ਬਣਾਉਂਦਾ ਹੋਊਗਾ? ਉੱਥੇ ਮਹਾਰਾਜ ਸਾਹਿਬ ਜੀ ਦਾ ਨਿਤਨੇਮ ਕੌਣ ਕਰਦਾ ਹੋਊਗਾ? ਇਹ ਬਾਹਲੀ ਡੂੰਘੀ ਸੋਚਣ ਵਾਲੀ ਗੱਲ ਨਹੀਂ। ਇਹ ਤਾਂ ਬਹੁਤ ਕਾਮਨ ਸੈਂਸ ਆ ਕਿ ਉਹ ਉੱਥੇ ਗੁਰੂ ਸਾਹਿਬ ਜੀ ਦਾ ਕੋਈ ਵੀ ਆਦਰ ਸਤਿਕਾਰ ਨਹੀਂ। ਸੋ ਆਪਾਂ ਹਰੇਕ ਪੁਆਇੰਟ ਦੇ ਨਾਲੋਂ ਨਾਲ ਇਹ ਬੇਨਤੀ ਕਰਦੇ ਜਾਣਾ ਕਿ ਹਰੇਕ ਗੁਰੂ ਕਾ ਸਿੱਖ ਜਿਹੜਾ ਸਾਡੀ ਆਵਾਜ਼ ਸੁਣਦਾ ਵਾਜੇ ਕੌਮ ਤੇ, ਉਹ ਜ਼ਰੂਰ ਇਸ ਪਾਸੇ ਧਿਆਨ ਦੇਵੇ ਤੇ ਅਰਦਾਸ ਕਰੇ ਕਿ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਵਾਈ ਬੰਦ ਹੋਵੇ ਤੇ ਗੁਰੂ ਸਾਹਿਬ ਜੀ ਨੂੰ ਜਿੱਥੇ ਅਗਨ ਭੇਟ ਕੀਤਾ ਜਾਂਦਾ ਆ, ਬੜੇ ਚਾਅ ਨਾਲ ਲੋਕੀ ਕਰਦੇ ਆ, ਪਰ ਇਹ ਬਹੁਤ ਜ਼ਿਆਦਾ ਵੱਡੀ ਸਾਡੇ ਲਈ ਦਿਖਾਉਣ ਵਾਲੀ ਗੱਲ ਆ। ਜੇ ਅਸੀਂ ਗੁਰੂ ਸਾਹਿਬ ਜੀ ਨੂੰ ਆਪਣੇ ਮਾਤਾ ਪਿਤਾ ਸਮਝਦੇ ਆ, ਜੇ ਪ੍ਰਗਟ ਗੁਰਾਂ ਕੀ ਦੇਹ ਸਮਝਦੇ ਆ, ਭਾਈ ਸਾਹਿਬ ਜੀ ਜੇ 2-3 ਅੰਗ ਸਤਿਗੁਰ ਸਾਹਿਬ ਜੀ ਦੇ ਜ਼ਖਮੀ ਹੋ ਗਿਆ, ਜਲਦ ਜ਼ਖਮੀ ਹੋ ਗਈ, ਤਾਂ ਇਹਦਾ ਮਤਲਬ ਇਹ ਥੋੜ੍ਹਾ ਹੈ ਕਿ ਤੁਸੀਂ ਗੁਰੂ ਸਾਹਿਬ ਜੀ ਨੂੰ ਘੇ ਲਾ ਕੇ ਤਾਂ ਅੰਗੀਠੇ ਤੇ ਰੱਖ ਦਿਓ ਤੇ ਅਗਨ ਭੇਟ ਕਰ ਦਿਓ। ਇਹ ਕਿੱਥੋਂ ਦਾ, ਇਹ ਕਿਹੜੀ ਸਿੱਖੀ ਆ? ਇਹ ਕਿਹੜੀ ਸੇਵਾ ਆ? ਇਹ ਦੱਸਣ ਤਾਂ ਸਹੀ, ਕੋਈ ਵੀ ਜਾਣਾ ਸਾਹਮਣੇ ਆ ਜਾਏ। ਅਸੀਂ ਕਹਿੰਦੇ ਅੱਜ ਦੇ ਪ੍ਰੋਗਰਾਮ ਸੁਣੇ ਤੇ ਉਹ ਜਿਹੜੇ ਅੰਗੀਠਿਆਂ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਅਗਨ ਭੇਟ ਕਰਦੇ ਹੋ, ਜਦੋਂ ਮਰਜੀ ਇੱਥੇ ਬੈਠ ਕੇ ਗੱਲ ਕਰ ਲੈਣ ਚੈਨਲਾਂ ਤੇ ਆ ਕੇ ਕਿ ਉਹ ਕਿਹੜੀ ਸੇਵਾ ਕਰਨੀ ਚਾਹੁੰਦੇ ਆ। ਇੱਥੇ ਵੀ ਇੰਗਲੈਂਡ ਵਿੱਚ ਆਪ ਜੀ ਨੇ ਦੇਖਿਆ, ਤੁਸੀਂ ਦਿਖਾ ਲਿਆ ਵੀ ਚੈਨਲ ਦੇ ਉੱਪਰ, ਕਿ ਗੁਰਦੁਆਰਾ ਬਾਬਾ ਸੰਗ ਜੀ ਵਿਖੇ ਉੱਥੇ ਸਤਿਗੁਰ ਸਾਹਿਬ ਜੀ ਦੇ 300 ਸਾਲ ਪੁਰਾਣੇ ਸਰੂਪ ਵੀ, ਪੁਰਾਤਨ ਸਰੂਪ ਵੀ ਹੈਗੇ ਆ। ਉੱਥੇ 150 ਸਾਲ ਪੁਰਾਤਨ ਸਰੂਪ ਵੀ ਹੈਗੇ ਆ। ਉੱਥੇ ਸ੍ਰੀ ਦਸਮ ਗ੍ਰੰਥ ਸਾਹਿਬ, ਉੱਥੇ ਹਸਲੈਕਟ ਸਰੂਪ ਪਏ ਆ ਮਹਾਰਾਜ ਸਾਹਿਬ ਜੀ ਦੇ ਸੁਭਾਈਮਾਨ ਆ। ਹੋਰ 247 ਮਹਾਰਾਜ ਸਾਹਿਬ ਜੀ ਦੇ ਪਾਵਨ ਸਰੂਪ ਆ। ਉਹ ਬਿਲਕੁਲ ਉਹਨਾਂ ਚੋਂ ਮਹਾਰਾਜ ਸਾਹਿਬ ਜੀ ਦੇ ਕਈਆਂ ਦੀ ਹਾਲਾਤ ਇਦਾਂ ਦੇ ਆ ਕਿ ਤੁਸੀਂ ਦੇਖ ਕੇ ਇਹ ਕਹੋਗੇ ਕਿ ਸਰੂਪ ਅਗਨ ਭੇਟ ਕਰਨ ਵਾਲੇ ਆ, ਪਰ ਉਹ ਹੁਣ ਟੈਕਨੋਲੋਜੀ ਇਦਾਂ ਦੀ ਆ ਭਾਈ ਸਾਹਿਬ ਜੀ ਕਿ ਮਹਾਰਾਜ ਸਾਹਿਬ ਜੀ ਨੂੰ ਹਰੇਕ ਤਰੀਕੇ ਨਾਲ, ਕਿੰਨੇ ਵੀ ਅੰਗ ਜ਼ਖਮੀ ਹੋਏ ਹੋਣ, ਪਾਟੇ ਹੋਣ, ਗੁਰੂ ਸਾਹਿਬ ਜੀ ਦੇ ਵਿੱਚੋਂ ਹੀ ਨਿਕਲੇ ਹੋਣ, ਤਾਂ ਵੀ ਸਰੂਪਾਂ ਨੂੰ ਸਾਂਭਿਆ ਜਾ ਸਕਦਾ। ਤੇ ਕਲਗੀਧਰ ਦੀ ਕਿਰਪਾ ਦੇ ਨਾਲ ਲੋਕਡਾਊਨ ਦੇ ਵਿੱਚ ਗੁਰੂ ਕੇ ਸਿੱਖਾਂ ਨੇ ਸੇਵਾ ਕਰਕੇ 100 ਤੋਂ ਵੱਧ ਸਰੂਪ ਤਿਆਰ ਕੀਤੇ। ਪਹਿਲੇ ਸਰੂਪ ਜਿਹੜੇ ਪੁਰਾਣੇ ਸਰੂਪ ਸੀ ਉਹਨਾਂ ਨੂੰ ਬਿਲਕੁਲ ਨਵੀਂ ਦਿੱਖ ਦਿੱਤੀ ਗਈ ਆ। ਤੇ ਉਹ ਆਪ ਜੀ ਦਰਸ਼ਨ ਕਰੋ ਜਦੋਂ ਮਰਜ਼ੀ ਆ ਕੇ, ਤਾਂ ਦੇਖੋ ਕਿ ਉਹ ਸਰੂਪ ਤੇ ਨਵੇਂ ਸਰੂਪ ਜਿਹੜੇ ਛਪਦੇ ਆ, ਉਹਨਾਂ ਦੇ ਵਿੱਚ ਜੇ ਕੋਈ ਫਰਕ ਦੱਸ ਦੇਣ ਕਿ ਆਹ ਫਰਕ ਆ। ਪਰ ਸਾਡੀ ਘਾਟ ਹੀ ਇਹ ਚੀਜ਼ਾਂ ਦੇ ਵਿੱਚ ਆ ਗਈ ਕਿ ਅਸੀਂ ਆ ਜਿਹੜਾ ਮੈਂ ਤੁਹਾਨੂੰ ਯੂਕੇ ਦਾ ਅੰਕੜਾ ਦੱਸਿਆ ਭਾਈ ਸਾਹਿਬ ਜੀ, ਗੁਰਦਾਸਪੁਰ ਜ਼ਿਲ੍ਹੇ ਦਾ ਅੰਕੜਾ ਦੱਸਿਆ, ਹੋਰਾਂ ਜ਼ਿਲ੍ਹਿਆਂ ਦੇ ਵਿੱਚ ਵੀ ਸਿੰਘ ਸੇਵਾ ਕਰਦੇ ਆ। ਹੁਣ ਵੀ ਜਿੱਥੇ ਜਿੱਥੇ ਸਿੰਘ ਸ਼ਨੀਵਾਰ ਤੇ ਐਤਵਾਰ ਨੂੰ ਜਾਂਦੇ ਆ, ਉੱਥੇ ਕੋਈ ਚਾਅ ਨਹੀਂ ਗੁਰੂ ਕੇ ਸਿੱਖਾਂ ਨੂੰ ਹੋ ਰਿਹਾ ਕਿ ਗੁਰੂ ਸਾਹਿਬ ਜੀ ਦਾ ਕਿਤੇ ਆਦਰ ਸਤਿਕਾਰ ਲੱਭਿਆ ਹੋਵੇ। ਪਰ ਮਹਾਰਾਜ ਸਾਹਿਬ ਜੀ ਦੇ ਵਿੱਚੋਂ ਮਰੀਆਂ ਕਿਰਲੀਆਂ ਤਾਂ ਨਿਕਲੀਆਂ, ਮੀਂਗਣਾ ਚੂਹਿਆਂ ਦੀਆਂ ਨਿਕਲੀਆਂ, ਚੂਹੇ ਮਰੇ ਨਿਕਲੇ, ਨਿੱਕੀਆਂ ਚੂਹੀਆਂ ਜਾਨਵਰ ਨਿਕਲੇ, ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਚੋਂ ਨਿਕਲ ਰਿਹਾ। ਮਹਾਰਾਜ ਸਾਹਿਬ ਜੀ ਦੇ ਸਰੂਪ ਟੁੱਕੇ ਹੋ ਜਿਹੜੇ ਚੂਹਿਆਂ ਨੇ ਉਹ ਨਿਕਲੇ ਆ। ਪਰ ਅਸੀਂ ਕਿਹੜੇ ਗੁਰੂ ਸਾਹਿਬ ਜੀ ਦੀ ਅਸੀਂ ਗੱਲ ਕਰਦੇ ਹਾਂ? ਅਸੀਂ ਤਾਂ ਚਾਹੁੰਦੇ ਹਾਂ ਕਿ ਜਿੱਦਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਦੇ ਸਤਿਕਾਰ ਸ੍ਰੀ ਦਰਬਾਰ ਸਾਹਿਬ ਜਾਂ ਤਖਤ ਸਾਹਿਬਾਂ ਤੇ ਹੁੰਦੇ ਆ, ਏਦਾਂ ਹੀ ਗੁਰੂ ਸਾਹਿਬ ਜੀ ਦੇ ਹਰੇਕ ਪਾਵਨ ਸਰੂਪ ਦੇ ਏਦਾਂ ਸਤਿਕਾਰ ਹੋਣਾ ਚਾਹੀਦਾ ਹੈ। ਹਾਂਜੀ ਮਨਵੀਰ ਸਿੰਘ ਜੀ, ਜਿੱਦਾਂ ਤੁਸੀਂ ਗੱਲ ਕੀਤੀ ਆ ਗੁਰਦਾਸਪੁਰ ਜ਼ਿਲ੍ਹੇ ਦੀ ਜਾਂ ਵਿਦੇਸ਼ਾਂ ਦੀ, ਇੰਗਲੈਂਡ ਦੀ ਵੀ ਕੀਤੀ ਆ, ਤੁਸੀਂ ਦੇਖੋ ਵੈਸੇ ਤਾਂ ਹਰ ਸਿੱਖ, ਮੈਂ ਵੀ ਕਹਿੰਦਾ, ਹਰ ਬੰਦਾ ਕਹਿੰਦਾ ਜੀ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਆ।
ਫਿਰ ਗੱਲ ਕਿੱਥੇ ਆ ਕੇ ਅੜ ਜਾਂਦੀ ਆ, ਕਿੱਥੋਂ ਅਸੀਂ ਸਾਡੇ ਵਿੱਚ ਕੋਈ ਘਾਟ ਰਹਿ ਗਈ ਆ, ਜਾਂ ਅਸੀਂ ਉਹ ਚੀਜ਼ ਲੋਕਾਂ ਨੂੰ ਅਵੇਅਰ ਨਹੀਂ ਕਰ ਸਕੇ ਵੀ ਇਹ ਚੀਜ਼ ਨੂੰ ਕਿੱਦਾਂ ਮਤਲਬ ਆਪਾਂ ਸਤਿਕਾਰ ਕਰਨਾ। ਕਾਰਨ ਕੀ ਆ? ਮਤਲਬ ਸਤਿਕਾਰ ਕਮੇਟੀਆਂ ਇੰਡੀਆ 'ਚ ਵੀ ਪੰਜਾਬ 'ਚ ਹੀ ਬਣੀਆਂ ਆ, ਉਹਨਾਂ ਦੇ ਵੀ ਦੋਸ਼ ਲੱਗ ਜਾਂਦੇ ਆ ਵੀ ਇਹ ਲੋਕਾਂ ਤੇ ਮਤਲਬ ਇਹ ਕੁੱਟਦੇ ਆ, ਇਹ ਮਾਰਦੇ ਆ, ਇਹ ਪਾਠੀਆਂ ਨੂੰ ਕੁੱਟਦੇ ਆ, ਇਹ ਮਤਲਬ ਸਤਿਕਾਰ ਕਰਨ ਦੀ ਬਜਾਏ ਤੇ ਲੋਕਾਂ ਨੂੰ ਮਤਲਬ ਤੋੜ ਰਹੇ ਆ ਗੁਰੂ ਗ੍ਰੰਥ ਸਾਹਿਬ ਦੇ ਨਾਲੋਂ। ਇਦਾਂ ਦੀਆਂ ਗੱਲਾਂ ਤੁਸੀਂ ਆਪ ਵੀ ਸੁਣਦੇ ਹੀ ਆਉਂਦੀਆਂ। ਬਿਲਕੁਲ ਭਾਈ ਸਾਹਿਬ ਜੀ, ਇਹ ਨਾ ਜੀ ਕੋਈ ਸਮੇਂ ਦੀ ਇਦਾਂ ਦੀ ਚਾਲ ਚੱਲੀ ਆ ਕਿ ਚਲੋ ਜਿਹੜੇ ਕੁਝ ਸਿੰਘ ਜਿੱਥੇ ਕੋਈ ਸੇਵਾ ਕਰਦਾ ਆ ਉੱਥੇ ਕੋਈ ਅਣਗਹਿਲੀ ਵੀ ਵਰਤ ਹੋ ਸਕਦੀ ਆ, ਹੁੰਦੀ ਹੋਊਗੀ ਜ਼ਰੂਰ। ਉਹ ਕੋਈ ਜਿਹੜੇ ਸਿੰਘ ਜਾਂਦੇ ਆ ਉਹ ਕੋਈ ਜਿਹੜੀ ਉਹ ਸੇਵਾ ਕਰਦੇ ਆ, ਕਿਤੇ ਨਾ ਕਿਤੇ ਕੋਈ ਉਣਤਾਈ ਕਿਸੇ ਸਿੰਘ ਦਾ ਸੁਭਾਅ ਦਾ ਫਰਕ ਹੁੰਦਾ ਆ। ਪਰ ਜੇ ਆਪਾਂ ਸਾਰੇ ਕਾਸੇ ਤੇ ਕਾਂਟਾ ਫੇਰਦੀ ਉਹ ਗੱਲ ਗਲਤ ਆ ਜੀ, ਕਿਉਂਕਿ ਪਾਠੀਆਂ ਵਾਲਾ ਮਸਲਾ ਹੋਇਆ ਸੀ ਉਹਦੇ ਨਾਲ ਆਪਾਂ ਪੂਰਾ ਇਨ ਟੱਚ ਰਹੇ ਸੀਗੇ ਉਸ ਵੇਲੇ। ਤੇ ਉਹ ਜਿਨ੍ਹਾਂ ਦੇ ਵਿੱਚ ਜਿਹੜੇ ਤੁਸੀਂ ਕਹਿੰਦੇ ਕਿ ਇਹਦਾ ਕਾਰਨ ਕੀ ਹੈ, ਇਹਦਾ ਕਾਰਨ ਆ ਉਹ ਜਿਹੜੇ ਲੋਕ ਜਿਹੜੇ ਪਾਵਰ ਵਿੱਚ ਹੁੰਦੇ ਆ, ਜਿਹੜੇ ਮੰਤਰੀ ਹੁੰਦੇ ਆ, ਜਿਹੜੇ ਉੱਚੇ ਅਹੁਦਿਆਂ ਤੇ ਹੁੰਦੇ ਆ, ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਜਿਹੜੀ ਅਸੀਂ ਗੱਲ ਕਹੀ ਉਹ ਆਖਰੀ ਸੱਚ ਆ ਤੇ ਉਹਦੇ ਤੋਂ ਕੋਈ ਜਾਣਾ ਕਿੰਤੂ ਪਰੰਤੂ ਨਾ ਕਰੇ। ਜਿਹੜੇ ਪਾਠੀਆਂ ਵਾਲੀ ਉਹ ਉੱਥੇ ਦਾ ਮਸਲਾ ਹੋਇਆ ਸੀ, ਉਹ ਇਦਾਂ ਹੀ ਹੋਇਆ ਸੀਗਾ ਕਿ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਜਦੋਂ ਮੀਟਿੰਗ ਰੱਖੀ ਗਈ ਸਿੰਘਾਂ ਦੇ ਨਾਲ ਤਾਂ ਉਹ 10 ਵਜੇ ਦੀ ਸੀ, ਪਰ ਇਹ 8 ਵਜੇ ਆਪਣੇ ਜਦੋਂ ਕੋਸ਼ਿਸ਼ ਕੀਤੀ ਕਿ ਆਪਾਂ ਪਹਿਲਾਂ ਚੱਲ ਜਾਈਏ। ਪਰ ਭਾਈ ਸਾਹਿਬ ਜੀ ਇਹਨਾਂ ਦੇ 8 ਵਜੇ ਜਾਣ ਤੋਂ ਪਹਿਲਾਂ ਹੀ 6 ਵਜੇ ਹੀ ਮਹਾਰਾਜ ਜੀ ਦੇ 19 ਸਰੂਪ ਉਹ ਮੜੀਆਂ ਤੇ ਬਾਹਰ ਉਹ ਜਿੱਥੇ ਵੀ ਖਾਨਗਾਹ ਜਿਹੜੀਆਂ ਵੀ ਬਣੀਆਂ ਸੀਗੀਆਂ ਉੱਥੇ ਲਿਆਂਦੇ ਗਏ। ਇਹ ਜਿਨ੍ਹਾਂ ਦੇ ਨਾਲ ਗੁਰੂ ਸਾਹਿਬ ਜੀ ਦਾ ਅਦਬ ਸਤਿਕਾਰ ਨੂੰ ਸੱਟ ਗਿਆ, ਨਾ ਕਿ ਇਹ ਸਤਿਕਾਰ ਕਮੇਟੀਆਂ। ਇਹ ਨਹੀਂ ਕੋਈ ਆਪਾਂ ਵੀ ਲਾ ਲਓ, ਆਪਾਂ ਕਿਸੇ ਦੇ ਘਰੋਂ ਲੜ ਕੇ ਸਰੂਪ ਜੇ ਕਿਤੇ ਪਹਿਲੀ ਗੱਲ ਤਾਂ ਲਿਆਂਦੇ ਨਹੀਂ, ਜੇ ਕਿਤੇ ਲਿਆਂਦੇ ਤਾਂ ਕਾਨੂੰਨ ਨੂੰ ਨਾਲ ਆਪਾਂ ਇੱਥੇ ਪੁਲਿਸ ਨੂੰ ਉਹ ਵੀ ਸਿੰਘ ਇੱਦਾਂ ਲੈ ਕੇ ਜਾਂਦੇ ਆ। ਹਾਂ, ਕਿਤੇ ਕੋਈ ਕਿਸੇ ਤੋਂ ਵੀ ਹੋਈ ਹੋਵੇ ਊਚ ਨੀਚ, ਉਹਦਾ ਸੁਧਾਰ ਕਰ ਲੈਣਾ ਚਾਹੀਦਾ, ਬਹੁਤ ਜ਼ਰੂਰੀ ਆ। ਪਰ ਇੱਕ ਗੱਲ ਦਾਸ ਨੇ ਵੀ ਮੀਡੀਆ ਦੇ ਵਿੱਚ ਪੜ੍ਹੀ ਸੀ ਕਿ ਜੇ ਇਹ ਸਿੰਘ ਇੰਨਾ ਉਪਰਾਲਾ ਨਾ ਕਰਦੇ ਤੇ ਇਹਨਾਂ ਨਾਸਤਕ ਲੋਕਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਈਕਲ ਦੀ ਪਿਛਲੀ ਕਾਠੀ ਦੇ ਉੱਤੇ ਸਾਈਕਲ ਦੀਆਂ ਟਾਇਰ ਦੀਆਂ ਟੂਬਾਂ ਨਾਲ ਬੰਨ ਕੇ ਲੈ ਕੇ ਜਾਣੇ ਸੀ, ਜਿੱਦਾਂ ਦਾ ਮਾਹੌਲ ਬਣ ਗਿਆ ਸੀ ਪਿੰਡਾਂ ਦੇ ਵਿੱਚ। ਅਸੀਂ ਵੀ ਦੇਖਿਆ ਇਹ ਮਨਵੀਰ ਸਿੰਘ ਜੀ, ਹੁਣ 4-5 ਕੇਸ ਇਹੋ ਜਿਹੇ ਸਾਹਮਣੇ ਆਏ ਆ। ਬਹੁਤ ਲੋਕ ਵੀ ਜਿੱਦਾਂ ਸਾਨੂੰ ਕਈ ਵਾਰੀ ਮਤਲਬ ਉਹ ਟੀਚਰਾਂ ਕਰਦੇ ਜਿਹੜੇ ਹੋਰ ਧਰਮਾਂ ਦੇ ਆ, ਉਹ ਕਹਿੰਦੇ ਆ ਵੀ ਤੁਸੀਂ ਕਹਿੰਦੇ ਆ ਜੀ ਹੋਰ ਬਾਹਰਲੇ ਬੰਦੇ, ਮੈਂ ਇਹ ਨਹੀਂ ਕਹਿੰਦਾ ਵੀ ਬਾਹਰਲੇ ਬੰਦਿਆਂ ਨੇ ਬੇਅਦਬੀ ਨਹੀਂ ਕੀਤੀ ਹੋਊਗੀ ਜਾਂ ਨਹੀਂ ਕਰਦੇ। ਹੁਣ ਇੱਕ ਹਰਿਆਣੇ ਦੀ ਘਟਨਾ ਆਈ ਆ, ਉੱਥੇ ਮਤਲਬ ਉਹ ਭਰਾਵਾਂ ਦੇ ਪਰਿਵਾਰ ਦੀ ਆਪਸੀ ਲੜਾਈ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਹੋਰ ਤੁਹਾਨੂੰ ਪਤਾ ਕਈ ਜਿਹੜੇ ਸਿੱਖ ਚਿਹਰੇ ਆ ਉਹਨਾਂ ਨੇ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਗੁਰਬਾਣੀ ਦੀ ਕੀਤੀ। ਇਸੇ ਤਰ੍ਹਾਂ ਇੱਕ ਅੱਗੇ ਜਿਹੜੀ ਔਰਤ ਆ ਮਾਰੀ ਗਈ ਇੱਥੇ ਮਲੇਰਕੋਟਲੇ ਦੇ ਲਾਗੇ, ਉਹ ਵੀ ਸਿੱਖ ਨਾਲ ਮਤਲਬ ਅੰਮ੍ਰਿਤਧਾਰੀ ਸੀਗੀ। ਇਦਾਂ ਦੀਆਂ ਘਟਨਾਵਾਂ ਮਤਲਬ ਗ੍ਰੰਥੀ ਸਿੰਘ ਆਪਸ ਵਿੱਚ ਇੱਕ ਦੂਸਰੇ ਨਾਲ ਖਹਿ ਖਾ ਕੇ ਉਹ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਹੇ ਆ। ਜਦੋਂ ਅਸੀਂ ਲੋਕਾਂ ਨੂੰ ਕਹਿੰਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਆ, ਉਹ ਅਗਲੇ ਕਹਿੰਦੇ ਤੁਸੀਂ ਆਪੇ ਤਾਂ ਕਰ ਰਹੇ ਆ, ਤੁਹਾਡੇ ਸਿੱਖੀ ਸਰੂਪ 'ਚ ਬੇਅਦਬੀ ਹੋ ਰਹੀ ਆ। ਉਹ ਕਿਉਂ ਨਹੀਂ ਸਮਝਦੇ? ਅਸੀਂ ਹੋਰਾਂ ਨੂੰ ਤਾਂ ਮੇਰਾ ਖਿਆਲ ਦੂਏ ਤੇ ਡਰਦੇ ਆ ਲੋਕੀ ਬੇਅਦਬੀ ਕਰਨ ਤੋਂ, ਜਿਹੜੇ ਮਤਲਬ ਆਮ ਕਈ ਵਾਰੀ ਦੇਖਿਆ ਉਹ ਡਰਦੇ ਆ, ਲੇਕਿਨ ਜਿਹੜਾ ਸਿੱਖੀ ਸਰੂਪ 'ਚ ਹੋ ਕੇ ਡਰ ਨਹੀਂ ਰਿਹਾ, ਉਹਨੂੰ ਜਿੱਦਾਂ ਡਰ ਹੀ ਨਹੀਂ ਰਿਹਾ ਗੁਰੂ ਗ੍ਰੰਥ ਸਾਹਿਬ ਦਾ। ਭਾਈ ਸਾਹਿਬ ਜੀ, ਤੁਹਾਡੀ ਗੱਲ ਬਿਲਕੁਲ ਹੀ ਸਹੀ ਆ। ਇੱਥੇ ਕਿਸੇ ਨੂੰ ਹੋਰ ਦੋਸ਼ ਦੇਣ ਦੀ ਲੋੜ ਨਹੀਂ। ਜੇ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਮਾਤਾ ਪਿਤਾ ਆ ਤਾਂ ਮੇਰਾ ਫਰਜ਼ ਬਣਦਾ ਕਿ ਮੈਂ ਸਤਿਗੁਰ ਸਾਹਿਬ ਜੀ ਦਾ ਸਤਿਕਾਰ ਕਿਵੇਂ ਕਰਨਾ, ਮੈਂ ਗੁਰੂ ਸਾਹਿਬ ਜੀ ਦੀ ਸੇਵਾ ਸੰਭਾਲ ਕਿਵੇਂ ਕਰਨੀ ਆ। ਮੇਰੇ ਘਰ ਦੇ ਮੇਰੇ ਨਿੱਜੀ ਆਪ ਦੀਆਂ ਲੋੜਾਂ ਪਹਿਲਾਂ ਆ ਕਿ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਦੀ ਸੇਵਾ ਸੰਭਾਲ ਜਾਂ ਸਤਿਕਾਰ ਦੀ ਲੋੜ ਪਹਿਲਾਂ ਆ। ਇਹ ਹਰੇਕ ਸਿੱਖ ਨੂੰ ਆਪ ਡਿਸਾਈਡ ਕਰਨਾ ਪੈਣਾ। ਜਿਵੇਂ ਫੇਸਬੁੱਕ ਤੇ ਬੈਠ ਕੇ ਬਾਕੀਆਂ ਤੇ ਕਮੈਂਟ ਕਰ ਦੇਵਾਂ ਜਾਂ ਉਹ ਜਿਹੜੇ ਸਿੰਘ ਸੇਵਾ ਕਰਦੇ ਆ ਉਹਨਾਂ ਦੇ ਘਰੇ ਬੈਠਾ ਲਿਖੀ ਜਾਵਾਂ, ਉਹ ਗੱਲ ਕੋਈ ਚੰਗੀ ਨਹੀਂ ਹੈ। ਜਿਹੜੀ ਆਪਨੇ ਕਿਹਾ ਕਿ ਇਹਨਾਂ ਜੀ ਚਿਹਰੇ ਮੋਹਰੇ ਸਿੱਖਾਂ ਵਾਲੇ ਆ ਜਿਹੜੇ ਕਰ ਰਹੇ ਆ, ਤੇ ਇਹਦੇ ਵਿੱਚ ਅਤਕਥਨੀ ਨਹੀਂ ਭਾਈ ਸਾਹਿਬ ਜੀ। ਜਿਹੜੇ ਆਪਾਂ ਅੱਜ ਦਿਖਾ ਰਹੇ ਆ, ਜਿਹੜੇ ਮੈਂ ਪੁਆਇੰਟ ਲਿਖੇ ਸੀ, ਮੈਂ ਤੁਹਾਨੂੰ ਕਿਹਾ ਸੀਗਾ ਕਿ ਸਾਡਾ ਬਾਕੀ ਵੀ ਸਿੰਘ ਜਿਹੜੇ ਗੁਰੂ ਸਾਹਿਬ ਜੀ ਦੀ ਸੇਵਾ ਕਰਦੇ ਆ, ਉਹਨਾਂ ਦਾ ਹਿਰਦਾ ਇਸ ਵੇਲੇ ਬਹੁਤ ਦੁਖਿਆ ਪਿਆ ਕਿ ਹੋ ਕੀ ਰਿਹਾ ਆ, ਕੌਮ ਦੇ ਆਗੂ ਕਰ ਕੀ ਰਹੇ ਆ, ਆਪ ਕਰ ਰਹੇ ਆ, ਇੱਕ ਦੂਜੇ ਦੇ ਖਿਲਾਫ ਬਿਆਨ ਲਵਾ ਰਹੇ ਆ। ਇਹ ਹੁਣ ਇਹ ਪਤਾ ਨਾ ਪਹਿਲਾਂ ਸੀ, ਨਾ ਗਾਂ ਹੋਣਾ ਤੇ ਨਾ ਹੋਣਾ, ਪਰ ਇਹਨੂੰ ਰੋਕਣਾ ਆਪ ਚਾਹੀਦਾ ਸਮਝਦਾਰ। ਜੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਕਰਦੇ ਆ, ਗੁਰੂ ਸਾਹਿਬ ਜੀ ਦਾ ਸਤਿਕਾਰ ਕਰਦੇ ਆ, ਤਾਂ ਆਪ ਇਸ ਪਾਸੇ ਤੁਰਨਾ ਪੈਣਾ। ਸ਼੍ਰੋਮਣੀ ਕਮੇਟੀ ਪਹਿਲਾਂ ਸ਼ੁਰੂ ਆਪਾਂ ਕਰਾਂਗੇ ਜੀ ਜਿਹੜੇ ਮੁੱਢ ਤੋਂ ਆ। ਹਾਂ, ਤੁਸੀਂ ਇਹਨੂੰ ਪੂਰਾ ਡਿਟੇਲ 'ਚ ਖੁੱਲਾ ਟਾਈਮ ਹੈ ਆਪਣੇ ਕੋਲ, ਕੋਈ ਮਤਲਬ ਕਾਹਲੀ ਦੀ ਲੋੜ ਨਹੀਂ ਹੈ। ਇਹਨੂੰ ਟਿਕਾਓ ਦੇ ਵਿੱਚ ਸਾਰੀ ਗੱਲ ਕਰੋ ਤਾਂ ਕਿ ਲੋਕਾਂ ਦੇ ਕੋਲ ਜਿਹੜਾ ਆਪਾਂ ਮੈਸੇਜ ਪਹੁੰਚਾਉਣਾ ਚਾਹੁੰਦੇ ਆ ਉਹ ਪਹੁੰਚੇ। ਭਾਈ ਸਾਹਿਬ, ਹੋ ਸਕਦਾ ਮੈਂ ਥੋੜਾ ਕਾਹਲੀ ਬੋਲਦਾ ਹਾਂ, ਪਰ ਮੈਂ ਸੋਚਦਾ ਨਾ ਜੀ ਜਿਹੜਾ ਮਨ ਦੇ ਵਿੱਚ ਇੰਨਾ ਜਿੰਨਾ ਮਨ ਦੁਖਿਆ ਆ ਕਿ ਜਿਵੇਂ ਮੈਂ ਪਹਿਲਾਂ ਗੱਲ ਕਰਾਂ
ਕਿ ਸ਼੍ਰੋਮਣੀ ਕਮੇਟੀ ਦੀ ਉਹ ਲਗਾਤਾਰ ਸਰੂਪ ਛਾਪ ਰਹੇ। ਆਪਾਂ ਪਿਛਲੇ ਸਾਲ ਜੋ ਲਿਖਿਆ ਸੀ ਇੱਥੋਂ ਦੀਆਂ ਸੰਗਤਾਂ ਨੇ, ਉਹਨਾਂ ਨੇ ਉਹ ਪ੍ਰਵਾਨ ਵੀ ਕੀਤਾ। ਅਕਾਲ ਤਖਤ ਸਾਹਿਬ ਤੋਂ ਵੀ ਆਪਾਂ ਨੂੰ ਸਤਿਕਾਰ ਕਮੇਟੀ ਨੂੰ ਚਿੱਠੀ ਆਈ ਤੇ ਦਰਬਾਰ ਸ਼੍ਰੋਮਣੀ ਕਮੇਟੀ ਵੱਲੋਂ ਵੀ ਆਈ। ਉਹਨਾਂ ਨੇ ਕਿਹਾ ਕਿ ਤੁਹਾਡੇ 4 ਹੀ ਇਹ ਜਿਹੜੀ ਮਤੇ ਆ, ਇਹ ਜਿਹੜੇ ਤੁਸੀਂ ਪਾਸ ਕੀਤੇ ਸੰਗਤ ਨੇ, ਇਹ ਆਲਰੇਡੀ ਅਮਲ ਦੇ ਵਿੱਚ ਲਿਆਂਦੇ ਆ। ਪਰ ਉਸ ਅਮਲ ਦੇ ਵਿੱਚ ਲਿਆਂਦਿਆਂ ਨੂੰ ਮੈਂ ਪਹਿਲਾਂ ਹੁਣ ਕੈਨੇਡਾ ਵੱਲ ਹੀ ਜਾਊਂਗਾ, ਸ਼੍ਰੋਮਣੀ ਕਮੇਟੀ ਵੱਲ ਫੇਰ ਆਉਣਾ ਕਿ ਜਿਵੇਂ ਰੁਪਦਮਨ ਸਿੰਘ, ਹਾਂਜੀ, ਉਹ ਮਲਕ ਸਾਹਿਬ ਨੇ ਜਿਹੜੀ ਗੱਲ ਦੱਸੀ ਆ ਉਹਦੇ ਵਿੱਚ ਉਹ ਲਫ਼ਜ਼ ਵਰਤ ਰਹੇ ਆ ਕਿ ਸੁਖਬੀਰ ਬਾਦਲ ਦੇ ਨਾਲ ਸਾਡੀ ਮੀਟਿੰਗ ਹੋਈ ਆ ਚੰਡੀਗੜ੍ਹ ਦੇ ਵਿੱਚ। ਹਾਂਜੀ, ਉਹਦੇ ਵਿੱਚ ਉਹਨਾਂ ਕੋਲੋਂ ਇਜਾਜ਼ਤ ਜਾਂ ਪੁੱਛਣ ਦੀ ਬੇਨਤੀ ਕੀਤੀ ਆ ਕਿ ਅਸੀਂ ਸਰੂਪ ਛਾਪ ਲਈਏ ਉੱਥੇ ਕੈਨੇਡਾ ਦੇ ਵਿੱਚ। ਤੇ ਉਹ ਕਹਿੰਦੇ ਕਿ ਉਹਨੇ ਪਹਿਲੇ ਸਕਿੰਟਾਂ ਦੇ ਵਿੱਚ ਹੀ ਇਹ ਗੱਲ ਤੋੜ ਕੇ ਕਹਿਤੀ ਕਿ ਸੁਖਬੀਰ ਸਿੰਘ ਬਾਦਲ ਨੇ ਕਿ ਇਹ ਸਤਿਗੁਰ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਵਾਈ ਨਹੀਂ ਹੋਣੀ। ਠੀਕ। ਤੇ ਹੁਣ ਭਾਵੇਂ ਆਪਣੀ ਦੋਨਾਂ ਦੀ ਗੱਲ ਤੋਂ ਬਾਅਦ ਕੋਈ ਕਹਿ ਦੇਣ ਕਿ ਮਨਵੀਰ ਸਿੰਘ ਵੀ ਜਾਂ ਇਹ ਸਤਿਕਾਰ ਕਮੇਟੀ ਵੀ ਬਾਦਲਾਂ ਨਾਲ ਰਲੀ ਆ ਜੀ, ਫਲਾਨਾ ਧਮਕੜਾ, ਉਹ ਆਪਾਂ ਨੂੰ ਕੋਈ ਇਸ ਗੱਲ ਦੀ ਕੋਈ ਟੈਨਸ਼ਨ ਨਹੀਂ ਹੈਗੀ, ਕਿਉਂਕਿ ਜਿਹੜੀ ਗੱਲ ਉਹਨਾਂ ਨੇ ਮੀਡੀਆ ਵਿੱਚ ਪਾਈ ਆ ਆਪਾਂ ਉਹ ਬੋਲ ਕੇ ਦੱਸ ਰਹੇ ਹਾਂ। ਠੀਕ ਹੈ। ਉਸ ਸੁਖਬੀਰ ਬਾਦਲ ਨੇ ਇਹ ਗੱਲ ਕਹੀ ਕਿ ਛਪਵਾਈ ਦੀ ਬਿਲਕੁਲ ਹੀ ਇਜਾਜ਼ਤ ਨਹੀਂ। ਕਹਿਣ ਦੇ ਬਾਵਜੂਦ ਵੀ ਉਹਨਾਂ ਨੇ ਉੱਥੇ ਛਾਪੇ। ਆਪਾਂ ਮੈਂ ਵੀ ਕੈਨੇਡਾ ਵਿੱਚ ਜਾ ਕੇ ਆਇਆ, ਗੁਰੂ ਘਰਾਂ ਦੇ ਦਰਸ਼ਨ ਵੀ ਕੀਤੇ ਆ। ਹਰੇਕ ਗੁਰਦੁਆਰਾ ਸਾਹਿਬ ਵਿੱਚ ਜਿੰਨੇ ਸਤਿਗੁਰ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਲੋੜ ਹੈ ਉਹ ਤੋਂ ਬਹੁਤੇ ਸਰੂਪ ਹੈ। ਪਰ ਜੇ ਅਸੀਂ ਇਹ ਫੈਸ਼ਨ ਬਣਾ ਲਿਆ, ਇੱਕ ਬਹੁਤ ਉੱਚ ਪੱਧਰੀ ਅਹੁਦੇ ਤੇ ਬੈਠੇ ਬੰਦੇ ਦੇ ਨਾਲ ਦਿੱਲੀ ਕਮੇਟੀ ਦੇ ਵਿੱਚ ਉਹਨਾਂ ਗੱਲ ਹੋਈ, ਉਹ ਬੈਲਜੀਅਮ ਇੱਧਰ ਹਾਂਗਕਾਂਗ ਦੇ ਵਿੱਚ ਉਹ ਸੇਵਾ ਕਰਨ ਵੀ ਜਾਂਦੇ ਆ ਜੀ। ਉਹ ਦੱਸਦੇ ਕਿ ਉੱਥੇ 2 ਜਾਂ 5 ਸਾਲ ਤੋਂ ਵੱਧ ਸਰੂਪ ਉਹ ਰੱਖਦੇ ਨਹੀਂ। ਉਹ ਸਰੂਪ ਅਗਨ ਲਈ ਭੇਜ ਦਿੰਦੇ ਆ ਤੇ ਹੋਰ ਨਵੇਂ ਸਰੂਪ ਉਹ ਲੈਂਦੇ ਆ। ਅੱਛਾ ਜੀ। ਇਹ ਸਾਹਿਬ ਜੀ ਇੱਥੇ ਆ ਮੁੱਢ, ਆ ਬੇਅਦਬੀ ਦਾ ਮੁੱਢ ਕਿ ਨਾਲ ਆਪਾਂ ਆਪਣੇ ਬਾਪ ਨੂੰ ਰੱਖ ਕੇ ਕਹਿ ਦਈਏ ਕਿ ਤੂੰ ਹੁਣ ਚੱਲ ਤਾਂ ਬਾਪ ਹੋਰ ਲੈ ਕੇ ਆਉਣਾ, ਮਾਂ ਹੋਰ ਲੈ ਕੇ ਆਉਣੀ, ਜਾਂ ਪਰਿਵਾਰਕ ਮੈਂਬਰ ਕੋਈ ਬਦਲਦੇ ਆ। ਏਦਾਂ ਆਪਾਂ ਏਦਾਂ ਹੀ ਇਹ ਜਿਹੜਾ ਟ੍ਰੈਂਡ ਚੱਲ ਪਿਆ ਨਾ ਕਿ ਗੁਰੂ ਸਾਹਿਬ ਜੀ ਇੱਥੇ, ਅਸੀਂ ਵੀ ਜਦੋਂ ਸੇਵਾ ਕਰਦੇ ਆ ਸਾਡੇ ਕੰਨਾਂ ਦੇ ਵਿੱਚ ਇਹ ਗੱਲਾਂ ਪੈਂਦੀਆਂ, ਫੋਨ ਤੇ ਲੋਕੀ ਇਹ ਗੱਲ ਕਰਕੇ ਪੁੱਛਦੇ ਕਿ ਸਾਨੂੰ ਇਸ ਰੰਗ ਦਾ ਅੰਗਾਂ ਦਾ ਰੰਗ ਹੋਵੇ, ਏਦਾਂ ਦੇ ਅੰਗਾਂ ਦੀ ਛਪਵਾਈ ਹੋਵੇ, ਏਦਾਂ ਦੀ ਜਲਦ, ਏਦਾਂ ਮੇਡ ਟੂ ਮੇਜਰ ਚਾਹੁੰਦੇ ਹਰੇਕ, ਜਿੱਦਾਂ ਦਾ ਸਾਨੂੰ ਗੁਰੂ ਸਾਹਿਬ ਜੀ ਚਾਹੀਦੇ ਦੇਖਣ ਨੂੰ ਉਦਾਂ ਦੇ ਹੋਣੇ ਚਾਹੀਦੇ। ਇੱਥੋਂ ਪਤਾ ਲੱਗਦਾ ਕਿ ਨਾ ਤਾਂ ਉਹਨਾਂ ਦਾ ਬਾਣੀ ਨਾਲ ਕੋਈ ਲੈਣ ਦੇਣ ਆ, ਨਾ ਸਤਿਗੁਰ ਸਾਹਿਬ ਜੀ ਦੀ ਬਖਸ਼ਿਸ਼ ਨੂੰ ਉਹ ਆਪਣੇ ਅੰਦਰ ਢਾਲਣਾ ਚਾਹੁੰਦੇ ਆ, ਨਾ ਗੁਰੂ ਸਾਹਿਬ ਜੀ ਦੇ ਪਾਵਨ ਸਤਿਕਾਰ ਵੱਲ ਨੂੰ ਉਹ ਇੱਕ ਕਦਮ ਵੀ ਪੱਟਣਾ ਚਾਹੁੰਦੇ ਆ। ਐਸੀ ਗੱਲ ਨਾਲ ਰਿਲੇਟਡ ਮੈਂ ਗੱਲ ਦੱਸਦਾ, ਸੋਲੀਹਲ ਵਿੱਚੋਂ ਉਹਨਾਂ ਨੇ ਸਾਨੂੰ ਫੋਨ ਕੀਤਾ ਸਤਿਗੁਰ ਸਾਹਿਬ ਜੀ ਦੇ ਪਾਵਨ ਸਰੂਪ ਲਿਜਾਣ ਵਾਸਤੇ। ਮੇਰਾ ਖਿਆਲ ਹੈ ਤੁਹਾਡੇ ਚੈਨਲ ਤੇ ਪਹਿਲਾਂ ਵੀ ਗੱਲ ਕੀਤੀ ਸੀ। ਹਾਂਜੀ। ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਉਹਨਾਂ ਨੇ ਕਿਹਾ ਕਿ ਸਾਡੇ ਘਰੋਂ ਲੈ ਜਾਓ। ਅਸੀਂ ਲੈਣ ਚਲੇ ਗਏ ਤੇ ਉਹ ਭਾਈ ਸਾਹਿਬ ਜੀ ਘਰ ਘੱਟ ਤੋਂ ਘੱਟ 1.5-2 ਮਿਲੀਅਨ ਪਾਉਂਡ ਦਾ ਹੋਊਗਾ। ਅੱਛਾ ਜੀ। 1 ਲੱਖ ਪਾਉਂਡ ਦਾ ਹੋਊਗਾ ਉਹ ਘਰ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਉਹਨਾਂ ਨੇ ਪੈਂਟਰੀ ਦੇ ਵਿੱਚ ਸਤਿਗੁਰਾਂ ਦੇ ਸਰੂਪ ਸੁਭਾਇਮਾਨ ਕੀਤੇ, ਪੀੜਾ ਸਾਹਿਬ ਦੇ ਉੱਤੇ। ਨਵਖਾਸਨ ਉੱਥੇ ਕੋਈ ਮਹਾਰਾਜ ਸਾਹਿਬ ਦਾ ਪ੍ਰਕਾਸ਼ ਹੋਣ ਨੂੰ ਅਰਦਾਸ ਕਰਨ ਵੀ ਤੁਸੀਂ ਧੌਣ ਸਿੱਧੀ ਕਰਕੇ ਖੜ ਨਹੀਂ ਸੀ ਸਕਦੇ ਜਿੱਥੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਨੇ। ਇਹ ਸਾਡੇ ਲੋਕਾਂ ਨੇ ਮੁੱਲ ਗੁਰੂ ਸਾਹਿਬ ਜੀ ਦਾ ਜਦੋਂ ਮੁੱਲ ਬਣਾਤਾ ਨਾ, ਉਦੋਂ ਇਹ ਹੋ ਗਿਆ। ਆਪਾਂ ਬੇਨਤੀ ਜਿਹੜੀ ਪਹਿਲਾਂ ਮੈਂ ਉੱਥੇ ਚੱਲ ਜਾਵਾਂ ਮੁੜ ਕੇ ਚੰਡੀਗੜ੍ਹ ਵਾਲੀ ਮੀਟਿੰਗ ਤੇ, ਉਹਨਾਂ ਨੇ ਕਿਹਾ ਕਿ ਜੇ ਤੁਸੀਂ ਮਹਾਰਾਜ ਸਾਹਿਬ ਜੀ ਦੇ ਪਾਵਨ ਸਰੂਪ ਤੁਹਾਨੂੰ ਲੋੜ ਹੈ ਉੱਥੇ ਕੈਨੇਡਾ ਵਿੱਚ, ਤਾਂ ਤੁਸੀਂ ਚਾਰਟਰ ਪਲੇਨ ਕਰਕੇ ਲੈ ਕੇ ਜਾਓ। ਇਹ ਗੱਲ ਜੇ ਤੁਹਾਨੂੰ ਲੋੜ ਆ, ਪਹਿਲਾਂ ਗੁਰੂ ਘਰਾਂ ਚੋਂ ਪੁੱਛੋ, ਜੇ ਤੁਹਾਨੂੰ ਕਿਹੜੇ ਗੁਰਦੁਆਰਾ ਸਾਹਿਬ ਉਹਦੀ ਲਿਸਟ ਤਾਂ ਤਿਆਰ ਕਰੋ, ਉਹਨੂੰ ਦੇ ਸਾਹਮਣੇ ਤਾਂ ਲੈ ਕੇ ਜਾਓ ਕਿ ਸੱਚੀ ਇਸ ਗੁਰਦੁਆਰਾ ਸਾਹਿਬ ਲੋੜ ਆ। ਇੱਥੇ ਵੀ ਆਪਾਂ ਤੁਹਾਨੂੰ ਕਹਿੰਦੇ ਕਿ ਜੇ 228 ਗੁਰਦੁਆਰਾ ਸਾਹਿਬਾਂ ਵਿੱਚ 3000 ਸਰੂਪ ਪਏ ਆ। ਜਦੋਂ ਗੁਰੂ ਸ੍ਰੀ ਅਕਾਲ ਤਖਤ ਸਾਹਿਬ ਦੇ ਇੱਥੇ ਕਾਰਜਕਾਰੀ ਜਥੇਦਾਰ ਭਾਈ ਹਰਪ੍ਰੀਤ ਸਿੰਘ ਆਏ ਸੀ, ਅਸੀਂ ਉਹਨਾਂ ਨੂੰ ਉਦੋਂ ਵੀ ਬੇਨਤੀ ਕੀਤੀ ਸੀ ਕਿ ਅਸੀਂ ਪੂਰੀ ਜ਼ਿੰਮੇਵਾਰੀ ਇਸ ਗੱਲ ਦੀ ਲੈਂਦੇ ਹਾਂ ਕਿ ਜੇ ਕਿਤੇ ਵੀ ਪਾਵਨ ਸਰੂਪਾਂ ਦੀ ਲੋੜ ਪਊਗੀ ਅਸੀਂ ਉੱਥੇ ਸਤਿਗੁਰ ਸਾਹਿਬ ਜੀ ਦੇ ਪਾਵਨ ਸਰੂਪ ਲੈ ਕੇ ਵੀ ਜਾਵਾਂਗੇ, ਜਿਹਨਾਂ ਸੇਵਾ ਹੋਣ ਵਾਲੀ ਹੋਊਗੀ ਉਹਨਾਂ ਨੂੰ ਲੈ ਕੇ ਵੀ ਆਵਾਂਗੇ। ਠੀਕ ਆ। ਇਹ ਇਦਾਂ ਦਾ ਸਾਈਕਲ ਚੱਲਣਾ ਚਾਹੀਦਾ, ਨਹੀਂ ਤਾਂ ਆਪਾਂ ਨੂੰ ਬਹੁਤ ਸੌਖਾ ਹੈ ਜੀ। 1600 ਰੁਪਏ ਦੇ ਉਹਨਾਂ ਨੇ ਮੁੱਲ ਰੱਖਿਆ ਇੰਡੀਆ ਪੰਜਾਬ 'ਚ, 1600 ਰੁਪਏ ਦਾ ਸਤਿਗੁਰ ਸਾਹਿਬ ਜੀ ਦੇ ਸਰੂਪ ਉਹ ਦੇ ਦਿੰਦੇ ਆ। ਇਹ ਗੱਲ ਸਾਡੇ ਲਈ ਬਹੁਤ ਸ਼ਰਮ ਵਾਲੀ ਗੱਲ ਆ ਕਿ ਗੁਰੂ ਸਾਹਿਬ ਜੀ ਦਾ ਆਪਾਂ ਹੋਣਾ ਤਾਂ ਇਹ ਚਾਹੀਦਾ ਕਿ ਗੁਰੂ ਸਾਹਿਬ ਜੀ ਦੇ ਦਰਸ਼ਨ ਭੇਟਾ ਹੀ ਲੱਖਾਂ ਵਿੱਚ ਹੋਵੇ, ਕੋਈ ਵੀ ਨਹੀਂ ਪਿੰਡਾਂ ਤੋਂ ਲੈਣਾ ਹੋਵੇ। ਆਪਾਂ ਪਹਿਲਾਂ ਵੀ ਗੱਲ ਕਰਦੇ ਰਹੇ ਹਾਂ। ਸੋ ਭਾਈ ਸਾਹਿਬ ਮਲਕ ਸਾਹਿਬ ਨੇ ਉਹਨਾਂ ਨੇ ਆਪਣੀ ਜਿੱਦ ਪਗਾਉਣ ਵਾਸਤੇ ਉਹਨਾਂ ਲੋਕਾਂ ਨੇ ਉੱਥੇ ਕਿਸੇ ਨਾਲ ਨਹੀਂ ਤਾਂ ਗੁਰਦੁਆਰਾ ਸਾਹਿਬ ਵਾਲੇ ਕਿਉਂ ਉਹਨਾਂ ਦੀ ਮਸ਼ੀਨ ਵੀ ਪੱਟ ਕੇ ਲੈ ਗਏ, ਕਿਉਂ ਉਹ ਸਾਰਾ ਕੁਛ ਉਹਨਾਂ ਦਾ ਡਾਟਾ ਵੀ ਸਾਰਾ ਲੈ ਗਏ, ਨਾਲ
ਤੇ ਉਹਨਾਂ ਨੇ ਸਿਆਣੇ ਬਿਆਣੇ ਸਿੰਘ ਆ, ਉਹ ਕਾਫੀ ਪਹਿਲਾਂ ਤੋਂ ਐਕਟਿਵ ਵੀ ਆ, ਤੇ ਉਹ ਮੀਡੀਆ ਵਿੱਚ ਜਾਂ ਵੀਡੀਓ ਵਿੱਚ ਬੋਲ ਰਹੇ ਆ ਕਿ ਸ਼ਾਇਦ 15 ਜਾਂ 20 ਸਰੂਪ ਅਸੀਂ ਪ੍ਰਿੰਟ ਕੀਤੇ ਆ, ਤੇ ਵਾਹਿਗੁਰੂ 69 ਸਰੂਪ ਕਿੱਥੋਂ ਆਏ ਆ? ਝੂਠ ਕਿੱਥੇ ਤੱਕ ਬੋਲਾਂਗੇ ਅਸੀਂ ਗੁਰੂ ਸਾਹਿਬ ਜੀ ਦੇ, ਗੁਰੂ ਸਾਹਿਬ ਜੀ ਦੀ ਬੇਅਦਬੀ ਕਰਨ ਨੂੰ ਅਸੀਂ ਕਿੱਥੇ ਤੱਕ ਗਿਰਾਂਗੇ, ਹੋਰ ਥੱਲੇ ਜਾਵਾਂਗੇ। ਉਹੀ ਗੱਲ ਮੈਂ ਪਹਿਲਾਂ ਵੀ ਮਨਵੀਰ ਸਿੰਘ ਕੀਤੀ ਸੀ ਵੀ ਜਿਹੜੇ ਸਿੱਖੀ ਸਰੂਪ 'ਚ ਸਿੱਖ ਸੰਘਰਸ਼ ਨਾਲ ਜੁੜੇ ਹੋਏ, ਜਿਹੜੇ ਇਹ ਲੋਕ ਕਹਿੰਦੇ ਆ ਕਿ ਅਸੀਂ ਸੰਤ ਜਰਨੈਲ ਸਿੰਘ ਪਿੰਡਾਂ ਦੀ ਸੋਚ ਨਾਲ ਜੁੜੇ ਹੋਏ ਆ, ਇਹ ਜਿਹੜੇ ਤੁਸੀਂ ਗੱਲ ਕਰਦੇ ਰਿਪਦਮਨ ਸਿੰਘ ਦੀ, ਉਹਨਾਂ ਦਾ ਵੀ ਖਾਲਿਸਤਾਨ ਮੂਵਮੈਂਟ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ। ਹੁਣ ਭਾਵੇਂ ਉਹ ਚਲੋ ਥੋੜਾ ਜਿਹਾ ਮੂਵਮੈਂਟ ਨੂੰ ਛੱਡ ਕੇ ਆਪਣੇ ਤਰੀਕੇ ਨਾਲ ਵੱਖਰੇ ਨਾਲ ਵਿਚਰਨ ਲੱਗ ਗਏ ਆ, ਪਰ ਉਹਨਾਂ ਦਾ ਨਾਂ ਰਿਹਾ ਮਤਲਬ ਕਾਫੀ ਵੱਡਾ ਨਾਂ ਰਿਹਾ ਆ। ਤੇ ਜੇ ਇਹੋ ਜਿਹੇ ਬੰਦੇ ਮਤਲਬ ਉਹ ਹੀ ਨਹੀਂ ਆਖੇ ਲੱਗ ਰਿਹਾ, ਤਾਂ ਆਮ ਬੰਦੇ ਨੂੰ, ਵਿਅਕਤੀ ਨੂੰ ਕਿੱਦਾਂ ਮਤਲਬ ਤੁਸੀਂ ਵੀ ਕਹੋਗੇ ਵੀ ਤੂੰ ਸਤਿਕਾਰ ਕਰ? ਜਦੋਂ ਨਾ ਜੀ ਸਤਿਗੁਰ ਸਾਹਿਬ ਮਹਾਰਾਜ ਸਾਹਿਬ ਜੀ ਦੀ ਜਿਸ ਨੂੰ ਆਪ ਖੁਆਏ ਕਰਤਾ ਖੁਸ ਲੈ ਚੰਗਿਆਈ, ਹਾਂ, ਉਦੋਂ ਤੁਹਾਡੇ ਵਿੱਚੋਂ ਵਡਿਆਈ ਵਾਲੀਆਂ ਚੰਗੀਆਂ ਚੀਜ਼ਾਂ ਮਹਾਰਾਜ ਸਾਹਿਬ ਜੀ ਕੱਢ ਲੈਂਦੇ ਆ, ਤਾਂ ਤੁਹਾਡੇ ਤੋਂ ਬੁਰੇ ਕੰਮ ਕਰਾਉਂਦੇ ਆ, ਤੇ ਬੁਰੇ ਕੰਮ ਹੋ ਵੀ ਰਹੇ ਆ। ਕਿਵੇਂ ਸਾਹਿਬ ਜੀ ਨੂੰ ਇੰਗਲੈਂਡ ਵਿੱਚ ਟੈਚੀ ਵਿੱਚ ਪਾ ਕੇ ਲਿਆਂਦਾ ਗਿਆ, ਜਦੋਂ ਆਪਾਂ ਚੱਕਦੇ ਆ ਤਾਂ ਉਹ ਜਥੇਬੰਦੀਆਂ ਵਾਲੀ ਗੱਲ ਬਣ ਜਾਂਦੀ ਆ। ਇਹੀ ਤਾਂ ਇਹ ਆ ਬੇਅਦਬੀ ਦਾ ਕਾਰਨ, ਜਿਹੜਾ ਤੁਸੀਂ ਪੁੱਛਿਆ ਸੀ ਵੀ ਕਾਰਨ ਹੈ ਕਿ ਇਹ ਕਾਰਨ ਆ ਜਦੋਂ ਅਸੀਂ ਕਰਦੇ ਆ। ਸੋ ਇਹ ਆਪਾਂ ਹੋਰ ਵੀ ਗਾਂ ਖਲਾਸੇ ਕਰਨੇ ਜੀ। ਸ਼੍ਰੋਮਣੀ ਆਪਾਂ ਕੈਨੇਡਾ ਵਾਲੀ ਗੱਲ ਕੀਤੀ ਆ, ਉਹ ਦੇ ਸਿੰਘਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ, ਸਤਿਗੁਰ ਸਾਹਿਬ ਜੀ ਦੇ ਪਾਵਨ ਸਰੂਪ ਲੈ ਕੇ ਗਏ ਆ। ਠੀਕ ਹੈ। ਇਦਾਂ ਹੀ ਸ਼੍ਰੋਮਣੀ ਕਮੇਟੀ ਵਿੱਚ ਜਿਹੜੇ ਆਪਣੇ ਕੋਲ ਜਿੱਦਾਂ ਦਾ ਹੈ ਹਿਸਾਬ ਕਿਤਾਬ, ਜਿੰਨੀ ਜਾਣਕਾਰੀ ਹੈ, ਜਿਵੇਂ ਉਹ ਲਗਾਤਾਰ ਛਾਪ ਰਹੇ ਆ, ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਇਸ ਚੀਜ਼ ਨੂੰ। ਇਦਾਂ ਨਹੀਂ ਕੋਈ ਨੱਠ ਭੱਜ ਨਹੀਂ, ਜਦੋਂ ਮਰਜੀ ਉਹ ਸਾਨੂੰ ਫੋਨ ਲੈਣ ਜਾਂ ਸਾਨੂੰ ਸੱਦ ਲੈਣ, ਅਸੀਂ ਇਸ ਗੱਲ ਨੂੰ ਦਾਅਵੇ ਨਾਲ ਉਹਨਾਂ ਦੇ ਸਾਹਮਣੇ ਰੱਖ ਸਕਦੇ ਹਾਂ ਕਿ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਉਹ ਬੇਲੋੜੀ ਛਪਵਾਈ ਕਰ ਰਹੇ ਆ, ਤੇ ਉਹ ਸੰਸਥਾ ਨੂੰ ਇੱਕਦਮ ਚ ਰੁਕਣਾ ਚਾਹੀਦਾ ਆ। ਖੜੇ ਪੈਰ ਇਸ ਚੀਜ਼ ਤੇ ਰੋਕ ਲਾ ਦੇਣੀ ਚਾਹੀਦੀ ਕਿ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅਸੀਂ ਛਾਪਣਾ ਨਹੀਂ। ਜਿਹੜੇ ਪਹਿਲੇ ਸਰੂਪ ਆ, ਜਿੰਨਾ ਖਰਚਾ ਨਵੇਂ ਸਰੂਪਾਂ ਨੂੰ ਛਾਪਣ ਦੇ ਕਰ ਰਹੇ, ਪਹਿਲੇ ਸਰੂਪਾਂ ਨੂੰ ਸਾਂਭਣ ਦੇ ਕਾਰਨ ਉਹਨਾਂ ਖਰਚਾ ਮੇਰੇ ਖਿਆਲ ਭਾਈ ਅਮਰੀਕ ਸਿੰਘ ਜੀ ਅਜਨਾਲਾ ਦਾ ਅੱਜ ਬਿਆਨ ਆਇਆ ਵੀ ਅਗਲੇ 5 ਸਾਲ ਜੇ 50 ਸਾਲ ਅਗਲੇ 50, ਹਾਂਜੀ 50 ਸਾਲ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾ ਛਾਪੇ ਜਾਣ। ਇਹੀ ਗੱਲ ਆਪਾਂ ਵੀ ਆਪ ਜੀ ਨੂੰ ਚੇਤਾ ਹੋ ਜਥੇਦਾਰ ਜੀ, ਆਪਾਂ ਕਰਦੇ ਨੇ ਕਿ ਇੰਗਲੈਂਡ ਵਿੱਚ ਅਗਲੇ 100 ਸਾਲ ਸਾਨੂੰ ਇੱਕ ਵੀ ਮਹਾਰਾਜ ਜੀ ਦੇ ਪਾਵਨ ਸਰੂਪ ਦੀ ਲੋੜ ਨਹੀਂ, ਸਰੂਪ ਸਾਂਭੇ ਜਾਣਗੇ। ਇਹੀ ਸਰੂਪ ਜੇ ਕਿਸੇ ਨੂੰ ਲੱਗਦਾ ਹੈ ਨਾ ਜੀ ਇਹ ਆਪਾਂ ਹੋਰ ਤਰ੍ਹਾਂ ਕਰਦੇ ਕਿ ਕੋਈ ਹੋਰ ਗੱਲ ਕਰਦੇ ਆ, ਸੱਚਾਈ ਨਹੀਂ, ਤੇ ਜਦੋਂ ਮਰਜ਼ੀ ਗੁਰਦੁਆਰਾ ਬਾਬਾ ਸੰਗ ਜੀ ਸਮੈਦਿਕ ਬਰਮਿੰਘਮ ਦੇ ਵਿੱਚ ਆ ਕੇ ਜਿਹੜੇ ਮਰਜ਼ੀ ਇੱਥੇ ਯੂਕੇ ਯੂਰਪ ਦੇ ਕੋਈ ਵੀ ਸਿੰਘ, ਕੋਈ ਸਿੰਘਣੀ, ਕੋਈ ਬੀਬੀ, ਕੋਈ ਆ ਕੇ ਦਰਸ਼ਨ ਕਰ ਸਕਦੇ ਕਿ ਇੱਥੇ ਸੇਵਾਵਾਂ ਕਿੱਦਾਂ ਹੋ ਰਹੀਆਂ ਤੇ ਕਿਵੇਂ ਸਤਿਗੁਰ ਸਾਹਿਬ ਜੀ ਦੇ ਪੁਰਾਣੇ ਸਰੂਪਾਂ ਨੂੰ ਨਵੇਂ ਸਰੂਪਾਂ ਦੀ ਦਿੱਖ ਵਿੱਚ ਲਿਆਂਦਾ ਜਾਂਦਾ। ਪਰ ਉੱਥੇ ਘਾਟ ਫਿਰ ਉਹ ਸਿੱਖੀ ਦੀ ਦਿੱਖ ਵਾਲੀ ਬਣ ਜਾਂਦੀ, ਜਿਨ੍ਹਾਂ ਲੋਕਾਂ ਨੇ ਸੰਸਥਾਵਾਂ ਕੋਲ ਜੋ ਗੁਰੂ ਸਾਹਿਬ ਜੀ ਨੇ ਚਲਾਈਆਂ ਟਕਸਾਲਾਂ ਕੋਲ ਸੰਥਿਆ ਨਹੀਂ ਕੀਤੀ, ਕੋਈ ਸਿੱਖਿਆ ਨਹੀਂ ਲਈ ਸਤਿਗੁਰ ਸਾਹਿਬ ਜੀ ਨੂੰ ਪ੍ਰਕਾਸ਼ ਕਿਵੇਂ ਕਰਨਾ। 95% ਗੁਰੂ ਘਰ ਦੇ ਗ੍ਰੰਥੀ ਸਿੰਘਾਂ ਨੂੰ ਸਤਿਗੁਰ ਸਾਹਿਬ ਜੀ ਦੇ ਰਮਾਲੇ ਨਹੀਂ ਲਾਉਣੇ ਆਉਂਦੇ। ਇਹ ਗੱਲ ਦਾ ਅਸੀਂ ਸਰੂਪਾਂ ਨੂੰ ਦਰਸ਼ਨ ਕਰਕੇ ਤੁਹਾਨੂੰ ਦੱਸ ਸਕਦੇ ਕਿ ਇਸ ਗੁਰੂ ਘਰ ਦੇ ਗ੍ਰੰਥੀ ਨੂੰ ਰਮਾਲੇ ਲਾਉਣੇ ਆਉਂਦੇ ਕਿ ਨਹੀਂ ਆਉਂਦੇ। ਅਸੀਂ ਉਹਨਾਂ ਦੀ ਵੀਡੀਓ ਦੇਖਾਂਗੇ, ਅਸੀਂ ਉਹਨਾਂ ਨੂੰ ਪ੍ਰਤੱਖ ਸੇਵਾ ਕਰਦੇ ਨਹੀਂ ਦੇਖਾਂਗੇ, ਸਿਰਫ ਸਰੂਪਾਂ ਦੇ ਦਰਸ਼ਨ ਕਰਕੇ ਦੱਸ ਸਕਦੇ ਹਾਂ ਕਿ ਇਸ ਗ੍ਰੰਥੀ ਸਿੰਘਾਂ ਨੂੰ, ਇਸ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘਾਂ ਨੂੰ ਮਹਾਰਾਜ ਸਾਹਿਬ ਦੀ ਸੇਵਾ ਦੀ ਜਾਂਚ ਹੈ ਕਿ ਨਹੀਂ ਹੈ। ਸੋ ਇਹੀ ਸਾਡੀ ਘਟੀਆ ਸੋਚ ਬਣ ਗਈ ਕਿ ਅਸੀਂ ਫ੍ਰੀ ਦੀਆਂ ਰੋਲਾਂ ਵਾਲੇ, ਚਾਹੇ ਉਹ ਬੀਬੀਆਂ ਆ, ਚਾਹੇ ਉਹ ਸਿੰਘ ਆ, ਕੋਈ ਜਿਹੜੇ ਸਾਨੂੰ ਲੱਗਦਾ ਕਿ ਇਹਨਾਂ ਨੇ ਫ੍ਰੀ ਦੀ ਰੋਲ ਲਾ ਜਾਣੀ, 10 ਜਾਂ 12 ਪਾਉਂਡ ਗੁਰੂ ਘਰ ਨੂੰ ਵੱਜ ਜਾਣੇ ਆ, ਉਹਦੇ ਨਾਲ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਬਹੁਤ ਦਿੱਕਤ, ਪਰੇਸ਼ਾਨੀ, ਖੇਚਲ ਆਉਂਦੀ ਆ, ਜਿਹਨੂੰ ਆਪਾਂ ਕਹਿੰਦੇ ਕਿ ਦੁੱਖ ਮਿਲਦਾ ਆ। ਗੁਰੂ ਸਾਹਿਬ ਨੂੰ ਪਾੜ ਦਿੰਦੇ ਆ। ਗੁਰੂ ਸਾਹਿਬ ਜੀ ਦੇ ਭਾਈ ਸਾਹਿਬ ਅਸੀਂ ਤੁਹਾਡੇ ਚੈਨਲ ਤੇ ਦੱਸਣ ਲੱਗੇ ਕਿ ਨੱਕ ਦੇ ਚੂਹੇ ਤੱਕ, ਗੰਦਾ ਤੱਕ ਗੁਰੂ ਸਾਹਿਬ ਜੀ ਦੇ ਉੱਪਰ ਪਿਆ ਦੇਖਿਆ। ਵਾਹਿਗੁਰੂ। ਸਾਡਾ ਇੰਗਲੈਂਡ ਵਿੱਚ ਅਸੀਂ ਕਹਿੰਦੇ ਕਿ ਬਹੁਤ ਸਾਫ਼ ਸੁਥਰੀ ਕੰਟਰੀ ਆ ਜੀ, ਇੱਥੇ ਤਾਂ ਮਿੱਟੀ ਉੜਦੀ ਵੀ ਦੀਦੀ ਆ। ਇੱਥੇ ਜੇ ਇਹ ਹਾਲਾਤ ਆ ਤਾਂ ਅਸੀਂ ਬਾਕੀ ਹੋਰ ਦੇਸ਼ ਦੇ ਵਿੱਚ ਅਸੀਂ ਕਿੱਦਾਂ ਉਹਨੂੰ ਦੇਖ ਲਵਾਂਗੇ, ਗੁਰੂ ਸਾਹਿਬ ਜੀ ਦਾ ਕਿਵੇਂ ਸਤਿਕਾਰ ਹੁੰਦਾ ਹੋਊਗਾ। ਸੋ ਜਿਵੇਂ ਸ਼੍ਰੋਮਣੀ ਕਮੇਟੀ ਦੀ ਗੱਲ ਕੀਤੀ ਆ, ਉੱਥੇ ਆਪਾਂ ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹ ਛਪਵਾਈ ਨੂੰ ਬੰਦ ਕਰ ਦੇਣ। ਜਿਹੜੇ ਅੱਜ ਉਹਨਾਂ ਨੇ ਮੀਟਿੰਗ ਕਰਕੇ ਖੁਲਾਸੇ ਕੀਤੇ, ਇਹ ਹਲੇ ਬਹੁਤ ਛੋਟੇ ਲੈਵਲ ਦੇ ਆ, ਇਹਦੇ ਵਿੱਚੋਂ ਬਹੁਤ ਕੁਝ ਵੱਡਾ ਨਿਕਲਣਾ, ਜਿਹੜਾ ਆਪਾਂ ਥੋੜਾ ਜਿਹਾ ਜਿੰਨੀ ਆਪਾਂ ਨੂੰ ਜਾਣਕਾਰੀ ਅਸੀਂ ਤੁਹਾਨੂੰ ਉਹ ਦੱਸਾਂਗੇ, ਮੈਂ ਦੱਸੂਗਾ ਅੱਗੇ। ਹਾਂਜੀ। ਸੋ ਏਦਾਂ ਹੀ ਦਿੱਲੀ ਸ਼੍ਰੋਮਣੀ ਕਮੇਟੀ ਦੇ ਨਾਲ ਹੀ ਦਿੱਲੀ ਕਮੇਟੀ ਆ, ਸਾਡੇ ਕੋਲ ਸਬੂਤ ਹੈ ਇਸ ਗੱਲ ਦਾ ਕਿ ਉਹਨਾਂ ਨੇ ਦਸੰਬਰ 2016 ਵਿੱਚ 7000 ਮਹਾਰਾਜ ਜੀ ਦੇ ਸਰੂਪ ਛਾਪੇ। 7000 ਲੋੜ ਸੀਗੀ ਉਹਨਾਂ ਦੀ ਛਾਪਣ ਦੀ। ਨਹੀਂ, ਮੈਂ ਤੁਹਾਨੂੰ ਉਹੀ ਦੱਸਣ ਲੱਗਾ ਕਿ ਹਲੇ ਕਈ ਹਜ਼ਾਰ ਸਰੂਪ ਉਹਨਾਂ ਕੋਲ ਗਿਣਤੀ ਨਹੀਂ ਵੀ ਕਿੰਨੇ ਉਹਨਾਂ ਕੋਲ ਗੋਦਾਮ
ਵਾਹਿਗੁਰੂ ਉਹਨਾਂ ਨੇ ਲਫ਼ਜ਼ ਕਰਦੇ ਸੀ ਗੋਦਾਮ ਵਿੱਚ ਪਏ, ਅੱਛਾ ਜੀ, ਗੁਰੂ ਸਾਹਿਬ ਜੀ ਪਏ ਗੋਦਾਮ ਵਿੱਚ ਪਏ। ਉਹ ਸਾਡੇ ਤੇ, ਅਸੀਂ ਕਹਿੰਦੇ ਸਾਡੇ ਤੇ ਕੇਸ ਕਰਨ, ਸਾਨੂੰ ਕਹਿਣਗੇ ਤੁਸੀਂ ਝੂਠ ਬੋਲਦੇ, ਤਾਂ ਕਿ ਅਸੀਂ ਉਹਨਾਂ ਬਾਰੇ ਦੱਸੀਏ। ਇਹ ਮਨਜੀਤ ਸਿੰਘ ਜੀਕੇ ਨਾਲ ਵੀ ਦੱਸ ਦੀ ਗੱਲ ਫੋਨ ਤੇ ਹੋਈ, ਉਹ ਇੱਥੇ ਆਏ, ਉਹਨਾਂ ਨੇ ਉਦੋਂ ਵੀ ਬੇਨਤੀ ਕੀਤੀ ਸੀ ਕਿ ਏਦਾਂ ਦੀ ਮਸ਼ੀਨ ਨਾ ਲਾਓ ਜਿਹੜੀ ਗੁਰੂ ਸਾਹਿਬ ਜੀ ਨੂੰ ਏਦਾਂ ਲਾ ਲਓ ਕਿ ਇੰਨੀ ਗਿਣਤੀ ਦੇ ਵਿੱਚ ਗੁਰੂ ਸਾਹਿਬ ਜੀ ਦੇ ਸਰੂਪ ਛਾਪੇ ਜਾਣ ਕਿ ਮਹਾਰਾਜ ਸਾਹਿਬ ਜੀ ਦੀ ਬੇਕਦਰੀ ਹੋ ਜਾਵੇ। ਮੇਰਾ ਖਿਆਲ ਉਹ ਇੱਥੇ ਬਾਬਾ ਸਿੰਘ ਜਿਹੜਾ ਸੱਚਖੰਡ ਸਾਹਿਬ ਬਣਿਆ, ਇੱਥੇ ਵੀ ਦਰਸ਼ਨ ਵੀ ਕਰਕੇ ਗਏ ਤੁਸੀਂ, ਉਹਨਾਂ ਨਾਲ ਮੀਟਿੰਗ ਵੀ ਕੀਤੀ ਸੀਗੀ, ਦੱਸਿਆ ਵੀ ਸਾਰਾ ਕੁਝ, ਫੇਰ ਵੀ ਆਖੇ ਨਹੀਂ ਲੱਗੇ? ਨਹੀਂ, ਆਖੇ ਨਹੀਂ ਲੱਗੇ ਜੀ। ਉਹਦੇ ਵਿੱਚ ਇਹ ਹੋਇਆ, ਮੈਂ ਤੁਹਾਨੂੰ ਇਹ ਗੱਲ ਮੀਡੀਆ ਦੇ ਵਿੱਚ ਕਹਿਣ ਲੱਗਾ ਕਿ ਪੰਜ ਸਿੰਘਾਂ ਨੇ ਬੜਾ ਦੁਖੀ ਹੋ ਕੇ ਫਿਰ ਜਦੋਂ ਬੇਨਤੀ ਨਹੀਂ ਮੰਨੀ, ਤਾਂ ਫਿਰ ਪੰਜ ਸਿੰਘਾਂ ਨੇ ਸਤਿਗੁਰ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਦੇਗ ਬਣਾ ਕੇ ਅਰਦਾਸ ਕੀਤੀ, ਤੇ ਅੱਜ ਜੀਕੇ ਦੇਖ ਲਿਓ ਕਿੱਥੇ ਤੁਰਿਆ ਫਿਰਦਾ। ਏਦਾਂ ਹੀ ਇੰਦਰ ਸਿੰਘ ਸਰਸੇ ਨੇ ਕੀਤੀ ਸੀ, ਤਾਂ ਉਹਨੂੰ ਦੱਸਿਆ ਸੀ ਕਿ ਇਹ ਚੀਜ਼ ਜੀਕੇ ਨੇ ਕੀਤੀ ਆ, ਜੇ ਤੂੰ ਵੀ ਇਹ ਕਰੂੰਗਾ, ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਿਆਰਾ ਹੋਰ ਕੋਈ ਨਹੀਂ, ਸਾਨੂੰ ਡਰ ਨਹੀਂ ਚਾਹੀਦਾ ਗੁਰੂ ਸਾਹਿਬ ਜੀ ਤੋਂ ਬਗੈਰ। ਜੇ ਤੂੰ ਵੀ ਇਹ ਚੀਜ਼ ਕਰੇਂਗਾ ਤੇ ਹੁਣ ਉਹ ਵੀ ਦੇਖ ਲਿਓ ਤੁਰਿਆ ਫਿਰਦਾ, ਛੱਡ ਗਿਆ, ਉਹ ਵੀ ਪ੍ਰਧਾਨਗੀ ਹੋਰ ਕਿਸੇ ਨੂੰ ਬਣਾ ਗਿਆ, ਜਦੋਂ ਆਊਗਾ ਉਦੋਂ ਦੇਖਿਆ ਜਾਊ। ਪਰ ਉਹਨਾਂ ਨੇ ਵੀ ਮੈਂ ਜਹਦਾਰ ਜੀ ਇਹ ਦੱਸਣ ਲੱਗਾ ਕਿ 7000 ਸਰੂਪ, ਜੇ ਗੁਰਦੁਆਰਾ ਬਾਬਾ ਸੰਘ ਜੀ ਵਿੱਚ 247 ਮਹਾਰਾਜ ਜੀ ਦੇ ਪਾਵਨ ਸਰੂਪ ਹਨ, ਤੇ ਉੱਥੇ 33 ਬਿੱਡਾਂ ਲੱਗੀਆਂ ਆ, ਮਹਾਰਾਜ 33 ਬਿੱਡਾਂ ਲੱਗੀਆਂ ਆ, ਤੇ ਮਹਾਰਾਜ ਸਾਹਿਬ ਜੀ ਦੇ ਸਰੂਪ ਮਸੀਂ ਕਿਤੇ ਸੁਭਾਈਮਾਨ ਹੋਏ ਆ, ਤੇ 7000 ਸਰੂਪ ਕਿੱਦਾਂ ਉਹਨਾਂ ਨੇ ਰੱਖੇ ਹੋਣਗੇ? ਨਹੀਂ, ਉਹ ਤਾਂ ਫਿਰ ਜਿੱਦਾਂ ਤੁਸੀਂ ਕਹਿੰਦੇ ਗੋਦਾਮ ਜੇ ਹੋ ਗਏ, ਜਿੱਦਾਂ ਕਿਤਾਬਾਂ ਪਈਆਂ ਹੁੰਦੀਆਂ, ਇਹੀ ਚੀਜ਼ ਵਾਹਿਗੁਰੂ, ਇਹ ਚੀਜ਼ ਤੇ ਆਪਾਂ ਚਾਹੁੰਦੇ, ਸਾਡਾ ਕਿਸੇ ਨਾਲ ਜ਼ੋਰ ਥੋੜੋ ਆ, ਅਸੀਂ ਕਿਸੇ ਦੀ ਲੱਤ ਥੋੜੋ ਭੰਨ ਦੇਵਾਂਗੇ। ਅਸੀਂ ਤਾਂ ਬੇਨਤੀ ਕਰਦੇ ਹਾਂ, ਹਰੇਕ ਆਹ ਚੈਨਲ ਦੇਖਦਾ ਅੱਜ ਹਰੇਕ ਸਿੰਘ ਆਪਣੇ ਕੰਨਾਂ ਵਿੱਚ ਇਹ ਜ਼ਰੂਰ ਚੀਜ਼ ਪਾਵੇ ਕਿ ਜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦੇ ਆ, ਜੇ ਗੁਰੂ ਗ੍ਰੰਥ ਸਾਹਿਬ ਜੀ ਚਬਰ ਛਤਰ ਤਖਤ ਦੇ ਮਾਲਕ ਆ, ਜੇ ਸਾਡੇ ਮਾਤਾ ਪਿਤਾ ਆ, ਗੁਰੂ ਕੇ ਸਿੰਘੋ ਗਲ ਵਿੱਚ ਪੱਲਾ ਪਾ ਕੇ ਬੇਨਤੀ ਕਰਦੇ ਆ, ਘਰੋਂ ਘਰੀ ਇਹ ਗੱਲ ਪਹੁੰਚਾਓ। ਹਰੇਕ ਕੋਈ ਸ੍ਰੀ ਅਕਾਲ ਤਖਤ ਸਾਹਿਬ ਤੇ ਚਿੱਠੀ ਲੈ ਕੇ ਉਹਨਾਂ ਨੂੰ ਬੇਨਤੀ ਕਰੋ, ਜਿਹੜੇ ਸਾਡੇ ਜ਼ਿੰਮੇਵਾਰ ਸਿੰਘ ਬੈਠੇ ਆ ਤਖਤ ਸਾਹਿਬਾਂ ਤੇ, ਕਿ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਵਾਈ ਬੰਦ ਕਰੋ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪ ਅਗਨ ਭੇਟ ਹੁੰਦੇ ਆ, ਉਹਨਾਂ ਅਗਨ ਕੁੰਡਾਂ ਨੂੰ ਬੰਦ ਕਰ ਦਿਓ, ਸਿੱਖ ਬਚ ਜਾਣਗੇ, ਨਹੀਂ ਤਾਂ ਬਹੁਤ ਬੁਰੀ ਮੌਤ, ਬਹੁਤ ਬੁਰਾ ਹਸ਼ਰ ਹੋਣਾ ਇਦਾਂ ਦੇ ਲੋਕਾਂ ਦਾ ਜਿਹੜੇ ਗੁਰੂ ਸਾਹਿਬ ਜੀ ਨਾਲ ਇੰਨਾ ਧੱਕਾ ਕਰਦੇ ਆ। ਸੋ ਵਾਹਿਗੁਰੂ, ਇਹ ਜਿਹੜੇ ਮੈਂ ਉਹ ਵੀ ਕਲੀਅਰ ਕਰ ਦਵਾਂ ਕਿ ਜਿਹੜੇ ਅੰਗੀਠੇ ਥਾਂ ਦੇ ਜਿੰਨੀ ਸਾਨੂੰ ਜਾਣਕਾਰੀ ਆ, ਗੋਇੰਦਵਾਲ ਸਾਹਿਬ ਉੱਥੇ 2-2 3-3 ਅੰਗ ਜਦ ਕਦੇ ਦਰਸ਼ਨ ਨਹੀਂ ਕਰਦੇ, ਜਿੱਦਾਂ ਆਈ ਜਾਂਦਾ, ਜਿੱਦਾਂ ਪੀਸ ਵਰਕ ਕਰਦੇ ਹੁੰਦੇ, ਇਦਾਂ ਗੁਰੂ ਸਾਹਿਬ ਜੀ ਦੇ ਸਰੂਪ ਅਗਨ ਭੇਟ ਕਰ ਰਹੇ ਆ। ਖਰੜ ਦੇ ਵਿੱਚ, ਲੁਧਿਆਣੇ ਦੇ ਵਿੱਚ, ਤੇ ਦਿੱਲੀ ਵਾਲੇ ਜਿਹੜੇ ਆ ਮਾਤਾ ਭਾਗੋ ਦਲ ਵਾਲੇ, ਉਹ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਉੱਥੋਂ ਘੇ ਘੂ ਲਾ ਕੇ ਲੈ ਕੇ ਜਾਂਦੇ ਆ, ਦੇਹਰਾਦੂਨ ਵਿੱਚ ਅਗਨ ਭੇਟ ਕਰਦੇ ਆ, ਤੇ ਉਹਦੇ ਵਿੱਚ ਵੀ ਬੜੇ ਜ਼ਿੰਮੇਵਾਰ ਬੰਦੇ ਆ। ਦਿੱਲੀ ਦੇ ਵਿੱਚ ਬੜੇ ਬਿਜ਼ਨਸਮੈਨ ਆ ਜਿਹੜੇ ਮੁੱਕਰਦੇ, ਸਾਡੇ ਨਾਲ ਫੋਨ ਤੇ ਗੱਲਾਂ ਕਰਦੇ, ਜਿਹੜੇ ਮੁੱਕਰ ਜਾਂਦੇ ਕਿ ਸਾਡਾ ਕੋਈ ਲੈਣ ਦੇਣ ਨਹੀਂ, ਉਹਨਾਂ ਦੇ ਪੱਕੇ ਸਬੂਤ ਆ ਕਿ ਉਹ ਗੁਰੂ ਸਾਹਿਬ ਜੀ ਨੂੰ ਕਿਵੇਂ ਅਗਨ ਭੇਟ ਕਰਦੇ ਆ, ਤੇ ਸੈਂਕੜਿਆਂ ਦੇ ਹਿਸਾਬ ਨਾਲ ਹੁਣ ਤੱਕ ਗੁਰੂ ਕੇ ਸਿੱਖਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ, ਹਜ਼ਾਰਾਂ ਹੀ ਸਰੂਪ ਗੁਰੂ ਸਾਹਿਬ ਜੀ ਦੇ ਇਹਨਾਂ ਨੇ ਅਗਨ ਭੇਟ ਕਰਦੇ ਆ। ਇੰਨੇ ਅਕਲ ਦੇ ਅੰਨੇ ਆ, ਇਹ ਸੇਵਾ ਰੂਪੀ ਜਿਹੜਾ ਪਾਪ ਕਰਦੇ ਆ, ਇਸ ਪਾਪ ਦੇ ਅਧੀਨ ਇਹਨਾਂ ਨੇ ਹਜ਼ਾਰਾਂ ਸਰੂਪ ਗੁਰੂ ਸਾਹਿਬ ਜੀ ਦੇ ਅਗਨ ਭੇਟ ਕਰ ਦਿੱਤੇ। ਤੇ ਇੰਗਲੈਂਡ ਵਿੱਚ ਗੁਰੂ ਕੇ ਸਿੱਖਾਂ ਨੇ ਅਰਦਾਸ ਕੀਤੀ ਹੈ ਕਿ ਅਸੀਂ ਇੱਕ ਵੀ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਅਗਨ ਭੇਟ ਨਹੀਂ ਹੋਣ ਦੇਣਾ, ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਏਦਾਂ ਹੀ ਸੇਵਾ ਸੰਭਾਲ ਕਰਨੀ ਹੈ। ਸੋ ਸਾਧ ਸੰਗਤ ਜੀ, ਇੱਕ ਨਾਲ ਲੱਗਦਾ ਜਹੇਦਾਰ ਜੀ, ਆਪਾਂ ਤੁਹਾਨੂੰ ਹੋਰ ਇੱਕ ਚੀਜ਼ ਸ਼ੌਕਿੰਗ ਹੈ, ਜਿਹੜੀ ਗੱਲ ਨਾਲ ਦੁੱਖ ਲੱਗੂਗਾ ਹਰੇਕ ਗੁਰੂ ਕੇ ਸਿੱਖ ਨੂੰ। ਦਿੱਲੀ ਸ਼੍ਰੋਮਣੀ ਕਮੇਟੀ ਸਰੂਪ ਸਤਿਗੁਰਾਂ ਦੇ ਛਾਪਦੀ ਆ, ਤੇ ਉਤੋਂ ਸਰੂਪ ਜਾਂਦੇ ਆ ਤਖਤ ਸਾਹਿਬਾਂ ਦੇ ਉੱਤੇ, ਤੇ ਹਜ਼ੂਰ ਸਾਹਿਬ ਦੇ ਖਾਸ ਬੋਰਡ ਦੇ ਖਾਸ ਬੰਦੇ ਟੈਲੀਫੋਨ ਤੇ ਇਹ ਦੱਸ ਰਹੇ ਆ ਕਿ ਅਸੀਂ ਸੂਟਕੇਸ ਵਿੱਚ ਪਾ ਕੇ ਵੀ ਗੁਰੂ ਸਾਹਿਬ ਜੀ ਦਾ ਸਰੂਪ ਦਿੰਦੇ ਆ, ਦਰਬਾਰ ਸਾਹਿਬ ਤੋਂ ਲੈ ਕੇ ਜਾਂਦੇ ਆ, ਸਰੂਪ ਇੱਥੋਂ ਜਾਂਦੇ ਆ ਛਪ ਕੇ। ਅਸੀਂ ਤਾਂ ਹੀ ਕਹਿੰਦੇ ਆ ਕਿ ਜੇ ਮੁੱਢ ਤੋਂ ਆਪਾਂ ਮੁੱਢ ਨੂੰ ਰੋਕ ਦਿੱਤਾ ਜਾਵੇ, ਗੁਰੂ ਸਾਹਿਬ ਜੀ ਦਾ ਸਤਿਕਾਰ ਬਹਾਲ ਹੋ ਸਕਦਾ। ਗੁਰੂ ਸਾਹਿਬ ਜੀ ਨੂੰ ਏਦਾਂ ਸੜਕਾਂ ਤੇ ਪਾੜ ਕੇ ਨਾਲੀਆਂ ਵਿੱਚ ਖਿਲਾਰ ਦਿੱਤਾ, ਗੁਰੂ ਕੇ ਸਿੱਖਾਂ ਨੂੰ ਦੁੱਖ ਤਾਂ ਲੱਗਾ, ਪਰ ਆਪਾਂ ਹੱਲ ਵੱਲੋਂ ਜਾ ਨਹੀਂ ਰਹੇ। ਇਹਦਾ ਇੱਕੋ ਹੀ ਇੱਕ ਹੱਲ ਆ, ਅਸੀਂ ਤੁਹਾਨੂੰ ਇਸ ਚੈਨਲ ਦੇ ਥਰੂ ਕਹਿ ਰਹੇ ਹਾਂ ਕਿ ਗੁਰੂ ਕੇ ਸਿੱਖੋ, ਜੇ ਆਪਾਂ ਬੇਲੋੜੀ ਛਪਵਾਈ ਬੰਦ ਕਰਵਾ ਲਈਏ, ਜੇ ਗੁਰੂ ਕੇ ਜਿੱਥੇ ਸਤਿਗੁਰ ਸਾਹਿਬ ਜੀ ਦੇ ਸਰੂਪ ਅਗਨ ਭੇਟ ਹੁੰਦੇ ਆ ਉਹਨਾਂ ਨੂੰ ਰੁਕਵਾ ਲਈਏ, ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਦਬ ਸਤਿਕਾਰ ਦਾ ਡੰਕਾ ਸਾਰੀ ਦੁਨੀਆ ਵਿੱਚ ਵੱਜ ਸਕਦਾ। ਪਰ ਜੇ ਆਪਾਂ ਗੁਰੂ ਸਾਹਿਬ ਜੀ ਦੀ ਖੁਆਰੀ ਕਰਾਂਗੇ ਤੇ ਖੁਆਰੀ ਆਪਣੀ ਬਹੁਤ ਜ਼ਿਆਦਾ ਭੈੜੀ ਹੋਣੀ ਆ। ਉਹ
ਵੀ ਰਹੀ ਆ। ਉਹ ਤੇ ਹੋ ਰਹੀ ਆ ਆਪਣੇ ਭਾਈ ਮਨਵੀਰ ਸਿੰਘ ਜੀ, ਖੁਆਰੀ ਤੇ ਹੋ ਰਹੀ ਆ। ਤਾਈਓ ਤਾਂ ਜਦੋਂ ਕੋਈ ਗੱਲ ਮਤਲਬ ਜਿਹੜਾ ਪੰਥ ਆ ਮਤਲਬ ਦਿਨੋਂ ਦਿਨ ਪਾਟੋ ਧਾੜ ਜਿੰਨਾ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜੇ ਕਿਤੇ ਸਰੂਪ ਬਾਹਰ ਹੋ ਜਾਂਦਾ ਤੇ ਸਾਨੂੰ ਦਰਦ ਹੁੰਦਾ, ਅਸੀਂ ਵੱਡੇ ਵੱਡੇ ਮਜਾਰੇ ਵੱਡੇ ਵੱਡੇ ਮੋਰਚੇ ਲਾਉਣੇ ਆ। ਜਿਹੜੀ ਤਾਈਓ ਤਾਂ ਅੱਜ ਦਾ ਪ੍ਰੋਗਰਾਮ ਰੱਖਿਆ ਵੀ ਜਿਹੜੀ ਅਸੀਂ ਆਪ ਕਰਦੇ ਆ, ਜਿੱਥੇ ਮੁੱਢ ਆ ਉੱਥੇ ਉਹਨੂੰ ਕਿਉਂ ਨਹੀਂ ਸੁਧਾਰਦੇ? ਕਿਹਦੀ ਜ਼ਿੰਮੇਵਾਰੀ ਆ? ਕੌਣ ਹੈ ਜ਼ਿੰਮੇਵਾਰ? ਜਿਹੜੇ ਤੁਸੀਂ ਕਿਹਾ ਮੁਜ਼ਾਹਰੇ ਮੀਟਿੰਗਾਂ ਕਰਨੀਆਂ ਬਾਅਦ ਚੋਂ ਬਹਿ ਜਾਣਾ, ਉਹ ਸਾਹਿਬ ਜੀ ਉਹ ਸਿਆਣਪ ਦੀ ਗੱਲ ਨਹੀਂ, ਉਹ ਤਾਂ ਤੁਹਾਡੇ ਸਿਰ ਪੈ ਜਾਂਦੀ ਆ। ਹਾਂ, ਸਿਆਣਪ ਵਾਲੀ ਗੱਲ ਹੈ ਕਿ ਜਿੱਥੋਂ ਤੁਹਾਨੂੰ ਲੱਗਦਾ ਆ, ਅਸੀਂ ਮੈਂ ਇਹ ਨਹੀਂ ਕਿ ਕਹਿਣ ਡਿਆ ਕਿ ਵੀ ਮੈਂ ਝੂਠ ਮੂਠ ਕੁਛ ਵੀ ਬਣਾ ਕੇ ਕਹਿ ਦੂੰ। ਆ ਪਿਛਲੇ 5-6 ਸਾਲਾਂ ਦੇ ਵਿੱਚ ਜੋ ਦੇਖਿਆ, ਗੁਰੂ ਕੱਲੇ ਗੁਰਦੁਆਰਾ ਸਾਹਿਬ ਵਿੱਚ ਜਾ ਕੇ ਦੇਖਿਆ, ਗੁਰੂ ਦੇ ਪ੍ਰਬੰਧਕਾਂ ਨੂੰ ਤੁਸੀਂ ਲਾ ਲਓ 90% ਹੀ ਉਹਨਾਂ ਨੂੰ ਗੁਰੂ ਸਾਹਿਬ ਜੀ ਦੇ ਨਾਲ ਕੋਈ ਲੈਣ ਦੇਣ ਨਹੀਂ। ਮੈਂ ਯੂਕੇ ਦੀ ਗੱਲ ਕਰਦਾ, ਏਦਾਂ ਹੀ ਇੰਡੀਆ ਦੇ ਵਿੱਚ ਆ, ਪੰਜਾਬ ਦੇ ਵਿੱਚ, ਪੰਜਾਬ ਤੋਂ ਬਾਹਰ ਸਟੇਟਾਂ ਦੇ ਵਿੱਚ ਗੁਰੂ ਸਾਹਿਬ ਜੀ ਨਾਲ ਏਦਾਂ ਹੀ ਹੋ ਰਿਹਾ। ਕੈਨੇਡਾ ਅਮਰੀਕਾ ਦੇ ਵਿੱਚ ਵੀ ਏਦਾਂ ਹੀ, ਯੂਰਪ ਦੇ ਵਿੱਚ ਵੀ, ਸਾਰੇ ਇਕੱਲੇ ਥਾਂ ਤੇ ਤੁਹਾਡੇ ਲਫ਼ਜ਼ ਮੈਂ ਮੁੜ ਕੇ ਉਹ ਬੋਲ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਿੱਖ ਹੀ ਕਰ ਰਹੇ ਆ। ਦੂਜਿਆਂ ਤੇ ਦੋਸ਼ ਬਾਅਦ ਚੋਂ ਲਾਈਏ ਕਰਕੇ, ਜੇ ਤਾਂ ਆਪਾਂ ਨਾ ਕਰਦੇ ਹੋਈਏ ਤਾਂ ਆਪਾਂ ਕਿਸੇ ਨੂੰ ਕਹੀਏ ਵੀ। ਜੇ ਗੁਰਦੁਆਰਾ ਸਾਹਿਬ ਆ ਜਿਹੜੀ ਤੁਸੀਂ ਹੁਣ ਗੱਲ ਕੀਤੀ ਹੈ ਹਰਿਆਣੇ ਦੀ, ਮੈਂ ਤੁਹਾਨੂੰ ਕਹਿੰਦਾ ਕਿ ਜਿਹੜੀ ਰਾਜਸਥਾਨ ਵਿੱਚ 6 ਜੁਲਾਈ ਨੂੰ ਹੋਈ ਆ, ਉੱਥੇ ਧੰਨ ਗੁਰੂ ਗ੍ਰੰਥ ਸਾਹਿਬ ਮਨ ਭਰਦਾ ਇਹ ਗੱਲ ਕਰਕੇ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੁੱਲ੍ਹੇ ਤੇ ਰੱਖ ਕੇ ਸਾੜ ਦਿੱਤਾ ਉੱਥੇ। ਉਦੋਂ ਸਾਡੇ ਪਤਾ ਨਹੀਂ ਇਹ ਜਿਹੜੇ ਬਣੇ ਫਿਰਦੇ ਆ ਚੌਧਰੀ, ਇਹ ਲੱਭਦੇ ਕਿਉਂ ਨਹੀਂ ਉਦੋਂ? ਅਸੀਂ ਜਿੱਤੇ ਮਾਰਦੀ ਉਂਗਲ ਚੱਕ ਦਿੰਦੇ ਆ, ਫਲਾਨਾ ਕਮੇਟੀ ਸਤਿਕਾਰ ਕਮੇਟੀ ਫਲਾਨਾ ਧਮਕੜਾ ਹੋਣਗੀਆਂ, ਸਾਡੇ ਚੋਣ ਤਾਈਆਂ ਮੈਂ ਸਾਰਿਆਂ ਦੀ ਲੈਂਦਾ ਨਹੀਂ, ਮੇਰੇ ਵਿੱਚ 100 ਮੇਰੇ ਵਿੱਚ ਹਜ਼ਾਰਾਂ ਲੱਖਾਂ ਹੀ ਔਗਣ ਆ। ਇਹ ਤਾਂ ਹਰ ਸਿੱਖ ਦਾ ਹੀ ਫਰਜ਼ ਬਣਦਾ, ਕਿਸੇ ਇੱਕ ਵਿਅਕਤੀ ਖਾਸ ਦਾ ਤਾਂ ਨਹੀਂਗਾ ਬਣਦਾ, ਨਾ ਇੱਕ ਸੰਸਥਾ ਦਾ ਬਣਦਾ ਹੈ। ਉਹ ਜੇ ਗੁਰਦੁਆਰਾ ਸਾਹਿਬ ਖੋਲਿਆ ਰਾਜਸਥਾਨ ਦੇ ਵਿੱਚ, ਉੱਥੇ ਗ੍ਰੰਥੀ ਸਿੰਘ, ਜੇ ਗ੍ਰੰਥੀ ਸਿੰਘ ਨਹੀਂ ਹੈਗਾ ਤਾਂ ਪਹਿਰੇਦਾਰ, ਫੇਰ ਤਾਂ ਕਿਸੇ ਦਾ ਵੀ ਖੁੱਲ। ਤੁਸੀਂ ਦੇਖੋ, ਆਪਾਂ ਭਾਈ ਸਾਹਿਬ ਮੈਂ ਤੁਹਾਨੂੰ ਕਹਿੰਦਾ ਕਿ ਥੋੜੀ ਜਿਹੀ ਆਪਾਂ ਉਹ ਪਿਕਚਰ ਉਹ ਆਪਣੀ ਅੱਖਾਂ 'ਚ ਲੈ ਕੇ ਮਨ 'ਚ ਲੈ ਕੇ ਆਈਏ ਕਿ ਕਿਵੇਂ ਸਤਿਗੁਰ ਸਾਹਿਬ ਨੂੰ ਚੁੱਲ੍ਹੇ ਤੇ ਰੱਖ ਕੇ ਸਾੜਿਆ ਹੋਊਗਾ, ਕਿੱਦਾਂ ਅੰਗ ਕਰਕੇ ਸੜਿਆ ਹੋਊਗਾ ਗੁਰੂ ਸਾਹਿਬ ਜੀ ਦਾ। ਤੇ ਅਸੀਂ ਕਰਦੇ ਹਾਂ, ਅਸੀਂ ਸੋਨੇ ਵਿੱਚ ਗੁਰੂ ਸਾਹਿਬ ਜੀ ਦੇ ਮਹਿਲਾਂ ਤੇ ਲਾਉਣੇ ਵੀ ਚਾਹੀਦੇ ਆ ਸੋਨੇ ਦੇ। ਗੁਰੂ ਸਾਹਿਬ ਦੀ ਜੇ ਤਾਂ ਗੁਰੂ ਸਾਹਿਬ ਜੀ ਦੇ ਗੁਰਸਿੱਖਾਂ ਦੇ ਜੋੜੇ ਵੀ ਸੋਨੇ ਦੇ ਹੋਣੇ ਚਾਹੀਦੇ ਆ। ਪਰ ਜੇ ਸਤਿਗੁਰ ਸਾਹਿਬ ਦਾ ਸਤਿਕਾਰ ਹੈ, ਤਾਂ ਜੇ ਗੁਰੂ ਸਾਹਿਬ ਜੀ ਰੁਲ ਰਹੇ ਆ ਤੇ ਗੁਰੂ ਕੇ ਸਿੱਖ 5-5 ਲੱਖ ਪਾਉਂਡ ਦੀ ਗੱਡੀ ਵਿੱਚ ਬੈਠ ਰਹੇ ਆ, ਤਾਂ ਇਹ ਕੋਈ ਵਡਿਆਈ ਵਾਲੀ ਗੱਲ ਨਹੀਂ। ਇਹ ਗੁਰੂ ਦੀ ਤਾਂ ਵਡਿਆਈ ਹੈ ਕਿ ਗੁਰੂ ਸਾਹਿਬ ਜੀ ਨੇ ਆਪਣੇ ਸਿੱਖਾਂ ਨੂੰ ਇੱਥੇ ਤੱਕ ਪਹੁੰਚਾਇਆ। ਪਰ ਗੁਰੂ ਕੇ ਸਿੱਖ ਕੀ ਕਰ ਰਹੇ ਆ? ਸਾਨੂੰ ਗੁਰੂ ਸਾਹਿਬ 10ਵੇਂ ਪਾਤਸ਼ਾਹ ਨੇ ਕਿਹਾ ਨਹੀਂ ਕਿ ਦਾਨ ਦਿਓ ਇਨਹੀ ਕੋ ਭਲੋ। ਮਹਾਰਾਜ ਸਾਹਿਬ ਜੀ ਨੇ ਕਿਹਾ ਮੇਰੇ ਸਿੱਖਾਂ ਨੂੰ ਦਾਨ ਦਿੱਤਾ ਫਾਨਾ। ਪਰ ਅਸੀਂ ਅੱਜ ਹਰੇਕ ਤਮਾਕੂ ਖਾਣ ਵਾਲੇ ਨੂੰ, ਹਰੇਕ ਮਾਸ ਖਾਣ ਵਾਲੇ ਨੂੰ, ਹਰੇਕ ਜੋ ਸ਼ਰਾਬ ਪੀਣ ਵਾਲੇ ਨੂੰ, ਨਸ਼ੇ ਪੀਣ ਵਾਲੇ ਨੂੰ ਅਸੀਂ ਕਹਿੰਦੇ ਅਸੀਂ ਉਹਦੀ ਸੇਵਾ ਕਰਕੇ ਤਾਂ ਅਸੀਂ ਪਤਾ ਨਹੀਂ ਕਿੱਦਾਂ ਪੁੰਨ ਖੱਟ ਲਵਾਂਗੇ। ਗੁਰੂ ਕੇ ਖਾਲਸੇ ਜਾਂ ਸਿੰਘਾਂ ਕੋਲ ਜਿਹੜੇ ਅੰਮ੍ਰਿਤਧਾਰੀ ਆ, ਉਹਨਾਂ ਕੋਲ ਚੱਜ ਦੇ ਕਕਾਰ ਹੈ ਨਹੀਂ ਗਲ ਗਾਤਰੇ ਪਾਉਣ ਨੂੰ। ਉਹਨਾਂ ਕੋਲ ਟੁੱਟੇ ਕੰਘੇ ਆ, ਪਾਟੀਆਂ ਦਸਤਾਰਾਂ ਆ, ਪਾਟੇ ਗਸ਼ਹਿਰੇ ਆ ਉਹਨਾਂ ਕੋਲ। ਉਹਨਾਂ ਵੱਲ ਨੂੰ ਕੋਈ ਮੂੰਹ ਨਹੀਂ ਕਰਦਾ। ਅੱਛਾ, ਆਪਾਂ ਮੁੜ ਕੇ ਵਾਹਿਗੁਰੂ ਇੱਧਰ ਹੀ ਆਈਏ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ। ਜਿਹੜੀ ਅੱਜ ਦੀ ਮੀਟਿੰਗ ਦੇ ਵਿੱਚ ਉਹ ਸ਼੍ਰੋਮਣੀ ਕਮੇਟੀ ਨੇ ਕੁਝ ਨੂੰ ਬਰਖਾਸਤ ਕਰ ਦਿੱਤਾ, ਕੁਝ ਨੌਕਰੀਆਂ ਤੋਂ ਕੱਢ ਦਿੱਤੇ, ਕੁਝ ਮੁਅੱਤਲ ਕੀਤੇ, ਸਸਪੈਂਡ ਕਰ ਦਿੱਤੇ। ਤੇ ਇੱਕ ਜਿਹੜਾ ਮੈਨੇਜਰ ਹੈ ਉਹਦਾ ਰੂਪ ਸਿੰਘ ਦਾ, ਡਾਕਟਰ ਰੂਪ ਸਿੰਘ, ਮੇਰੇ ਖਿਆਲ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ। ਹਾਂਜੀ, ਪਰ ਮੈਂ ਭਾਈ ਸਾਹਿਬ ਜੀ ਤੁਹਾਡੇ ਨਾਲ ਆਪਾਂ ਇੱਕ ਸਿੱਖਾਂ ਤੌਰ ਤੇ ਗੱਲ ਕਰਦੇ ਹਾਂ। ਹਾਂਜੀ, ਇਹ ਮਸਲੇ ਦਾ ਹੱਲ ਤਾਂ ਨਹੀਂ ਹੈ ਕਿਸੇ ਨੂੰ ਬਰਖਾਸਤ। ਮੈਂ ਮੇਰੀ ਬੇਨਤੀ ਸੁਣਿਓ, ਕਿਸੇ ਨੂੰ ਬਰਖਾਸਤ ਕਰ ਦੇਣਾ, ਕਿਸੇ ਨੂੰ ਮੁਅੱਤਲ ਕਰ ਦੇਣਾ, ਇਹ ਕੋਈ ਹੱਲ ਸਾਡਾ ਸਵਾਲ ਤਾਂ ਉੱਥੇ ਦਾ ਗੁਰੂ ਕੇ ਸਿੱਖਾਂ ਦਾ, ਸੰਗਤ ਦਾ ਸਵਾਲ ਉੱਥੇ ਦਾ ਉੱਥੇ ਹੀ ਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 324-28 ਸਰੂਪ ਕਿੱਥੇ ਆ। ਸਾਡੇ ਵੱਲੋਂ ਭਾਵੇਂ ਜੇ ਉੱਥੇ ਕਿੰਨੇ ਹਜ਼ਾਰ ਬੰਦੇ ਮੁਲਾਜ਼ਮ ਕੰਮ ਕਰਦੇ, ਭਾਵੇਂ 50,000 ਹੋਰ ਰੱਖ ਲੈਣ ਜਾਂ ਜਿੰਨੇ ਰੱਖਿਆ ਉਹਨਾਂ ਸਾਰਿਆਂ ਨੂੰ ਕੱਢ ਦੇਣ, ਸਾਨੂੰ ਕੋਈ ਲੈਣ ਦੇਣ ਨਹੀਂ। ਗੁਰੂ ਸੰਗਤ ਨੂੰ ਤਾਂ ਇੱਥੇ ਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿੱਥੇ ਆ। ਉਹ ਮਹਾਰਾਜ ਸਾਹਿਬ ਜੀ ਦੇ ਸਰੂਪ ਜਿਹੜੇ ਇਹ ਉਹਨਾਂ ਦੇ ਲਿਖਤ ਵਿੱਚ ਤਾਂ ਹੋਏ ਆ, ਉਹ ਕਿਹਨੇ ਵੇਚੇ ਆ, ਕੌਣ ਲੈ ਕੇ ਗਿਆ, ਉੱਥੇ CCTV ਕੈਮਰੇ ਲੱਗੇ। ਵਾਹਿਗੁਰੂ ਉੱਥੋਂ 5 ਰੁਪਏ ਤਾਂ ਤੁਸੀਂ ਕਦੇ ਤਾਂ ਹੋਣ ਨਹੀਂ ਦਿੰਦੇ ਗੋਲਕ ਵਿੱਚੋਂ। ਗੁਰੂ ਸਾਹਿਬ ਜੀ ਦੀ ਦੇਖਦੇ ਉਦਾਂ ਵੀ ਜਿਹੜਾ ਸਿਸਟਮ ਹੈ ਇਹ ਥੋੜੀ ਆ ਵੀ ਜਿਹੜਾ ਮਰਜ਼ੀ ਚੱਕ ਲਿਆ, ਉੱਥੇ ਸਰੂਪ ਸਾਈਨ ਹੁੰਦੇ ਆ, ਦਸਤਖਤ ਹੁੰਦੇ ਆ, ਹਰ ਇੱਕ ਚੀਜ਼ ਹੋ ਕੇ ਫੇਰ ਅੱਗੇ ਜਾਂਦੀ ਆ। ਪੂਰਾ ਜੇ ਸਿਸਟਮ ਦੇਖੋ ਜਾ ਕੇ ਤਾਂ ਤੁਹਾਨੂੰ ਏਦਾਂ ਲੱਗਦਾ ਵੀ ਬਹੁਤ ਵਧੀਆ ਸਿਸਟਮ ਆ, ਫੇਰ ਕਿੱਦਾਂ। ਹਾਂਜੀ ਨਹੀਂ, ਸਹੀ ਹੈ, ਏਦਾਂ ਲੱਗਦਾ ਦੇਖਣ ਨੂੰ ਏਦਾਂ ਹੀ ਆ। ਪਰ
ਜੇ ਆਪਾਂ ਕਹਿੰਦੇ ਕਿ ਹੁਣ ਇੱਥੇ ਵੀ ਜਿਹੜੇ ਸੈਂਕੜਿਆਂ ਦੇ ਹਜ਼ਾਰਾਂ ਦੇ ਹਿਸਾਬ ਨਾਲ ਸ਼੍ਰੋਮਣੀ ਕਮੇਟੀ ਸਰੂਪ ਛਾਪਦੀ ਆ, ਉਹ ਦਿਖਾ ਦੇਣ ਅੰਦਰੋਂ ਵੀਡੀਓ ਬਣਾ ਕੇ ਕਿ ਕਿੱਥੇ ਅਸੀਂ ਗੁਰੂ ਸਾਹਿਬ ਜੀ ਦੇ ਸਰੂਪ ਸੁਭਾਏਮਾਨ ਕਰਦੇ ਹਾਂ। ਇਹ ਜਿੱਦਾਂ ਗੁਰਦੁਆਰਾ ਬਾਬਾ ਸੰਗ ਜੀ ਸਾਹਿਬ ਜੀ ਦੇ ਪਾਵਨ ਸਰੂਪ ਮਹਾਰਾਜ ਸਾਹਿਬ ਜੀ ਦੇ ਪਲਗਾਂ ਉੱਤੇ ਸ਼ੋਭਦੇ ਆ, ਕਿ ਏਦਾਂ ਹੈ? ਜੇ ਨਹੀਂ ਹੈ ਤਾਂ ਕਿਉਂ ਨਹੀਂ? ਇਹ ਛੋਟਾ ਜਿਹਾ ਗੁਰਦੁਆਰਾ ਸਾਹਿਬ, ਚਲੋ ਸਤਿਗੁਰ ਸਾਹਿਬ ਜੀ ਤਾਂ ਵੱਡੇ ਆ, ਕੋਈ ਗੁਰਦੁਆਰਾ ਛੋਟੇ ਵੱਡੇ ਨਹੀਂ, ਪਰ ਜੇ ਇਹ ਗੁਰਦੁਆਰਾ ਸਾਹਿਬ ਬਾਬਾ ਸੰਗ, ਇੱਥੋਂ ਦੀ ਸੰਗਤ ਇਹ ਸੇਵਾ ਕਰ ਸਕਦੇ ਆ ਸਤਿਗੁਰ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸਾਂਭਣ ਵਾਸਤੇ, ਜਿਨ੍ਹਾਂ ਦਾ ਅਰਬਾਂ ਰੁਪਈਆਂ ਦਾ ਬਜਟ ਆ ਜੀ, ਉਹ ਕਿਉਂ ਨਹੀਂ ਕਰਦੇ? ਇਹ ਚੀਜ਼ ਆਪਾਂ ਜੀਕੇ ਨੂੰ ਕਹੀ ਸੀ, ਇਹੀ ਸਿਰਸੇ ਨੂੰ ਕਹੀ ਸੀ, ਜਿਹੜੀ 8 ਕਰੋੜ ਦੀ ਮਸ਼ੀਨ ਲਾਈ ਆ, 8 ਕਰੋੜ ਰੁਪਈਆ ਲਾ ਕੇ ਗੁਰੂ ਕੇ ਸਿੱਖਾਂ ਨੂੰ ਟ੍ਰੇਨਿੰਗ ਦੇ ਕੇ ਗੁਰੂ ਸਾਹਿਬ ਦੇ ਜਿਹੜੇ ਪਹਿਲੇ ਮਹਾਰਾਜ ਸਾਹਿਬ ਜੀ ਦੇ ਸਰੂਪ ਆਲਰੇਡੀ ਹੈਗੇ, ਉਹਨਾਂ ਨੂੰ ਸਾਂਭਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਕਿਉਂ ਤੁਸੀਂ ਕਿੰਨੇ ਮਤਲਬ ਲੋਕਾਂ ਨੂੰ ਜਿਹੜਾ ਉਹਨਾਂ ਦਾ ਰੁਜ਼ਗਾਰ ਮਿਲ ਜਾਣਾ ਸੀਗਾ, ਕਿੰਨਿਆਂ ਨੂੰ ਮਤਲਬ ਇਹ ਚੀਜ਼ ਆ ਜਿਹੜਾ 8 ਕਰੋੜ ਦੀ ਮਸ਼ੀਨ ਤੇ ਖਰਚਿਆ। ਵਾਹਿਗੁਰੂ, ਕਿੰਨੇ ਗੁਰਸਿੱਖਾਂ ਨੂੰ ਰੁਜ਼ਗਾਰ ਮਿਲਣਾ ਸੀ, ਕਿੰਨਿਆਂ ਦੀ ਭਾਵਨਾ ਬਣਨੀ ਸੀ ਗੁਰੂ ਸਾਹਿਬ ਜੀ ਦੇ ਉੱਪਰ। ਇਹ ਆਪਾਂ ਸਾਨੂੰ ਫਾਇਦਾ ਤਾਂ ਇਸ ਪਾਸੇ ਸੋਚਣਾ ਚਾਹੀਦਾ ਸੀ, ਪਰ ਉਧਰਲੇ ਪਾਸੇ ਨੂੰ ਗਿਆ ਹੀ ਕੋਈ ਨਹੀਂ। ਸੋਚਦੇ ਕਿ ਅਸੀਂ ਨਵੇਂ ਸਰੂਪ, ਉਹ ਕਹਿੰਦੇ ਸਾਡੀ ਕੁਆਲਿਟੀ ਬਹੁਤ ਵਧੀਆ। ਵਾਹਿਗੁਰੂ, ਗੁਰੂ ਸਾਹਿਬ ਜੀ ਦੀ ਵੀ ਕੁਆਲਿਟੀ ਦੱਸਣ ਡਏ ਆ। ਅਸੀਂ ਕਹਿੰਦੇ ਕਿ ਜਿੱਦਾਂ ਦੇ ਵੀ ਮਹਾਰਾਜ ਸਾਹਿਬ ਜੀ ਦੇ ਸਰੂਪ, ਚਤਰ ਸਿੰਘ ਜੀਵਨ, ਜਵਾਹਰ ਸਿੰਘ, ਇਹਦੇ 'ਚ ਆਪਣੇ ਮੇਰਾ ਇੱਥੇ ਇੱਕ ਸਵਾਲ ਮੇਰੇ ਦਿਮਾਗ 'ਚ ਆਉਂਦਾ ਵੀ ਅਸੀਂ ਕਈ ਵਾਰੀ ਆਲਾਮਾ ਦਿੰਨੇ ਆ, ਇਹ ਜੀ ਪਿੱਛੇ RSS ਜੁੜੀ ਹੋਈ ਆ, ਫਲਾਨਾ ਕਰਾ ਰਿਹਾ, ਧਮਕੜਾ ਕਰਾ ਰਿਹਾ। ਮੈਨੂੰ ਲੱਗਦਾ ਅਸੀਂ ਉਹਨਾਂ ਦੇ ਕਹਿਣ ਤੋਂ ਬਗੈਰ ਹੀ ਅਸੀਂ ਜ਼ਿਆਦਾ ਆਪ ਹੀ ਨੁਕਸਾਨ ਆਪਦਾ ਕਰ ਰਹੇ ਹਾਂ। ਹਰ ਉਹ ਗੁਰੂ ਕਾ ਸਿੱਖ RSS ਦਾ ਮੈਂਬਰ ਆ, ਜਿਹੜਾ ਗੁਰੂ ਕਾ ਸਿੱਖ ਆਪਣਾ ਦਿਖਾਵਾ ਕਰਦਾ ਹੈ ਤੇ ਗੁਰੂ ਸਾਹਿਬ ਜੀ ਦਾ ਅਦਬ ਸਤਿਕਾਰ ਨਹੀਂ ਕਰਦਾ, ਉਹ RSS ਤੋਂ ਵੀ ਹੋਊਗਾ। ਮੈਨੂੰ ਨਹੀਂ ਪਤਾ RSS ਕੀ ਕਰਦੀ ਆ, ਪਰ ਉਹ RSS ਤੋਂ ਵੀ ਭੈੜਾ ਆ ਉਹ ਬੰਦਾ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅਦਬ ਸਤਿਕਾਰ ਨਹੀਂ ਕਰਦਾ। ਜਿਹੜੇ ਵਾਹਿਗੁਰੂ ਇੱਥੇ ਇੰਗਲੈਂਡ ਦੀ, ਮੈਂ ਇਹਦੇ ਨਾਲ ਹੀ ਇਸ ਗੱਲ ਦੇ ਨਾਲ ਐਡ ਕਰ ਦਵਾਂ, ਅਸੀਂ ਗਲਾਸਗੋ ਗਏ ਸੀਗੇ ਤਾਂ ਬੜਾ ਸਿਆਣਾ ਬਿਆਣਾ ਦਾਨਾ ਪੁਰਸ਼ ਉਹਦੇ ਸੀ, ਉਹ ਬੜੇ ਚਿਰਾਂ ਤੋਂ ਗੁਰਦੁਆਰਾ ਸਾਹਿਬ 'ਚ ਇਨਵੋਲਵ ਹੈ, ਤੇ ਉਹ ਕਹਿੰਦੇ ਕਿ ਤੁਸੀਂ ਬੀੜਾਂ ਕਿੱਥੇ ਸਾੜਦੇ ਹੁੰਦੇ ਆ? ਇਹ ਲਫ਼ਜ਼ ਆ ਸਿੱਖਾਂ ਦੇ, ਜਿਨ੍ਹਾਂ ਦੇ ਦਾੜੇ ਚਿੱਟੇ ਹੋਏ ਆ, ਜਿਨ੍ਹਾਂ ਦੀ ਉਮਰ ਹੀ ਸਿੱਖੀ, ਉਹ ਕਹਿੰਦੇ ਹੋਣਗੇ ਕਿ ਅਸੀਂ ਸਿੱਖੀ ਦਾ ਪ੍ਰਚਾਰ ਕਰਦੇ ਆ। ਆਹ ਲਫ਼ਜ਼ ਆ ਗੁਰੂ ਗ੍ਰੰਥ ਸਾਹਿਬ ਜੀ। ਕੀ ਕਹਿੰਦੇ? ਬੀੜਾਂ ਕਿੱਥੇ ਸਾੜਦੇ ਹੁੰਦੇ ਆ? ਇਹ ਤੁਸੀਂ ਆ ਜਿਹੜੇ ਬੀੜਾਂ ਲੈ ਕੇ ਜਾਂਦੇ ਕਿੱਥੇ ਸਾੜਦੇ ਹੁੰਦੇ ਆ? ਕਿ ਬਾਪੂ ਜੇ ਤੈਨੂੰ ਸਾੜ ਦਈਏ, ਫੇਰ ਕਹਿੰਦੇ ਕਮੇਟੀ ਵਾਲੇ ਰੁੱਖਾ ਬੋਲਦੇ ਆ, ਤਾਂ ਕਰੀਏ ਕੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਲਈ ਆਹ ਲਫ਼ਜ਼ ਬੋਲਦੇ ਆ ਲੋਕ? ਆਪਣੇ ਮਨਵੀਰ ਸਿੰਘ ਜੀ, ਕਿਤੇ ਜਿੱਦਾਂ ਇਹ ਵੀ ਮਤਲਬ ਸਾਡੇ ਕੋਲ ਘਾਟ ਰਹੀ ਆ ਵੀ ਅਸੀਂ ਲੋਕਾਂ ਨੂੰ ਜਾਗਰਤ ਨਹੀਂ ਕਰ ਸਕੇ, ਲੋਕਾਂ ਨੂੰ ਦੱਸ ਨਹੀਂ ਸਕੇ ਵੀ, ਜਾਂ ਜਿੱਦਾਂ ਗੁਰਦੁਆਰਿਆਂ 'ਚੋਂ ਜਿੱਦਾਂ ਗ੍ਰੰਥੀ ਸਿੰਘਾਂ ਤੋਂ ਤੁਸੀਂ ਕਿਹਾ ਵੀ ਉਹਨਾਂ ਨੂੰ ਤਾਂ ਆਪ ਹੀ ਨਹੀਂ ਪਤਾ ਵੀ, ਬਹੁਤ ਅਸੀਂ ਸਾਰਿਆਂ ਦੀ ਨਹੀਂ ਗੱਲ ਕਰਦੇ ਵੀ ਬਹੁਤ ਜਿਹੜੇ ਆ ਜਿਨ੍ਹਾਂ ਨੂੰ ਆਪ ਹੀ ਨਹੀਂ ਪਤਾ ਸਤਿਕਾਰ ਕਿਵੇਂ ਕਰਨਾ। ਤੇ ਆਮ ਵਿਅਕਤੀ ਨੂੰ ਜਿੱਦਾਂ ਹੁਣ ਕਈ ਵਾਰੀ ਹੋ ਸਕਦਾ ਉਹਨਾਂ ਲੋਕਾਂ ਦੀ ਭਾਵਨਾ ਇਹ ਹੋਵੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਘਰ 'ਚ ਰੱਖਣਾ ਆ, ਤੇ ਲੇਕਿਨ ਉਹਨਾਂ ਨੂੰ ਇਹ ਪਤਾ ਨਹੀਂ ਗਾ ਵੀ ਅਸੀਂ ਕਿਉਂ ਰੱਖ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਦਾ ਮਤਲਬ ਆਦਰ ਸਤਿਕਾਰ ਕਿੱਦਾਂ ਕਰਨਾ। ਪਰ ਮਨ ਦੇ ਵਿੱਚ ਉਹ ਭਾਵਨਾ ਤੇ ਇਹੀ ਲੈ ਕੇ ਜਾਂਦੇ ਕਿ ਅਸੀਂ ਗੁਰੂ ਮਹਾਰਾਜ ਨੂੰ ਆਪਣੇ ਘਰ ਲਾਈਏ। ਇਹੀ ਵਾਹਿਗੁਰੂ ਗੁਰੂ ਸਾਹਿਬ ਜੀ ਕੋਲ ਪਹਿਲੇ ਗੁਰਸਿੱਖ ਚੱਲ ਕੇ ਜਾਂਦੇ ਰਹੇ। ਠੀਕ, ਜੇ ਸਤਿਗੁਰ 10ਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਤਖਤਾਂ ਤੇ ਸੁਭਾਏਮਾਨ ਅਨੰਦਪੁਰ ਸਾਹਿਬ ਹੁੰਦੇ ਸੀ, ਤੇ ਕਾਬਲ ਕੰਧਾਰ ਤੋਂ ਤੁਰ ਕੇ ਘੋੜਿਆਂ ਤੇ ਗੁਰੂ ਕੇ ਸਿੱਖ ਬੈਲ ਗੱਡੀਆਂ ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਇਦਾਂ ਕਰੀਦੇ ਆ ਜੇ ਤੁਹਾਡਾ ਮਨ ਸੋਚਦਾ। ਤੇ ਹੁਣ ਗੁਰੂ ਸਾਹਿਬ ਜੀ ਨੂੰ ਤੁਸੀਂ ਆਪਣੇ ਕਿੰਨਾ ਵੀ ਗੁਰਸਿੱਖ ਪਰਿਵਾਰ ਹੋਵੇ, ਪਰ ਉਹਨਾਂ ਦੇ ਰਿਸ਼ਤੇਦਾਰ ਕੋਈ ਨਾ ਕੋਈ ਮਾਸ ਸ਼ਰਾਬ ਮਾਖੂ ਖਾਣ ਵਾਲੇ ਹੁੰਦੇ ਆ, ਤੇ ਉਹ ਘਰਾਂ 'ਚ ਆਉਂਦੇ ਆ। ਉਹਨਾਂ ਦੇ ਘਰਾਂ 'ਚ ਆਉਂਦੇ ਵੀ ਆ, ਉਹਨਾਂ ਦੇ ਘਰਾਂ 'ਚ ਟੈਲੀਵਿਜ਼ਨ ਵੀ ਲੱਗੇ ਆ। ਸੰਤ ਗਿਆਨੀ ਜਰਨੈਲ ਸਿੰਘ ਜੀ ਕਹਿੰਦੇ ਕਿ ਇੱਥੇ ਕਿਹੜਾ ਟੈਲੀਵਿਜ਼ਨ 'ਚ ਇਹ ਤੁਹਾਡੇ ਸੁਖਮਨੀ ਸਾਹਿਬ ਦੇ ਪਾਠ ਲਗਾਤਾਰ ਚੱਲਣ ਡਏ ਆ, ਕਿ ਇੱਥੇ ਵੀ ਤਾਂ ਨੱਚਣ ਟੱਪਣ ਵਾਲਾ ਵਿੱਚ ਉਹ ਚੱਲਦਾ, ਜੋ ਹਰੇਕ ਦੇ ਘਰ ਆ। ਹਾਂਜੀ, ਗੁਰੂ ਸਾਹਿਬ, ਮੇਰੀ ਇਹ ਬੇਨਤੀ ਆ ਕਿ ਘਰਾਂ ਦੇ ਵਿੱਚ ਬਿਲਕੁਲ ਵੀ, ਸਾਡੇ ਸਾਰੇ ਸਿੰਘਾਂ ਦੀ ਇਹ ਬੇਨਤੀ ਆ, ਘਰਾਂ ਵਿੱਚ ਕਦੇ ਵੀ ਗੁਰੂ ਸਾਹਿਬ ਜੀ ਦਾ ਅਦਬ ਸਤਿਕਾਰ ਤੁਸੀਂ ਉਸ ਲੈਵਲ ਦਾ ਕਰ ਹੀ ਨਹੀਂ ਸਕਦੇ ਜਿਹੜਾ ਗੁਰੂ ਸਾਹਿਬ ਜੀ ਦਾ ਆਪਦੇ ਤਖਤਾਂ ਤੇ ਹੁੰਦਾ, ਜਿਹੜਾ ਗੁਰੂ ਸਾਹਿਬ ਗੁਰਦੁਆਰਾ ਸਾਹਿਬਾਂ ਵਿੱਚ ਹੋਣਾ ਚਾਹੀਦਾ, ਤੇ ਉਹ ਉੱਥੇ ਹੁੰਦਾ ਵੀ ਹੈ ਜਿੰਨਾ ਵੀ ਕਰ ਸਕਦਾ ਕੋਈ। ਬਾਹਰੋਂ ਜੇ ਗ੍ਰੰਥ ਨਹੀਂ ਕਰਦੇ, ਕੋਈ ਗੁਰੂ ਕਾ ਸਿੱਖ ਆ ਕੇ ਗੁਰੂ ਸਾਹਿਬ ਜੀ ਨੂੰ ਚੌਰ ਸਾਹਿਬ ਕਰਦਾ। ਅਸ ਵਿੱਚ ਆਉਂਦਾ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ 3 ਤਾਂ ਨਾਂ ਆਉਂਦੇ ਆ, 5 ਗੁਰੂ ਕੇ ਸਿੱਖ ਜਿਹੜੇ ਚੌਰ ਬਰਦਾਰ ਸੀਗੇ। ਠੀਕ ਹੈ, ਸਿਰਫ ਚੌਰ ਬਰਦਾਰ ਦੀ ਡਿਊਟੀ ਸੀ। ਇਹ ਨਹੀਂ ਕਿ ਮੈਂ ਜਰਾਬਾਂ ਪਾ ਕੇ ਮੇਰੀ ਪੈਂਟ ਦੇ ਵਿੱਚ ਕੋਈ ਕਿਸੇ ਦੀ ਸੈਕਟਾਂ ਦੀ ਡੱਬੀ ਹੋਵੇ, ਜਾਂ ਕਿਸੇ ਕੋਲ ਕੁਛ ਜੇਬ 'ਚ ਪਿਆ ਹੋਵੇ, ਆਂਡਾ ਮੀਟ ਸ਼ਰਾਬ ਖਾ ਪੀ ਕੇ ਆਇਆ ਹੋਵੇ ਤਾਂ ਆਉਂਦਾ ਹੀ, ਮੇਰੇ ਟਾਈ ਲਾਈ ਹੋਵੇ, ਐਨ ਘੁੱਟ ਕੇ ਪੈਂਟ ਬੱਧੀ ਹੋਵੇ, ਤੇ ਮੈਂ ਗੁਰੂ ਸਾਹਿਬ ਜੀ ਦਾ ਆ ਕੇ ਚੌਰ ਸਾਹਿਬ ਚੱਕ ਲਵਾਂ ਤੇ ਚੌਰ ਸਾਹਿਬ ਕਰ ਲਵਾਂ।
पर ਜਿਹੜੇ ਨਾਸਤਕ ਲੋਕ ਆ ਉਹ ਕਹਿੰਦੇ ਆ ਜੀ ਇੰਨਾ ਰਿਸਟ੍ਰਿਕਟਡ ਕਿਉਂ ਕਰਨੇ ਆ। ਜਦੋਂ ਤੁਸੀਂ ਡਾਕਟਰ ਦੀ ਸਰਜਰੀ 'ਚ ਜਾਂਦੇ ਆ ਉੱਥੇ ਵੱਖਰੇ ਕਾਨੂੰਨ ਆ, ਜਦੋਂ ਕਿਸੇ ਵਕੀਲ ਕੋਲ ਜਾਂਦੇ ਆ ਵੱਖਰੇ ਕਾਨੂੰਨ ਆ, ਜਿੱਥੇ ਜਦੋਂ ਕਿਸੇ ਅਦਾਲਤ ਵਿੱਚ ਜਾਂਦੇ ਆ ਉੱਥੇ ਵੱਖਰੇ ਕਾਨੂੰਨ ਆ। ਏਦਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੋੜੇ ਘਰ ਦਾ ਵੱਖਰਾ ਕਾਨੂੰਨ ਆ, ਲੰਗਰ ਹਾਲ ਦਾ ਵੱਖਰਾ ਕਾਨੂੰਨ ਆ ਤੇ ਦਰਬਾਰ ਸਾਹਿਬ ਦਾ ਵੱਖਰਾ ਕਾਨੂੰਨ ਆ, ਤੇ ਗੁਰੂ ਸਾਹਿਬ ਜੀ ਦੀ ਤਾਬਿਆਂ ਦਾ ਉੱਥੇ ਵੱਖਰਾ ਕਾਨੂੰਨ ਆ। ਇਹ ਵੱਖਰੇ ਸਿਧਾਂਤ ਆ ਜਿਨ੍ਹਾਂ ਨੂੰ ਸਾਡੇ ਬਜ਼ੁਰਗਾਂ ਨੇ ਉਹਨਾਂ ਨੂੰ ਸਿਧਾਂਤਾਂ ਨੂੰ ਫੋਲੋ ਕੀਤਾ। ਤੇ ਅੱਜ ਸਾਡੀ ਬੇਕਦਰੀ, ਸਾਡੀ ਅੱਜ ਇਹ ਜਿਹੜੀ ਬੇਇੱਜ਼ਤੀ ਵੀ ਇੰਨੀ, ਸਾਡੀ ਬੇਅਦਬੀ ਵੀ ਥਾਂ ਥਾਂ ਤਾਂ ਹੋ ਰਹੀ ਹੈ ਕਿਉਂਕਿ ਗੁਰੂ ਸਾਹਿਬ ਜੀ ਨੂੰ ਅਸੀਂ ਪ੍ਰਗਟ ਗੁਰਾਂ ਕੀਤੇ। 10ਵੇਂ ਪਾਤਸ਼ਾਹ ਨੇ ਗੁਰੂ ਸਾਹਿਬ ਜੀ ਨੂੰ ਕਿਤੇ ਨਹੀਂ ਕਿਹਾ ਕਿ ਇਹਨੂੰ ਆਪਣੇ ਅਧੀਨ ਰੱਖ ਲਿਓ, ਇਹਨੂੰ ਕਿਤੇ ਨਹੀਂ ਕਿਹਾ ਕਿ ਗੁਰੂ ਸਾਹਿਬ ਜੀ ਨੂੰ ਆਪਣੀ ਮਰਜ਼ੀ ਨਾਲ ਵਰਤ ਲਿਓ। ਉਹਨਾਂ ਨੇ ਕਿਹਾ ਕਿ ਸਾਰੇ ਸਿੱਖਾਂ ਨੂੰ ਹੁਕਮ ਹੈ 10ਵੇਂ ਪਾਤਸ਼ਾਹ ਦਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨੋ। ਇਹ ਮਨਵੀਰ ਸਿੰਘ, ਜਿੱਦਾਂ ਦੇਖੋ ਇਹ ਗੱਲਾਂ ਜੇ ਆਪਾਂ ਉਦਾਂ ਕਿ ਬਹੁਤ ਹਰ ਇੱਕ ਨੂੰ ਪਤਾ, ਹਾਂਜੀ, ਜਿਹੜਾ ਗੁਰੂ ਮਹਾਰਾਜ ਨੇ ਹੁਕਮ ਕੀਤਾ, ਪਰ ਜਦੋਂ ਤੁਸੀਂ ਗੱਲ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਆ ਵੀ ਇਹ ਘਰਾਂ 'ਚ ਨਹੀਂ ਰੱਖਣਾ ਚਾਹੀਦਾ, ਪਰ ਗੁਟਕਾ ਸਾਹਿਬ ਜਾਂ ਗੁਰਬਾਣੀ ਦਾ ਨਿਤਨੇਮ ਦੇ ਗੁਟਕੇ, ਸੁਖਮਨੀ ਸਾਹਿਬ ਦੇ ਗੁਟਕੇ ਜਾਂ ਹੋਰ ਗੁਟਕਾ ਸਾਹਿਬ ਜਿਹੜੇ ਆ, ਮੇਰਾ ਖਿਆਲ ਤਕਰੀਬਨ ਜੇ ਨਹੀਂ ਵੀ ਅੰਮ੍ਰਿਤ ਛਕਿਆ ਸ਼ਾਇਦ ਉਹਨਾਂ ਦੇ ਘਰਾਂ 'ਚ ਵੀ ਹੋਣਗੇ। ਫਿਰ ਉਹਦਾ ਜਿੱਦਾਂ ਆਦਬ ਸਤਿਕਾਰ ਕਿੱਦਾਂ ਰਹਿ ਜਾਂਦਾ, ਉਹ ਤਾਂ ਤਕਰੀਬਨ ਉੱਥੇ ਤੇ ਫਿਰ ਪਰਿਵਾਰ ਦੇ ਵਿੱਚ ਹਰ ਤਰ੍ਹਾਂ ਦੇ, ਜਿੱਦਾਂ ਤੁਸੀਂ ਗੱਲ ਕੀਤੀ ਹੈ, ਵਿਅਕਤੀ ਜਿੱਦਾਂ ਕੋਈ ਖਾਂਦਾ ਪੀਂਦਾ ਵੀ ਹੋ ਸਕਦਾ, ਸ਼ਰਾਬ ਵੀ ਪੀਂਦਾ ਹੋ ਸਕਦਾ, ਮੀਟ ਵੀ ਖਾਂਦਾ ਹੋ ਸਕਦਾ, ਉਹ ਗੁਟਕਾ ਸਾਹਿਬ ਦਾ ਕਿੱਦਾਂ ਸਤਿਕਾਰ ਰੱਖਣ। ਵਾਹਿਗੁਰੂ ਆਪਣੇ ਵੱਡੇ ਵਡੇਰਿਆਂ ਨੇ ਆਪਾਂ ਨੂੰ ਇਹ ਸਿੱਖਿਆ ਵੀ ਦਿੱਤੀ। ਪਹਿਲਾਂ ਇੱਕ ਚੀਜ਼ ਕਹਿ ਜਾਵਾਂ ਜ਼ਰੂਰ ਕਿ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਉਹ ਬੰਬੇ ਗਏ ਸੀ ਜਥੇ ਸਮੇਤ। ਜਿਸ ਘਰ ਪ੍ਰਸ਼ਾਦਾ ਸੀ ਉਸ ਘਰ ਦੇ ਵਿੱਚ ਜਦੋਂ ਗੁਟਕਾ ਸਾਹਿਬ ਦੇ ਗੀਠੀ ਤੇ ਪਏ ਦਰਸ਼ਨ ਕੀਤੇ ਤਾਂ ਉਹ ਬਹੁਤ ਮੈਲਾ ਤੇ ਪਾਟਿਆ ਕੱਪੜਾ ਉਹਨਾਂ ਨੇ ਲਾਇਆ ਸੀ, ਹਾਲਾਂਕਿ ਪਰਿਵਾਰ ਬਹੁਤ ਅਮੀਰ ਸੀ। ਠੀਕ ਕਰਕੇ ਇਹਨੂੰ ਲੰਗਰ ਕਿਸੇ ਆਮ ਨੇ ਸਿੱਖ ਨੇ ਥੋੜ੍ਹਾ ਕਰ ਲੈਣਾ ਹੁੰਦਾ ਸੀ, ਜੇ 100-150 ਰੁਪਏ ਨਾਲ ਹੁੰਦਾ ਪ੍ਰਸ਼ਾਦਾ ਵਾਲਿਆਂ ਦਾ ਘਰ ਵੀ ਤਾਂ ਕੋਈ ਹੈਸੀਅਤ ਵੀ ਹੁੰਦੀ ਸੀ ਤੇ ਉਹ ਲੰਗਰ ਪ੍ਰਸ਼ਾਦਾ ਕਰਦੇ। ਤੇ ਉਹ ਮਹਾਂਪੁਰਖਾਂ ਨੇ ਕਿਹਾ ਕਿ ਅਸੀਂ ਇਸ ਘਰ ਪ੍ਰਸ਼ਾਦਾ ਛਕਣਾ ਨਹੀਂ, ਕਿਉਂਕਿ ਇੱਥੇ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਇਹ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦੇ ਭਿੰਡਰਾਂ ਵਾਲਿਆਂ ਦੇ ਉਹਨਾਂ ਦੇ ਬਚਨਿਆ ਟੇਪ ਦੇ ਵਿੱਚ, ਸੰਤ ਕਰਤਾਰ ਸਿੰਘ ਜੀ ਦੀ ਖੁਦ ਆਪਦੀ ਟੇਪ ਵਿੱਚ ਵੀ ਆ। ਇਹ ਉੱਥੇ ਗਏ ਸੀ ਬੰਬੇ, ਏਦਾਂ ਹੋਇਆ ਤੇ ਮਹਾਂਪੁਰਖ ਪ੍ਰਸ਼ਾਦਾ ਨਹੀਂ ਛਕਣਾ। ਕਿਉਂ ਨਹੀਂ ਮਹਾਂਪੁਰਖੋਂ ਛਕਣਾ? ਪਰਿਵਾਰ ਨੇ ਪੁੱਛਿਆ, ਕਹਿੰਦੇ ਜਿਸ ਘਰ ਵਿੱਚ ਸਤਿਗੁਰ ਸਾਹਿਬ ਜੀ ਦੇ ਪਾਵਨ ਗੁਟਕਾ ਸਾਹਿਬ, ਪੋਥੀ ਸਾਹਿਬ ਦੀ ਇਹ ਸਤਿਕਾਰ ਨਹੀਂ ਹੈਗਾ, ਅਸੀਂ ਗੁਰੂ ਕੇ ਗੁਲਾਮ ਆ, ਅਸੀਂ ਗੁਰੂ ਘਰ ਦੇ ਕੂਕਰ ਆ, ਅਸੀਂ ਉੱਥੇ ਪ੍ਰਸ਼ਾਦਾ ਕਿੱਦਾਂ ਛਕ ਲਈਏ? ਜਦੋਂ ਪੁੱਛਿਆ ਜੀ ਤਾਂ ਕਿਹਾ ਸੀ, ਮਾਤਾ ਜਿਹੜੇ ਜਿੰਨਾ ਮਹਿੰਗਾ ਤੇਰੇ ਕੱਪੜਾ ਪਾਇਆ ਇਹ ਤੋਂ ਵੀ ਵੱਧ 5 ਗੁਣਾ 10 ਗੁਣਾ ਵੱਧ ਕੱਪੜਾ ਲਿਆ ਕੇ ਗੁਰੂ ਸਾਹਿਬ ਜੀ ਦੇ ਪਾਵਨ ਜਿਹੜੇ ਗੁਟਕਾ ਸਾਹਿਬ ਆ ਗੁਰਬਾਣੀ ਦੇ, ਉਹਨਾਂ ਤੇ ਮਹਾਰਾਜ ਸਾਹਿਬ ਇਹਨਾਂ ਦੇ ਰਮਾਲੇ ਚੜਾ। ਇਹ ਸਿੱਖਿਆ ਅਸੀਂ ਰੋਜ਼ ਕੂਕ ਕੇ ਬੋਲ ਕੇ ਕਹਿਣ ਰਹੇ ਹਾਂ ਕਿ ਗੁਟਕਾ ਸਾਹਿਬ, ਪੋਥੀ ਸਾਹਿਬਾਂ ਦੀ ਆਪਾਂ ਵੱਧ ਤੋਂ ਵੱਧ ਸਤਿਕਾਰ ਕਰੀਏ। ਨਸ਼ਾ ਪੀਣ ਵਾਲੇ ਇਹ ਗੱਲ ਜ਼ਰੂਰ ਧਿਆਨ ਕਰਨ, ਜਾਂ ਤਾਂ ਫਿਰ ਉਹ ਗੁਰੂ ਕੇ ਸਿੱਖ ਨਹੀਂ। ਜੇ ਗੁਰੂ ਕੇ ਸਿੱਖ ਬਣਨਾ ਚਾਹੁੰਦੇ ਆ ਤੇ ਗੁਰੂ ਸਾਹਿਬ ਜੀ ਦਾ ਆਦਬ ਸਤਿਕਾਰ ਕਰਨਾ ਪਊ, ਜਾਂ ਉਹਨਾਂ ਨੂੰ ਗੁਟਕਾ ਸਾਹਿਬ ਘਰ ਰੱਖਣੇ ਚਾਹੀਦੇ ਆ, ਜਾਂ ਫਿਰ ਮੀਟ ਸ਼ਰਾਬ ਰੱਖ ਲੈਣ, ਦੋਨਾਂ ਚੋਂ ਇੱਕ ਚੀਜ਼ ਕਰ ਲੈਣ, ਹਨਾ ਜੀ। ਇਹ ਥੋੜਾ ਵੀ ਤੁਸੀਂ ਆਪਣੀ ਮਰਜ਼ੀ ਨਾਲ ਹੀ ਕਰ ਲੈਣ। ਪਰ ਬਹੁਤੇ ਇੱਥੇ ਇੰਗਲੈਂਡ ਵਿੱਚ ਹੁਣ ਏਦਾਂ ਹੋ ਗਿਆ ਕਿ 90% ਘਰਾਂ ਦੇ ਵਿੱਚੋਂ ਗੁਟਕਾ ਸਾਹਿਬ ਹੀ ਹੁਣ ਤਾਂ ਉਹਨਾਂ ਨੇ ਆਪਾਂ ਨੂੰ ਬਾਬਾ ਸੰਗ ਆ ਕੇ ਦੇ ਦਿੱਤੇ। ਤਕਰੀਬਨ 70,000 ਗੁਟਕਾ ਸਾਹਿਬ ਆਪਣੇ ਕੋਲ ਆ, ਜਿਹਦੇ ਵਿੱਚ 50। ਚਲੋ ਤੁਸੀਂ ਪਿਛਲੇ ਸਾਲਾਂ ਦੇ ਪ੍ਰਚਾਰ ਕਰਦੇ ਆ, ਪਰ ਜੇ ਆਪਾਂ ਦੁਨੀਆ ਭਰ ਚ ਜਾਂ ਪੰਜਾਬ ਚ ਆਪਾਂ ਕਿਉਂਕਿ ਗੱਲ ਤਾਂ ਸਮੁੱਚੇ ਸੰਸਾਰ ਦੀ ਕਰਦੇ ਆ। ਨਹੀਂ ਸਹੀ ਆ ਪਿਆਰਿਓ, ਇਹ ਗੱਲ ਆ ਕਿ ਹਰੇਕ ਗੁਰੂ ਕੇ ਸਿੱਖ ਦਾ ਮੈਂ ਕਹਿੰਦਾ, ਚਾਹੇ ਉਹ ਅੰਮ੍ਰਿਤਧਾਰੀ ਆ, ਚਾਹੇ ਉਹ ਕੋਈ ਮੋਨਾ ਘੋਨਾ ਕੋਈ ਵੀ ਆ, ਜਿਹੜਾ ਗੁਰੂ ਸਾਹਿਬ ਜੀ ਤੇ ਭਰੋਸਾ ਰੱਖਦਾ, ਫਿਰ ਉਸ ਨੂੰ ਮਹਾਰਾਜ ਸਾਹਿਬ ਜੀ ਦਾ ਬਾਣੀ ਦਾ ਸਤਿਕਾਰ ਵੀ ਜਾਨ ਤੋਂ ਵੱਧ ਕੇ ਕਰਨਾ ਚਾਹੀਦਾ। ਇਹਦੇ ਵਿੱਚ ਕੋਈ ਦੋ ਰਾਮਾ ਨਹੀਂ ਕਿ ਉਹ ਗੁਰੂ ਕਾ ਸਿੱਖ ਹੈ ਜਾਂ ਨਹੀਂ। ਸੋ ਭਾਈ ਸਾਹਿਬ ਜੀ ਅੱਗੇ ਨਾ ਆਪਾਂ ਹੁਣ ਜਿਹੜਾ ਉਸ ਪਾਸੇ ਜ਼ਰੂਰ ਮੈਂ ਕਿਹਾ ਉਹ ਚੀਜ਼ ਰਹਿ ਨਾ ਜਾਵੇ, ਕਰ ਲਓ, ਕਰੋ। ਹਾਂਜੀ, ਜਿਹੜੀ ਆਪਾਂ ਕਹਿੰਦੇ ਆ, ਜਿਹੜੇ ਆਪ ਜੀ ਨੇ ਲਫ਼ਜ਼ ਵਰਤ ਕੇ ਸ਼ੁਰੂ ਕੀਤੀ ਸੀ ਗੱਲ, ਮੈਂ ਉੱਤੇ ਹੀ ਰਹਿਣਾ ਕਿ ਆਪਣੀ ਦਿੱਖ ਵਾਲੇ, ਜਿਹੜੇ ਸਿੱਖਾਂ ਦੀ ਦਿੱਖ ਵਾਲੇ ਗੁਰੂ ਸਾਹਿਬ ਜੀ ਦੀ ਬੇਅਦਬੀ ਕਿਵੇਂ ਕਰਦੇ ਆ, ਉਹ ਮੈਂ ਤੁਹਾਨੂੰ ਦੱਸਣ ਲੱਗਾ ਕਿ ਹੋਰ ਮੇਰੇ ਵਰਗਾ ਜਿਹੜਾ ਲਾ ਲਓ ਕਿ ਆਮ ਗੁਰਸਿੱਖ ਆ, ਉਹਦੀ ਸੂਝ ਵਿੱਚ ਤਾਂ ਹੋਵੇ ਨਾ ਹੋਵੇ ਵੱਖਰੀ ਗੱਲ ਆ, ਪਰ ਜਿਹੜੇ ਪ੍ਰਚਾਰਕ ਆ, ਜਿਹੜੇ ਤਖਤਾਂ ਦੇ ਜਥੇਦਾਰ ਰਹੇ ਆ, ਮੈਂ ਡਾਕਟਰ ਨਰਾਗ ਸਿੰਘ ਜਿਹੜੇ ਚੰਡੀਗੜ੍ਹ ਆ, ਉਹਨਾਂ ਦੀ ਇੱਕ ਪੋਸਟ ਪੜ੍ਹੀ ਸੀਗੀ। ਉਹਨਾਂ ਨੇ ਬੜੇ ਦਾਅਵੇ ਨਾਲ ਇਹ ਗੱਲ ਲਿਖੀ ਸੀ ਕਿ ਜਿਹੜੇ ਸਾਬਕਾ ਜਥੇਦਾਰ ਰਹੇ ਅਕਾਲ ਤਖਤ ਸਾਹਿਬ ਦੇ ਜੋਗਿੰਦਰ ਸਿੰਘ ਜੀ ਬਦੰਤੀ,
ਉਹ ਸਤਿਗੁਰ ਸਾਹਿਬ ਜੀ ਦੇ ਪਾਵਨ ਸਰੂਪ ਜਿਹੜੇ ਭਾਈ ਹਰਦਾਸ ਜੀ ਵਾਲੇ ਸਰੂਪ ਕਹਿੰਦੇ ਆ, ਜਿਹਨੂੰ ਜਿਹੜੇ ਹੁਣ ਉਹ ਲਿਖਾਰੀ ਉਹ ਲੱਗੇ ਸੀ, ਗੁਰੂ ਸਾਹਿਬ ਜੀ ਨੇ ਪਾਵਨ ਸਰੂਪ ਜਿਹੜੇ ਲਿਖਾਏ ਭਾਈ ਹਰਦਾਸ ਜੀ, ਜਿਹਨੂੰ ਆਪਾਂ ਉਹਨਾਂ ਦੇ ਡਾਕਟਰ ਸਾਹਿਬ ਉਹਨਾਂ ਦੇ ਕਹਿਣ ਦਾ ਵੀ ਜਿਹੜੇ ਨੂੰ ਕਹਿੰਦੇ ਆ ਕਿ ਦਮਦਮੀ ਬੀੜ, ਉਸ ਬੀੜ ਨੂੰ, ਉਸ ਸਤਿਗੁਰ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਸੂਟਕੇਸ ਵਿੱਚ ਪਾ ਕੇ ਇਹ ਬਦੰਤੀ ਜਿਹੜਾ ਜਥੇਦਾਰ ਆ ਇਹ ਇੰਗਲੈਂਡ ਵਿੱਚ ਲੈ ਕੇ ਆਇਆ। ਅੱਛਾ ਜੀ। ਇਹਨੇ ਉਹਨਾਂ ਦਾ ਨਾਮ ਵੀ ਆਪਾਂ ਨਸ਼ਰ ਕਰ ਦੇਵਾਂਗੇ, ਉਹਨਾਂ ਦੇ ਕੋਲ ਲੈ ਕੇ ਪਰਿਵਾਰ ਨੂੰ ਇੱਥੇ ਸਰੂਪ ਲਿਆ ਕੇ ਦਿੱਤੇ। ਅੱਛਾ। ਤੇ ਜੇ ਜਿਹੜੇ ਤਖਤਾਂ ਦੇ ਜਥੇਦਾਰ ਰਹੇ ਆ ਜਾਂ ਹੋਣਗੇ ਜਾਂ ਗਾਂ ਹੋਣਗੇ, ਜੇ ਉਹ ਘਟੀਆ ਕਰਤੂਤ ਕਰਨਗੇ ਤਾਂ ਆਮ ਸਿੱਖਾਂ ਤੋਂ ਜਿਹੜੇ ਤੁਸੀਂ ਕਹਿੰਦੇ ਆ ਕਿ ਜਿਹੜੇ ਸ਼ਰਾਬਾਂ ਪੀਂਦੇ ਆ, ਗੁਟਕਾ ਸਾਹਿਬ ਉਹਨਾਂ ਦੇ ਘਰ, ਉਹਨਾਂ ਨੂੰ ਆਪਾਂ ਕਿਵੇਂ ਰੋਕਾਂਗੇ ਜਦੋਂ ਆ ਜਿਨ੍ਹਾਂ ਨੇ 3-3 ਫੁੱਟੀਆਂ ਸ੍ਰੀ ਸਾਹਿਬਾਂ ਸੌਣ ਵੇਲੇ ਵੀ ਕੋਲ ਰੱਖਦੇ ਆ, ਦਿਖਾਵਾ ਕਰਦੇ ਆ, ਤੇ ਉਹ ਲੋਕ ਇਸ ਕਰਤੂਤ ਦਾ ਕੀ ਜਵਾਬ ਦੇਣਗੇ ਕਿ ਉਹ ਸਤਿਗੁਰ ਸਾਹਿਬ ਜੀ ਦੇ ਪਾਵਨ ਸਰੂਪ। ਤੇ ਮੈਂ ਇੱਕ ਚੀਜ਼ ਹੋਰ ਮੈਂਸ਼ਨ ਕਰਨੀ ਚਾਹੁੰਦਾ, ਏਸੀ ਜੋਗਿੰਦਰ ਸਿੰਘ ਬਦੰਤੀ ਨੇ 13 ਜੂਨ 2019 ਨੂੰ SGPC ਦੇ ਆਫਿਸ ਵਿੱਚ ਇੱਕ ਮੀਟਿੰਗ ਹੋਈ, ਉਹਦੀ ਵੀਡੀਓ ਵੀ ਹੈਗੀ ਆ। ਠੀਕ। ਦਸਮ ਪਿਤਾ ਦੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਨੂੰ ਉਹ ਝੋਲੇ ਚ ਪਾ ਕੇ ਲੈ ਕੇ ਆਇਆ ਮੀਟਿੰਗ ਦੇ ਵਿੱਚ, ਕਿ ਮੈਂ ਦਿਖਾਲਣ ਲਿਆ। ਅੱਛਾ ਜੀ। ਇਹ ਬੰਦੇ ਆ ਗੱਲ ਕਰਦੇ ਆ, ਆਪਾਂ ਕਿੱਥੇ ਕਹਿ ਦੇਵਾਂਗੇ ਕਿ ਬਾਣੀ ਗੁਰੂ ਹੈ ਬਾਣੀ। ਸਤਿਗੁਰ ਸਾਹਿਬ ਜੀ ਨੇ ਸਿੱਖ ਨੂੰ ਤਾਂ ਇਹ ਹੁਕਮ ਕੀਤਾ ਆ, ਤੇ ਤੁਸੀਂ ਪਾਈ ਝੋਲਿਆਂ ਵਿੱਚ ਫਿਰਦੇ ਆ ਜਾਂ ਸੂਟ ਕੇਸਾਂ ਵਿੱਚ ਪਾ ਕੇ ਹੋਰ ਦੇਸ਼ਾਂ 'ਚ ਲਿਜਾ ਕੇ ਵੇਚਦੇ ਆ ਸਰੂਪਾਂ ਨੂੰ, ਤਾਂ ਤੁਸੀਂ ਸਿੱਖ ਕਹਾਉਣ ਦੇ ਕਿੱਥੋਂ ਹੱਕਦਾਰ ਬਣ ਗਏ? ਗੁਰੂ ਸਾਹਿਬ ਜੀ ਨਾਲ ਉਦਾਂ ਜੀਵਨ ਵਿੱਚ ਕਮੀਆਂ ਹਰੇਕ ਸਿੱਖ ਦੇ ਹੋਣਗੀਆਂ, ਆਪਾਂ ਪਹਿਲਾਂ ਵੀ ਕੀਤੀਆਂ ਯਾਰ। ਗੁਰੂ ਗ੍ਰੰਥ ਸਾਹਿਬ ਜੀ ਨਾਲ ਤਾਂ ਇੰਨਾ ਤਾਂ ਡੁੱਬ ਕੇ ਮਰ ਜਾਓ ਕਿ ਗੁਰੂ ਸਾਹਿਬ ਜੀ ਨਾਲ ਤਾਂ ਨਾ ਕਰੋ ਏਦਾਂ। ਤੇ ਇਹ ਜਿਹੜੇ ਇਹ ਸਰੂਪ ਮਹਾਰਾਜ ਸਾਹਿਬ ਜੀ ਦੇ, ਜਿਹੜੇ ਮੈਂ ਤੁਹਾਨੂੰ ਕਿਹਾ ਭਾਈ ਹਰਦਾਸ ਜੀ ਵਾਲੇ ਜਿਹੜੇ ਸਰੂਪ ਆ, ਜਿਨ੍ਹਾਂ ਨੂੰ ਦਮਦਮਾ ਸਾਹਿਬ ਵਾਲੀ ਬੀੜ ਕਹਿੰਦੇ ਆ, ਜਾਂ ਦਮਦਮਾ ਸਾਹਿਬ, ਉਹ ਕਹਿੰਦੇ ਕਿ ਉਸ ਸਰੂਪ ਤੋਂ, ਹਰੇਕ ਸਰੂਪ ਦੇ ਉੱਪਰ ਸਤਿਗੁਰ ਸਾਹਿਬ ਜੀ ਦੇ ਪਹਿਲੇ ਅੰਗ ਤੇ ਲਿਖਿਆ ਹੁੰਦਾ ਕਿ ਉਹਨਾਂ ਸਰੂਪਾਂ ਤੋਂ ਸੁਧਾਈ ਕੀਤੀ ਗਈ ਹੈ। ਇਹ ਉਹ ਸਰੂਪ ਦੀ ਗੱਲ ਕਰ ਰਿਹਾ ਜੀ। ਇਹ ਪਾਵਨ ਸਰੂਪ 1 ਜੇਠ 1699 ਤੋਂ ਲੈ ਕੇ ਇਹਦੇ ਵਿੱਚ 9ਵੇਂ ਪਾਤਸ਼ਾਹ ਤੱਕ ਬਾਣੀ ਆ। ਠੀਕ। ਜਿਹੜੀ ਇਹਨਾਂ ਜੀ ਮਤਲਬ 9ਵੇਂ ਪਾਤਸ਼ਾਹ ਦੀ ਬਾਣੀ ਵੀ ਇਹਨਾਂ ਦੇ ਵਿੱਚ, ਤੇ 1730 ਤੱਕ ਸ੍ਰੀ ਦਰਬਾਰ ਸਾਹਿਬ ਪ੍ਰਕਾਸ਼ ਹੁੰਦੇ ਰਹੇ। ਤੇ ਕਿਵੇਂ ਗਾਇਬ ਕਰ ਦਿੱਤੇ ਗਏ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ। ਜਿਹੜੇ ਉਹਨਾਂ ਦੇ ਨਾਲ ਸੇਵਾ ਕਰਦੇ ਭਾਈ ਸਤਿੰਦਰ ਸਿੰਘ, ਭਾਈ ਡਾਕਟਰ ਅਨੁਰਾਗ ਸਿੰਘ ਨਾਲ, ਉਹਨਾਂ ਨੇ ਪੋਸਟ ਪਾਈ ਹੈ ਕਿ 205 ਮਹਾਰਾਜ ਸਾਹਿਬ ਜੀ ਦੇ ਸਰੂਪ ਜਿਹੜੇ ਹੱਥ ਲਿਖਤੇ ਆ, ਪੁਰਾਤਨ ਸਰੂਪ ਆ, ਉਹ ਮਹਾਰਾਜ ਸਾਹਿਬ ਜੀ ਦੇ ਗਾਇਬ ਹੋਏ ਦਰਬਾਰ ਸਾਹਿਬ ਤੋਂ। ਅੱਛਾ ਜੀ। ਜਿਹੜੇ 63 ਸਤਿਗੁਰ ਸਾਹਿਬ ਜੀ ਦਸਮ ਪਿਤਾ ਦੀ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਹੱਥ ਲਿਖਤ, ਇੰਨੇ ਮਹਾਰਾਜ ਇੱਥੋਂ ਬਹੁਤ ਕੀਮਤੀ ਖਜ਼ਾਨਾ ਸਾਡਾ ਉੱਥੋਂ ਇਦਾਂ ਦੇ ਚੌਧਰੀਆਂ ਨੇ ਲੁੱਟਿਆ। ਉੱਥੋਂ ਉਹਨਾਂ ਨੇ ਬਾਹਰ ਜਾ ਕੇ ਲੱਖਾਂ ਪੌਂਡਾਂ ਡਾਲਰਾਂ ਵਿੱਚ ਸਰੂਪ ਵੇਚੇ ਆ। ਤੇ ਇਹਨਾਂ ਨੇ ਇਹ ਦੱਸ ਦੇਣ ਕਿ ਇਹਨਾਂ ਦੀ ਲਿਖਤ ਵਿੱਚ ਹੈ ਨਹੀਂ ਕਿ ਜਿਹੜਾ ਜੋਗੀ ਆ ਅਮਰੀਕਾ ਵਾਲਾ, ਉਹ ਲੈ ਕੇ ਨਹੀਂ ਗਿਆ 5 ਸਰੂਪ ਜਿਹੜੇ ਮਹਾਰਾਜ ਸਾਹਿਬ ਜੀ ਦੇ ਹੱਥ ਲਿਖਤ ਸੀ। ਸਿਰਫ ਸਕਰੀਨਿੰਗ ਡਿਪਾਰਟਮੈਂਟ ਵਾਲਿਆਂ ਨੇ ਉਹਨਾਂ ਨੂੰ ਤਾਂ ਠਾਂ ਕੀਤਾ ਨਹੀਂ ਇਹ ਦੱਸਣ, ਇਹ ਖੁਦ ਦੱਸਣ ਕਿ ਆਹ ਸਰੂਪ ਇੱਥੇ ਸੀਗੇ। ਜਿਹੜੇ ਫੌਜ ਨੇ ਕੁਝ ਸਰੂਪ ਮੋੜੇ ਵੀ, ਉਹ ਮੁੜ ਕੇ ਕਿੱਥੇ ਗਏ ਹੁਣ ਵੀ ਉਹ ਗੱਲ ਚੱਲਦੀ ਆ। ਡਾਕਟਰ ਨਰਾਗ ਸਿੰਘ ਕਰ ਰਹੇ ਆ, ਮੇਰਾ ਖਿਆਲ ਉਹ ਦਮਦਮੀ ਟਕਸਾਲ ਦੇ ਵੱਖਰੇ ਜਿਹੜੇ ਬ੍ਰਾਂਚਾਂ ਆ ਉਹਨਾਂ ਨਾਲ ਮਿਲ ਕੇ ਵੀ ਇਹ ਗੱਲ ਕਰਨ ਦੇ ਕਿ ਆਹ ਸਰੂਪ, ਇਹ ਪਾਵਨ ਖਜ਼ਾਨਾ ਇੱਥੋਂ ਗੁਪਤ ਹੋ ਗਿਆ, ਇੱਥੋਂ ਗਾਇਬ ਕਰ ਦਿੱਤਾ ਗਿਆ। ਕਿਉਂ ਨਹੀਂ ਤੁਸੀਂ ਉੱਠ ਕੇ ਇਸ ਪਾਸੇ ਗੱਲ ਕਰਦੇ? ਸੋ ਇਹ ਜਿਹੜੀ ਗੱਲ ਆ ਜੀ, ਆ ਜਿਹੜੇ ਪਾਵਨ ਸਰੂਪ ਦੀ ਮੈਂ ਗੱਲ ਕਰਦਾ, ਇਹੀ ਡਾਕਟਰ ਰੂਪ ਸਿੰਘ ਕਹਿਣ ਦੇ ਆ ਕਿ ਇਹ ਪਾਵਨ ਸਰੂਪ ਸਾਡੇ ਕੋਲ, ਹਾਲਾਂਕਿ ਉਹ ਇੰਗਲੈਂਡ ਵਿੱਚ ਆ। ਉਹ ਜਾਨੀ ਕਿ ਉਦਾਂ ਹੀ ਜਿਹੜਾ ਮਰਜੀ ਜਿੱਥੇ ਮਰਜੀ ਆਪਣੀ ਪ੍ਰੈਸ ਕਾਨਫਰੰਸ ਵਿੱਚ ਜਿੱਦਾਂ ਦੀ ਮਰਜੀ ਜਬਲੀ ਛੱਡ ਦਿੰਦਾ। ਉਹਨਾਂ ਨੂੰ ਇਹ ਡਰੇ ਹੈ ਨਹੀਂ ਗਾ ਵੀ ਕਿਹੜਾ ਕਿਸੇ ਨੇ ਆ ਕੇ ਪੁੱਛਣਾ ਆ ਜਾਂ ਦੇਖਣਾ ਆ ਜੀ, ਜਿਹੜਾ ਜੋ ਮਰਜੀ ਬੋਲ ਦੇਣ ਜੀ। ਆਹੀ ਉੱਤੇ ਮੱਕੜ, ਉਦੋਂ ਜਦੋਂ ਮੱਕੜ ਪ੍ਰਧਾਨ ਸੀ ਤਾਂ ਉਹ ਪ੍ਰੈਸ ਕਾਨਫਰੰਸ ਵਿੱਚ ਕਹਿੰਦਾ ਕਿ ਇਹ ਜਿਹੜੇ ਭਾਈ ਹਰਦਾਸ ਜੀ ਵਾਲੇ ਪਾਵਨ ਸਰੂਪ ਹੈ ਇਹ ਅਗਨ ਭੇਟ ਹੋ ਗਿਆ ਸੀ। ਦੇਖੋ 3 ਵੱਖਰੀਆਂ ਸਟੇਟਮੈਂਟ ਆਇਆ। ਮੱਕੜ ਕਹਿਣ ਡਿਆ ਕਿ ਅਗਨ ਭੇਟ ਹੋ ਗਿਆ ਸਰੂਪ, ਉਹ ਪਾਵਨ ਸਰੂਪ। ਰੂਪ ਸਿੰਘ ਕਹਿਣ ਡਿਆ ਹੈ ਕਿ ਸਾਡੇ ਕੋਲ ਹੀ ਆ, ਤੇ ਪਰ ਬਦੰਤੀ ਉਹ ਲੈ ਕੇ ਯੂਕੇ ਆ ਗਿਆ ਜੀ ਸਰੂਪ। ਤੇ ਉਹ ਸਰੂਪ ਹੁਣ ਅੱਜ ਕੱਲ ਕਿੱਥੇ ਆ? ਯੂਕੇ ਦੇ ਵਿੱਚ ਆ, ਉਹ ਕਿਸੇ ਦੇ ਘਰ। ਤੇ ਉਹ ਇਦਾਂ ਤੁਹਾਡੇ ਕੋਲ ਜਾਣੀ ਉਹ ਪੂਰੇ ਸਬੂਤ ਹੈਗੇ ਆ ਕਿ ਕਿੱਥੇ ਆ ਉਹ ਸਰੂਪ? ਵਾਹਿਗੁਰੂ, ਉਹ ਸਾਡੀ ਇਤਿਹਾਸਕ ਸਾਡਾ ਖਜ਼ਾਨਾ ਸੀ, ਬਹੁਤ ਸਦੀਆਂ ਲਈ ਰਹਿਣ ਵਾਲਾ। ਸਾਡੇ ਗੁਰੂ ਸਾਹਿਬ ਜੀ ਜਿਹੜੇ ਆਪਾਂ ਦਾਅਵਾ ਕਰਦੇ ਆ ਕਿ ਸਤਿਗੁਰ ਸਾਹਿਬ ਜੀ ਨੇ ਆਪ, ਇੱਥੋਂ ਤੱਕ ਵੀ ਹੋਇਆ ਭਾਈ ਸੂਰਜਮਲ ਜੀ ਦੇ ਪਰਿਵਾਰ ਤੋਂ ਅਨੰਦਪੁਰ ਸਾਹਿਬ ਵਿੱਚੋਂ ਜਿਹੜੇ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪ ਆਪਣੇ ਕਰ ਕਮਲਾਂ ਨਾਲ ਆਪ ਦੀ ਗੁਰਬਾਣੀ ਲਿਖੀ ਸੀ। ਉਹ ਪੋਥੀ ਸਾਹਿਬਾਂ ਵੀ ਅਮਰੀਕਾ ਪਰਿਵਾਰ ਕੈਨੇਡਾ ਵਿੱਚ ਉਧਰ ਲੈ ਗਏ।
ਪਰਿਵਾਰ ਖਰੀਦ ਕੇ ਪੂਰੀ। ਉਹ ਕਹਿੰਦੇ ਕਿ ਗਰੀਬ ਪਰਿਵਾਰ ਸੀ ਪਰ ਉਹਨਾਂ ਦੀ ਸੇਵਾ ਸੰਭਾਲ ਹੋਈ ਨਹੀਂ ਕੌਮ ਕੋਲੋਂ, ਤਾਂ ਉਹਨਾਂ ਨੂੰ ਲਾ ਲਓ ਮਾਇਆ ਦੀ ਲੋੜ ਪਈ, ਅਗਲਿਆਂ ਨੇ ਉਹ ਸਾਰਾ ਖਜ਼ਾਨਾ ਹੀ ਵੇਚ ਦਿੱਤਾ। ਤੇ ਉਹ ਲੋਕ ਉਹਨਾਂ ਸਰੂਪਾਂ ਦੇ ਦਰਸ਼ਨ ਵੀ ਕਈ ਹਜ਼ਾਰ ਡਾਲਰ ਪਾਉਂਡ ਲੈ ਕੇ ਕਰਾਉਂਦੇ ਆ ਉਹਨਾਂ ਦੇ ਦਰਸ਼ਨ। ਤੇ ਇਦਾਂ ਹੀ ਇੱਕ ਅਮਰੀਕਾ ਦਾ ਆ ਕੋਈ ਮਾਨ, ਉਹਦਾ ਨਾਮ ਪੂਰਾ ਵੀ ਆਪਾਂ ਜਦੋਂ ਗਾਂ ਵੀ ਲੈ ਲਵਾਂਗੇ, ਉਹ ਪੋਥੀਆਂ ਤੇ ਹੁਕਮਨਾਮੇ ਇਹ ਸਾਰੇ ਲੈ ਕੇ ਨਹੀਂ ਗਿਆ ਸ਼੍ਰੋਮਣੀ ਕਮੇਟੀ ਵਿੱਚੋਂ, ਉੱਥੋਂ ਲਾਇਬ੍ਰੇਰੀ ਵਿੱਚੋਂ ਇਹਨਾਂ ਨੇ ਗਾਇਬ ਕੀਤੇ ਕਿ ਨਹੀਂ ਕੀਤੇ ਦੱਸ ਦੇਣ। ਅੱਜ ਜਦੋਂ ਹੁਣ ਗੱਲ ਤੁਰੀ ਆ, ਮੈਂ ਤਾਂ ਗੱਲ ਕਰਦਾ ਕਿ ਭਾਈ ਸਾਹਿਬ ਜੀ ਇਹ ਹੱਲ ਨਹੀਂ ਕਿ ਆਪਾਂ 5-7 ਜਾਣਿਆਂ ਨੂੰ ਫਾਰਗ ਇਹਨਾਂ ਨੂੰ ਇੱਥੋਂ ਜੌਬ ਤੋਂ ਕੱਢ ਦਈਏ। ਇਹ ਸਾਡਾ ਸਵਾਲ ਨਹੀਂ, ਸਾਡਾ ਸਵਾਲ ਕੌਮ ਦਾ, ਸੰਗਤ ਦਾ ਇਹ ਆ ਕਿ ਸਾਡਾ ਖਜ਼ਾਨਾ ਜਿਹੜਾ ਸਾਡੇ ਕੋਲ ਹੋਣਾ ਚਾਹੀਦਾ, ਸਾਡੇ ਉੱਥੇ ਦਰਬਾਰ ਸਾਹਿਬ ਹੋਣਾ ਚਾਹੀਦਾ, ਨਾ ਕਿ ਕਿਸੇ ਵਿਅਕਤੀ ਦੇ ਕੋਲ ਹੋਣਾ ਚਾਹੀਦਾ। ਕਿਸੇ ਵਿਅਕਤੀ ਦੇ ਕੋਲ ਨਿੱਜੀ ਕਿਸੇ ਦੀ ਜਾਇਦਾਦ ਹੈ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਜੀ। ਠੀਕ, ਜੇ ਮੈਂ ਕਹਿ ਦੇਵਾਂ ਕਿ ਮੈਂ ਆਪਣੇ ਘਰ ਮਹਾਰਾਜ ਸਾਹਿਬ ਜੀ ਦੇ ਪਾਵਨ ਸਰੂਪ ਲਿਆ ਕੇ ਮੈਂ ਬੇਅਦਬੀ ਕਰ ਦੂੰਗਾ, ਫਿਰ ਮੇਰਾ ਹੱਕ ਹੋ ਗਿਆ ਕਿ ਮੇਰੇ ਕੋਲ ਮੇਰੀ ਪ੍ਰਾਪਰਟੀ ਥੋੜਾ ਹੋ ਗਈ ਆ ਜੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਾਂ ਸੁਤੰਤਰ ਆ, ਸਤਿਗੁਰ ਸਾਹਿਬ ਜੀ ਤਾਂ ਰਾਜਿਆਂ ਦੇ ਰਾਜੇ, ਗੁਰੂ ਸਾਹਿਬ ਜੀ ਤਾਂ ਇਸ ਸਾਰੀ ਦੁਨੀਆ ਦੇ ਮਾਲਕ ਆ, ਤੇ ਅਸੀਂ ਬੰਨਣ ਦੇ ਆਪਣੇ ਅਧਿਕਾਰਾਂ ਵਿੱਚ ਗੁਰੂ ਸਾਹਿਬ ਜੀ ਨੂੰ। ਸੋ ਭਾਈ ਸਾਹਿਬ ਜੀ ਆ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸਣ ਡਿਆ ਕਿ ਡਾਕਟਰ ਰੂਪ ਸਿੰਘ ਕਿਵੇਂ ਉਹਨਾਂ ਦੀ 30 ਦਿਨ ਦੀ ਛੁੱਟੀ ਹੋ ਗਈ, ਕਿਵੇਂ ਉਹ ਮੁੜ ਕੇ ਚਲੋ ਹੁਣ ਆ ਗਿਆ, ਉਹਨਾਂ ਨੇ ਅਸਤੀਫਾ ਦੇ ਦਿੱਤਾ, ਕਿ ਹੁਣ ਉਹ ਸਜ਼ਾ ਦੇ ਹੱਕਦਾਰ ਸ਼੍ਰੋਮਣੀ ਕਮੇਟੀ ਜਾਂ ਸ੍ਰੀ ਅਕਾਲ ਤਖਤ ਸਾਹਿਬ ਵਾਲੇ। ਭਾਈ ਸਾਹਿਬ ਜੀ ਨਹੀਂ, ਐਲਾਨ ਤੇ ਇਹ ਹੁੰਦਾ ਅੱਗੇ ਜਦੋਂ ਗਿਆਨੀ ਗੁਰਬਚਨ ਸਿੰਘ ਜਥੇਦਾਰ ਸੀ ਉਦੋਂ ਐਲਾਨ ਕੀਤਾ, ਜਦੋਂ ਬੇਅਦਬੀਆਂ ਬਹੁਤ ਹੋ ਰਹੀਆਂ ਸੀ ਵੀ ਜਿਹੜੇ ਵੀ ਪਿੰਡ 'ਚ ਬੇਅਦਬੀ ਹੋਊਗੀ ਉੱਥੇ ਦੀ ਕਮੇਟੀ ਤੇ ਉੱਥੇ ਦਾ ਪ੍ਰਧਾਨ ਜਾਂ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਊਗੀ। ਤੇ ਫਿਰ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਰਹਿ ਕੇ ਜੇ ਬੇਅਦਬੀ ਹੋ ਰਹੀ ਹੈ ਤੇ ਫਿਰ ਸਾਰੀ ਕਮੇਟੀ ਜ਼ਿੰਮੇਵਾਰ ਹੈ, ਨਾ ਕਿ ਇਕੱਲੇ ਉਹ ਜਿਹੜੇ 4 ਜਾਂ 5-7 ਕਰਮਚਾਰੀ ਆ ਉਹੀ ਆ, ਸਾਰੀ ਕਮੇਟੀ ਜ਼ਿੰਮੇਵਾਰ ਹੈ ਜਾਂ ਉਸ ਵੇਲੇ ਦਾ ਪ੍ਰਧਾਨ ਜ਼ਿੰਮੇਵਾਰ ਆ। ਇੱਥੇ ਜਦੋਂ ਆਪਾਂ ਜਿਹੜੇ ਮੁਲਕ ਵਿੱਚ ਰਹਿੰਦੇ ਆ, ਆਪਾਂ ਦੇਖਿਆ ਕਿ ਜਿਹੜਾ ਨਾ ਕੋਈ ਵੋਟਾਂ ਵੀ ਹਾਰ ਜਾਂਦਾ ਤੇ ਉਹ ਜਾਂ ਉਹਨਾਂ ਤੇ ਕੋਈ ਇਦਾਂ ਦਾ ਦੋਸ਼ ਲੱਗ ਜਾਂਦਾ ਨਾ ਜੀ, ਕਿੰਨਾ ਇਹਦੇ ਮਿਨਿਸਟਰ ਤੇ ਲੱਗਾ ਸੀਗਾ ਕਿ ਉਹ ਕੈਬਨਿਟ ਮਿਨਿਸਟਰ ਸੀ, ਤਾਂ ਉਹਨੇ ਸਿਰਫ ਜਿਹੜੀ ਘਰ ਕੰਮ ਕਰਨ ਵਾਲੀ ਉਹ ਇਲੀਗਲ ਲੈ ਕੇ ਆਂਦੀ ਸੀ, ਤਾਂ ਉਹਨੂੰ ਆਪਣਾ ਅਸਤੀਫਾ ਦੇਣਾ ਪਿਆ। ਇਹ ਨੈਤਿਕਤਾ ਤੌਰ ਤੇ ਆ। ਹਾਂਜੀ। ਪਰ ਸਾਡੇ ਤਾਂ ਜਿੰਨਾ ਮਰਜ਼ੀ ਕਿੰਨੇ ਘਬਲੇ, ਵਾਹਿਗੁਰੂ ਇੱਕ ਮੈਂ ਤੁਹਾਨੂੰ ਇੱਥੇ ਬੇਨਤੀ ਕਰਨਾ ਚਾਹੁੰਦਾ, ਇਹ ਮੇਰੇ ਸੁਣਨ ਵਿੱਚ ਆਈ ਆ, ਸਾਡੇ ਕੋਲ ਅਜੇ ਇਹਦਾ ਕੋਈ ਹੈ ਨਹੀਂ ਕਿ ਦਰਬਾਰ ਜਿੱਥੇ ਅਖੰਡ ਪਾਠ ਸਾਹਿਬ ਚੱਲਦੇ ਆ ਕੰਪਲੈਕਸ ਦੇ ਵਿੱਚ, ਉੱਥੇ ਜਿਹੜੇ ਸਿੰਘ ਆ, ਜੇ ਭਾਈ ਰਘਵੀਰ ਸਿੰਘ ਨੇ ਅਖੰਡ ਪਾਠ ਸਾਹਿਬ ਕਰਾਇਆ ਤੇ ਉਹ ਪੁੱਛਦੇ ਆ, ਤੁਸੀਂ ਪੁੱਛਦੇ ਹੁੰਦੇ ਕਿ ਤੁਹਾਡੀ ਸੇਵਾ ਕੀ ਕਰੀਏ, ਤੇ ਉਹ ਕਹਿੰਦੇ ਕਿ ਇੱਧਰਲੇ ਪਾਸੇ ਬਾਬਾ ਦੀਪ ਸਿੰਘ ਵਾਲੇ ਪਾਸੇ ਉੱਥੇ ਚਾਹ ਵਾਲੀ ਦੁਕਾਨ ਆ ਤੇ ਉੱਥੇ 500 ਰੁਪਇਆ ਦੇ ਦਿਓ, ਅਸੀਂ ਚਾਹ ਪੀਂਦੇ ਰਵਾਂਗੇ। ਕਿੰਨੇ ਅਖੰਡ ਪਾਠ ਸਾਹਿਬ ਦਿਹਾੜੀ ਵਿੱਚ ਤੀਜੇ ਦਿਨ ਦੂਜੇ ਦਿਨ ਆਰੰਭ ਹੁੰਦੇ ਆ, ਉੱਥੇ 500 ਵਾਲੇ ਕਿੰਨੇ ਪਰਿਵਾਰ ਹੋਣਗੇ, ਤਾਂ ਇਹ ਕਿੱਦਾਂ ਦੇ ਘਪਲੇ ਚੱਲਣ ਡਏ ਆ, ਇਹ ਕਿਉਂ ਨਹੀਂ ਰੁਕ ਰਹੇ ਉਸ। ਪਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਘਾਟਾ ਨਹੀਂ ਹੋਣਾ ਕਦੇ ਵੀ, ਇਹ ਚ ਲੱਖ ਪਾਉਂਡ ਰੁਪਈਏ ਉੱਥੋਂ ਖਾਈ ਵੀ ਜਾਣ, ਕੋਈ ਵੀ ਮੈਂ ਹੋਵਾਂ ਮੈਂ ਖਾਈ ਜਾਵਾਂ। ਚਲੋ ਇਹ ਗੱਲਾਂ ਤਾਂ ਕਰੀ ਵੀ ਜਾਣ, ਸਾਨੂੰ ਉਹਦੇ ਨਾਲ ਬੜਾ ਫਰਕ ਨਹੀਂ ਪੈਂਦਾ। ਅਸੀਂ ਤੇ ਇਹ ਗੱਲ ਕਰਦੇ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਆ, ਜਿੱਥੇ ਜਿਨ੍ਹਾਂ ਦੀ ਡਿਊਟੀ ਬਣਦੀ ਆ, ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦਾ ਮਤਲਬ ਪ੍ਰਬੰਧ 'ਚ ਤਾਂ ਹੁਣ ਤਾਈਆਂ ਦੁਨੀਆ ਦੇ ਕਿਸੇ ਵੀ ਪ੍ਰਬੰਧ 'ਚ ਹੋ ਸਕਦੀਆਂ, ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਉੱਥੇ ਤੇ ਹਰ ਇੱਕ ਬੰਦੇ ਨੂੰ ਸਹਿਰਦ ਹੋਣਾ ਚਾਹੀਦਾ ਨਾ। ਵਾਹਿਗੁਰੂ ਇਹ ਸਭ ਤੋਂ ਵੱਡਾ ਅੱਜ ਗੁਰੂ ਕੇ ਸਿੱਖ ਦਾ ਜੇ ਕੋਈ ਫਰਜ਼ ਬਣਦਾ, ਅੱਜ ਗੁਰੂ ਕਾ ਸਿੱਖ ਜਿਹੜਾ ਕੋਈ ਬੋਲਣਾ ਜਾਣਦਾ, ਅੱਜ ਕੋਈ ਸਿੱਖ ਗੁਰੂ ਕਾ ਸਿੱਖ ਜਿਹੜਾ ਕੋਈ ਲਿਖਣਾ ਜਾਣਦਾ, ਉਹ ਇੱਕ ਹੀ ਕੰਮ ਕਰੇ ਕਿ ਆਪਾਂ ਸਾਰੇ ਰਲ ਕੇ, ਕੋਈ ਇੱਕ ਜਾਣਾ ਨਹੀਂ, ਸਾਰੇ ਰਲ ਕੇ ਸ਼੍ਰੋਮਣੀ ਕਮੇਟੀ ਨੂੰ ਤਖਤ ਸਾਹਿਬਾਂ ਤੇ ਚਿੱਠੀਆਂ ਲਿਖੀਏ, ਜਾਂ ਉਹਨਾਂ ਨੂੰ ਟੈਲੀਫੋਨ ਕਰੀਏ, ਜਾਂ ਉਹਨਾਂ ਨੂੰ ਈਮੇਲ ਕਰੀਏ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਛਪਵਾਈ ਬੰਦ ਜੇ ਕਰ ਦੇਵਾਂਗੇ, ਜੇ ਗੁਰੂ ਸਾਹਿਬ ਜੀ ਦੇ ਸਰੂਪਾਂ ਨੂੰ ਅਗਨ ਭੇਟ ਕਰਨ ਵਾਲੇ ਅਗਨ ਕੁੰਡ ਬੰਦ ਕਰ ਦੇਵਾਂਗੇ, ਤਾਂ ਗੁਰੂ ਕਾ ਸਤਿਕਾਰ ਹੋ ਸਕਦਾ। ਨਹੀਂ ਤਾਂ ਇਦਾਂ ਦੀਆਂ 100 ਸ਼੍ਰੋਮਣੀ ਕਮੇਟੀਆਂ ਤੇ ਲੱਖਾਂ ਹੀ ਪ੍ਰਬੰਧਕ ਆ ਜਾਣ, ਉਹ ਗੁਰੂ ਸਾਹਿਬ ਜੀ ਦਾ ਅਦਬ ਸਤਿਕਾਰ ਬਹਾਲ ਨਾ ਸਤਿਕਾਰ ਕਮੇਟੀਆਂ ਤੋਂ ਹੋਣਾ, ਨਾ ਸਿੰਘ ਸਭਾਵਾਂ ਤੋਂ, ਨਾ ਜਥੇਬੰਦੀਆਂ ਤੋਂ ਹੋਣਾ, ਕਿਉਂਕਿ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਛਾਪੇ ਹੀ ਇੰਨੇ ਗਏ ਜਿਨ੍ਹਾਂ ਦੀ ਕੋਈ ਦੇਖਭਾਲ ਹੈ ਹੀ ਨਹੀਂ। ਆਪਾਂ ਜਿਹੜੀ ਗੱਲ ਮੈਂ ਕਹੀ ਸੀ ਨਾ ਜੀ, ਉਹ 500 ਰੁਪਏ ਚਾਹ ਵਾਲੀ, ਉਹ ਗੁਰੂ ਸਾਹਿਬ ਜੀ ਨਾਲ ਤਾਂ ਰਿਲੇਟਡ ਆ ਕਰਕੇ ਉਹ ਗ੍ਰੰਥੀ ਸਿੰਘ, ਪਾਠੀ ਸਿੰਘ, ਸਤਿਗੁਰ ਸਾਹਿਬ ਜੀ ਦੀ ਤਾਬਿਆ ਬਹਿੰਦੇ ਆ। ਹਾਂਜੀ।
ਇਹਦੇ ਵੀ ਮਾਧਿਅਮ ਮਨਵੀਰ ਸਿੰਘ ਜੀ, ਜਿੱਦਾਂ ਅੱਜ ਦੇ ਪ੍ਰੋਗਰਾਮ ਦਾ ਜਿੱਦਾਂ ਮੇਨ ਜਿਹੜਾ ਮੈਸੇਜ ਤੁਸੀਂ ਦੇਣਾ ਚਾਹੁੰਦੇ ਆ ਸੰਗਤਾਂ ਨੂੰ ਨਾ, ਦੇਖੋ ਨਾ ਤਾਂ ਆਪਾਂ ਇਹ ਦਾਅਵਾ ਕਰ ਸਕਦੇ ਕਿ ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਸਾਰਾ ਕੁਝ ਹੱਲ ਕਰ ਦੇਣਾ ਆ, ਤੇ ਲੇਕਿਨ ਲੋਕਾਂ ਨੂੰ ਜਾਂ ਜਿਹੜਾ ਮੈਸੇਜ ਹੁੰਦਾ ਇੱਕ ਜਿਹੜਾ ਅਗਲੇ ਦੇ ਦਿਮਾਗ ਦੇ ਵਿੱਚ ਵੜ ਜਾਵੇ ਵੀ ਹਾਂ ਵੀ ਆਹ ਗੱਲ ਮੈਂ ਕਰਨੀ ਨਹੀਂ ਗੀ ਮੁੜ ਕੇ, ਵੀ ਇਹਦੇ ਤੇ ਮੈਂ ਪਹਿਰਾ ਦੇਣਾ ਆ, ਉਹ ਗੱਲ ਜ਼ਰੂਰ ਕਹੋ ਤਾਂ ਕਿ ਲੋਕਾਂ ਨੂੰ ਆਪਣਾ ਪ੍ਰੋਗਰਾਮ ਕਰਨ ਦਾ ਵੀ ਮਤਲਬ ਜਦੋਂ ਵੀ ਅਗਲਾ ਦੇਖੇ ਉਹਨੂੰ ਪਤਾ ਲੱਗੇ ਵੀ ਭਾਈ ਆਹ ਗੱਲ ਬਹੁਤ ਜ਼ਰੂਰੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਲਈ, ਵੀ ਜਿੱਥੇ ਉਹਦਾ ਐਜ ਏ ਸਿੱਖ, ਨਾ ਕਿ ਕਿਸੇ ਪ੍ਰਬੰਧਕਾਂ ਨੂੰ ਜਥੇਦਾਰਾਂ ਨੂੰ ਆਪਾਂ ਠੀਕ ਹੈ ਜਿੱਥੇ ਉਹਨਾਂ ਨੇ ਆਪਾਂ ਉਹਨਾਂ ਦੀਆਂ ਊਣਤਾਈਆਂ ਜਾਂ ਉਹਨਾਂ ਦੀਆਂ ਕਮਜ਼ੋਰੀਆਂ ਜਾਂ ਬਾਕੀ ਸਿੱਖਾਂ ਦੀ ਕਮਜ਼ੋਰੀਆਂ ਦੀ ਗੱਲ ਕੀਤੀ ਆ, ਉੱਥੇ ਫਰਜ਼ਾਂ ਦੀ ਵੀ ਗੱਲ ਕਰੀਏ, ਸਾਡਾ ਕੀ ਫਰਜ਼ ਬਣਦਾ ਹੈ। ਵਾਹਿਗੁਰੂ ਆਪ ਬਹੁਤ ਵਧੀਆ, ਆਪ ਜੀ ਨੇ ਮੈਂ ਪਹਿਲਾਂ ਵੀ 4-5 ਵਾਰੀ ਕਹਿ ਚੁੱਕਿਆ, ਮੈਂ ਤੁਹਾਨੂੰ ਇੱਕ ਗੱਲ ਮੁੜ ਕੇ ਹਰੇਕ ਗੁਰੂ ਕਾ ਸਿੱਖ ਜਿਹੜਾ ਸਤਿਗੁਰ ਸਾਹਿਬ ਜੀ ਨੂੰ ਬਹੁਤ ਜ਼ਿਆਦਾ ਪਿਆਰ ਕਰਦਾ, ਜਿਹੜਾ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਮਹਾਰਾਜ ਸਾਹਿਬ ਜੀ ਤੇ ਭਰੋਸਾ ਕਰਦਾ, ਸਤਿਗੁਰ ਸਾਹਿਬ ਜੀ ਦੀਆਂ ਸ਼ਕਤੀਆਂ ਤੇ ਅਸਥਾਨਾਂ ਤੇ ਗੁਰੂ ਸਾਹਿਬ ਜੀ ਦੀ ਗੁਰਬਾਣੀ ਤੇ ਭਰੋਸਾ ਕਰਦਾ, ਉਹ ਜ਼ਰੂਰ ਇਸ ਬੇਨਤੀ ਨੂੰ ਸੁਣੋ, ਹੱਥ ਜੋੜ ਕੇ ਬੇਨਤੀ ਆ ਗੁਰੂ ਕੇ ਸਿੱਖੋ, ਹਰੇਕ ਗੁਰੂ ਕਾ ਸਿੱਖ ਇਹ ਤਹਈਆ ਕਰੇ ਕਿ ਮੈਂ ਸਤਿਗੁਰ ਸਾਹਿਬ ਜੀ ਦੇ ਪਾਵਨ ਸਰੂਪ ਦਾ ਅਦਬ ਸਤਿਕਾਰ ਆਪਣੀ ਜਾਨ ਤੋਂ ਵੱਧ ਕੇ ਕਰਨਾ, ਚਾਹੇ ਉਹ ਸਾਡੇ ਲੋਕਲ ਗੁਰਦੁਆਰਾ ਸਾਹਿਬ ਵਿੱਚ ਆ, ਚਾਹੇ ਉਹ ਦਰਬਾਰ ਸਾਹਿਬ ਤੋਂ ਜਿੱਥੇ ਪਾਵਨ ਸਰੂਪ ਰਾਮਸਰ ਸਾਹਿਬ ਤੋਂ ਛਪਦੇ ਆ, ਆਪਾਂ ਆਪਣੇ ਉਹ ਵੀ ਜ਼ਿੰਮੇਵਾਰ ਸਿੰਘਾਂ ਨੂੰ, ਜਥੇਦਾਰਾਂ ਨੂੰ, ਗੁਰੂ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ, ਸੰਪਰਦਾਵਾਂ ਦੇ ਮੁਖੀਆਂ ਨੂੰ, ਨਿਹੰਗ ਦਲਾਂ ਨੂੰ, ਸਾਰਿਆਂ ਨੂੰ ਬੇਨਤੀ ਕਰੀਏ ਕਿ ਸਾਰੇ ਆਪਾਂ ਹੋਰ ਜਿਹੜੀਆਂ ਮਰਜ਼ੀ ਤੁਸੀਂ ਆਪਣੇ ਮਨਾਂ ਵਿੱਚ ਦੂਸ਼ਣਬਾਜ਼ੀਆਂ, ਲਾਗਬਾਜ਼ੀਆਂ, ਜੈਦਬਾਜ਼ੀਆਂ ਰੱਖ ਲਓ, ਪਰ ਗੁਰੂ ਗ੍ਰੰਥ ਸਾਹਿਬ ਜੀ, ਮਹਾਰਾਜ ਸਾਹਿਬ ਜੀ ਦੇ ਅਦਬ ਸਤਿਕਾਰ ਦੀ ਜਿੱਥੇ ਗੱਲ ਹੁੰਦੀ ਆ, ਉੱਥੇ ਜ਼ਰੂਰ ਸਿਰ ਜੋੜ ਕੇ, ਪਿੱਠਾਂ ਜੋੜ ਕੇ ਖਲੋਵੋ, ਉੱਥੇ ਜ਼ਰੂਰ ਨਿਮਰਤਾ ਨਾਲ ਇੱਕ ਦੂਜੇ ਦੇ ਚਰਨਾਂ ਤੇ ਢਹਿ ਕੇ ਇਹ ਗੱਲ ਕਰੋ ਕਿ ਆਪਾਂ ਸਭ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸਰੂਪਾਂ ਦਾ ਸਤਿਕਾਰ ਪਹਿਲੇ ਨੰਬਰ ਤੇ ਰੱਖ ਕੇ, ਵਾਹਿਗੁਰੂ ਫੇਰ ਕਿਸੇ ਦੇ ਵਿੱਚ ਦੂਸ਼ਣਬਾਜ਼ੀ, ਖਹਿਬਾਜ਼ੀ ਵੀ ਨਹੀਂ ਰਹਿਣੀ ਜੇ ਗੁਰੂ ਸਾਹਿਬ ਜੀ ਦਾ ਆਪਾਂ ਅਦਬ ਸਤਿਕਾਰ ਪਹਿਲੇ ਨੰਬਰ ਤੇ ਰੱਖੀਏ। ਤੇ ਮੈਂ ਜਿਹੜੇ ਇੱਥੇ ਲੋਕਲ ਜਿਹੜੇ ਯੂਕੇ, ਯੂਰਪ ਵਿੱਚ ਜਾਂ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ, ਇੱਧਰਲੇ ਮੁਲਕਾਂ ਦੇ ਜਿਹੜੇ ਪ੍ਰਬੰਧਕ ਸੱਜਣੇ ਆ ਉਹਨਾਂ ਨੂੰ ਬੇਨਤੀਆਂ ਕਰਦਾ ਕਿ ਹੋਰ ਜਿੱਥੇ ਮਰਜ਼ੀ ਗ੍ਰੰਥੀ ਸਿੰਘਾਂ ਨਾਲ ਜਿੱਦਾਂ ਦਾ ਮਰਜ਼ੀ ਤੁਹਾਡਾ ਵਿਹਾਰ ਚੱਲਦਾ ਉਹਨੂੰ ਸੁਧਾਰੀਏ, ਗੁਰੂ ਕੇ ਗ੍ਰੰਥੀ ਸਿੰਘਾਂ ਨੂੰ ਨਿਮਰਤਾ ਸਹਿਤ ਤੇ ਬੇਨਤੀ ਆਪਾਂ ਸਾਰੇ ਜਾਣੇ ਰਲ ਕੇ ਕਰੀਏ ਕਿ ਉਹ ਗੁਰੂ ਸਾਹਿਬ ਜੀ ਦੇ ਪਹਿਰੇਦਾਰੀ, ਗੁਰੂ ਸਾਹਿਬ ਜੀ ਦੀ ਚੌਰਬਰਦਾਰੀ ਤੇ ਗੁਰੂ ਸਾਹਿਬ ਜੀ ਦੇ ਸਤਿਕਾਰ ਦਾ ਜੁੰਮਾ ਹਰੇਕ ਉਸ ਗ੍ਰੰਥੀ ਸਿੰਘ ਦਾ, ਹਰੇਕ ਉਸ ਪ੍ਰਬੰਧਕ ਦਾ ਤੇ ਹਰੇਕ ਸੰਗਤ ਦੇ ਮੈਂਬਰ ਦਾ ਆ ਕਿ ਉਹ ਵੱਧ ਤੋਂ ਵੱਧ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦਾ ਸਤਿਕਾਰ ਕਰੀਏ। ਤੇ ਆਪਾਂ ਜਿਹਦੇ ਕੰਨ ਵਿੱਚ ਇਹ ਗੱਲ ਪੈਂਦੀ ਆ ਕਿ ਕਿਤੇ ਵੀ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਕੋਈ ਇਕੱਤਰ ਕਰ ਰਿਹਾ ਆ ਕਿ ਅਗਨ ਭੇਟ ਕਰਨ ਵਾਸਤੇ ਜਾਂ ਪ੍ਰਾਤਨ ਸਰੂਪਾਂ ਨੂੰ ਇਕੱਤਰ ਕਰ ਰਿਹਾ, ਤਾਂ ਜ਼ਰੂਰ ਲੋਕਲ ਗੁਰੂ ਘਰਾਂ ਨੂੰ ਜਾਂ ਸਾਡੇ ਨਾਲ ਸੰਪਰਕ ਕਰੋ ਜਾਂ ਕਿਸੇ ਚੈਨਲਾਂ ਨਾਲ ਸੰਪਰਕ ਕਰੋ ਤਾਂ ਕਿ ਦੱਸਿਆ ਜਾਵੇ ਕਿ ਗੁਰੂ ਸਾਹਿਬ ਜੀ ਦੇ ਨਾਲ ਕਿੱਡਾ ਵੱਡਾ ਸਿੱਖ ਗਾਤਰੇ ਪਾ ਕੇ, ਚੋਲੇ ਪਾ ਕੇ, ਦਸਤਾਰਾਂ ਬੰਨ ਕੇ ਕਿੱਡਾ ਵੱਡਾ ਉਹ ਗੁਰੂ ਸਾਹਿਬ ਜੀ ਨਾਲ ਧੋਖਾ ਕਰ ਰਿਹਾ ਤੇ ਉਹਨਾਂ ਨੂੰ ਰੋਕਿਆ ਜਾਵੇ। ਤੇ ਆ ਜਿਹੜਿਆਂ ਦੀ ਮੈਂ ਗੱਲ ਕੀਤੀ ਆ ਜਿਨ੍ਹਾਂ ਨੇ ਸਰੂਪਾਂ ਨੂੰ ਅਗਨ ਭੇਟ ਕਰਦੇ ਆ, ਹੁਣ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਨ ਲਈ ਗੁਰੂ ਕੇ ਸਿੱਖ ਇੰਡੀਆ ਯਤਨ ਕਰਦੇ ਆ। ਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਪਰੀਮ ਕੋਰਟ ਨੇ ਪ੍ਰਗਟ ਗੁਰਾਂ ਕੀ ਦੇ ਜਿੰਦੇ ਜਾਗਦੇ ਮਹਾਰਾਜ ਸਾਹਿਬ ਜੀ ਨੂੰ ਉਹਨਾਂ ਨੇ ਸੁਪਰੀਮ ਪ੍ਰਵਾਨ ਕੀਤਾ ਆ ਤੇ ਗੁਰੂ ਸਾਹਿਬ ਜੀ ਨੂੰ ਜੇ ਅਗਨ ਭੇਟ ਕਰਦੇ ਆ ਤੇ ਉਹਨਾਂ ਤੇ ਵੀ 302 ਦਾ ਹੁਣ ਪਰਚਾ ਹੋਊਗਾ। ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ, ਗੁਰੂ ਕੇ ਸਿੱਖ ਪੰਜਾਬ ਵਿੱਚ ਕੋਸ਼ਿਸ਼ ਕਰ ਰਹੇ ਆ ਕਿ ਹਰੇਕ ਦੇ ਉੱਤੇ ਇਹ ਮੁਕੱਦਮੇ ਚੱਲਣੇ ਤੇ ਆਹ 328 ਵਾਲਿਆਂ ਤੇ ਵੀ ਚੱਲਣੇ ਆ, ਇਹਨਾਂ ਤੇ ਵੀ ਮੁਕੱਦਮੇ ਚੱਲਣੇ ਆ। ਕੋਈ ਹੋਵੇ ਇੱਥੇ ਆਪਣੇ ਮਨਵੀਰ ਸਿੰਘ ਜੀ, ਜਿਹੜੀ ਇਹ ਤੇ ਚੀਜ਼ ਆ ਇੱਥੇ ਨਾ ਕੋਈ ਜਥੇਬੰਦੀ ਆ, ਨਾ ਕੋਈ ਧੜੇਬੰਦੀ, ਨਾ ਕੋਈ ਰਿਸ਼ਤੇਦਾਰੀ ਆ, ਇੱਥੋਂ ਹੀ ਤਾਂ ਅਸੀਂ ਮਰਦੇ ਆ, ਇੱਥੋਂ ਹੀ ਤਾਂ ਅਸੀਂ ਕਈ ਵਾਰੀ ਜਿੱਦਾਂ ਆਪਣਾ ਘਾਟਾ ਖਾਂਦੇ ਆ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵੀ ਜੀ ਸਾਡੇ ਧੜੇ ਨਾਲ ਸੰਬੰਧਿਤ ਆ, ਇਹਨੂੰ ਅੰਦਰ ਬਹਿ ਕੇ ਸਮਝਾ ਲਓ ਜਾਂ ਫਲਾਨੀ ਚੀਜ਼ ਆ ਇਹਨੂੰ ਏਦਾਂ ਕਰ ਲਓ, ਇਹ ਕੋਈ ਨਹੀਂ ਇਹਨੂੰ ਏਦਾਂ ਕਹਿ ਦਿਓ, ਇਹਨੂੰ ਚੁੱਪ ਕਰ। ਜਦੋਂ ਅਸੀਂ ਬਗਾਨੇ ਨੂੰ ਕਿਸੇ ਹੋਰ ਲਈ ਉਹਦਾ ਸਿਰ ਵੱਢਣ ਤੱਕ ਜਾਂਦੇ ਆ ਤੇ ਜਦੋਂ ਆਪਣਾ ਕੋਈ ਹੁੰਦਾ ਉਦੋਂ ਅਸੀਂ ਉਹਨੂੰ ਢੱਕਦੇ ਆ। ਇਹ ਚੀਜ਼ਾਂ ਤੋਂ ਉੱਪਰ ਉੱਠਣਾ ਪਊਗਾ। ਵਾਹਿਗੁਰੂ ਅੱਜ ਮੈਂ ਛੇਤੀ ਹੁਣ ਸਮਾਪਤ ਕਰ ਦੇਣੇ। ਅੱਜ ਇੱਥੇ ਸਾਡਾ ਸਤਿਕਾਰ ਗੁਰੂ ਸਾਹਿਬ ਜੀ ਦਾ ਖੜ ਵੀ ਇੱਥੇ ਗਿਆ, ਕਿਉਂਕਿ ਜਦੋਂ ਆਪਾਂ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਜਿਹਨੂੰ ਮਰਦੇ ਮੁਜਾਹਿਦ ਕਹਿੰਦੇ ਆ ਤੇ ਹੈ ਵੀ ਮਰਦ, ਤੇ ਮਰਦਾਂ ਵਾਲੇ ਕੰਮ ਵੀ ਕੀਤੇ। ਜੇ ਗੁਰੂ ਸਾਹਿਬ ਜੀ ਨੂੰ ਕਿਸੇ ਨੇ ਗੋਹੇ ਵਿੱਚ ਦੱਬਿਆ ਤਾਂ ਉਹਦਾ ਸਿਰ ਵੱਢ ਕੇ ਗੋਹੇ ਉਸ ਦੇ ਵਿੱਚ ਦੱਬਿਆ, ਤੇ ਜੇ ਸਤਿਗੁਰ ਸਾਹਿਬ ਜੀ ਦੇ ਵਿੱਚ ਕਿਸੇ ਨੇ ਵਰਸ਼ਾ ਮਾਰਿਆ ਤੇ ਉਹ ਵਰਸ਼ਾ ਵੀ ਉਹਦੇ ਹੀ ਮਾਰਿਆ, ਉਹੀ ਵਰਸ਼ਾ।
ਤੇ ਮਸਲਿਆਂ ਦੇ ਹੱਲ ਵੀ ਇਦਾਂ ਹੀ ਹੋਣੇ ਆ। ਜੇ ਆਪਾਂ ਇਹਨਾਂ ਨੂੰ ਖਾਲਸਾਈ ਰਵਾਇਤਾਂ ਨਾ ਇਹਨਾਂ ਤੇ ਲਾਗੂ ਕੀਤੀਆਂ ਜਾਣ, ਇਹਨਾਂ ਨੂੰ ਮਾਫੀਆਂ ਤੇ ਇਹਨਾਂ ਨੂੰ ਦੇਗਾਂ ਕਰਾ ਕੇ ਇਹਨਾਂ ਨੂੰ ਸ੍ਰੀ ਅਖੰਡ ਪਾਠ ਸਾਹਿਬ ਕਰਾ ਕੇ ਛੱਡ ਦਿੱਤੇ ਜਾਣ, ਇਹ ਮਸਲੇ ਹੱਲ ਨਹੀਂ ਹੋਣੇ। ਜਿੱਦਾਂ ਜਿਹੜੇ ਉਹ ਕੈਨੇਡਾ ਵਾਲਾ ਹੀ ਕਹਿਣ ਡਿਆ ਸੀਗਾ, ਸਿਆਣਾ ਬਿਆਣਾ, ਉਹ ਕਹਿਣ ਡਿਆ ਕਿ ਕੋਈ ਨਹੀਂ ਅਖੰਡ ਪਾਠ ਸਾਹਿਬ ਕਰਾ ਰਹੇ, ਅਸੀਂ ਮਾਫੀ ਮੰਗ ਲਵਾਂਗੇ। ਕਹਿਣਗੇ ਮਤਲਬ ਜਿੱਦਾਂ ਰੂਟੀਨ ਜਿਹਾ ਇਹਦੇ ਵਿੱਚ ਕੋਈ ਨਹੀਂ ਜੀ, ਜੇ ਗਲਤੀ ਹੋ ਗਈ ਤਾਂ ਗੋਰਿਆਂ ਸੌਰੀ ਕਹਿ ਦਾਂਗੇ। ਹਾਂ, ਸੌਰੀ ਬੰਦਾ ਮਾਰ ਕੇ, ਗੁਰੂ ਸਾਹਿਬ ਜੀ ਦਾ ਕਤਲ ਕਰਕੇ, ਗੁਰੂ ਸਾਹਿਬ ਜੀ ਦੀ ਬੇਅਦਬੀ ਕਰਕੇ, ਗੁਰੂ ਸਾਹਿਬ ਜੀ ਦਾ ਨਰਾਦਰ ਕਰਕੇ ਅਸੀਂ ਕਹਿ ਦੇਵਾਂਗੇ ਕਿ ਹਾਂ ਸੌਰੀ ਏਦਾਂ ਹੋ ਗਿਆ, ਸਾਡੇ ਕੋਲ ਸਰੂਪ ਛਾਪੇ ਗਏ, ਸਾਡੇ ਕੋਲ ਸਰੂਪ ਅਗਨ ਭੇਟ ਹੋ ਗਏ, ਸਾਡੇ ਕੋਲ ਸਰੂਪਾਂ ਦੀ ਬੇਅਦਬੀ ਹੋ ਗਈ, ਸ਼ਰਮ ਨਾਲ ਡੁੱਬ ਕੇ ਕਿਉਂ ਨਹੀਂ ਮਰ ਜਾਂਦੇ? ਹੋਰ ਕਿਸੇ ਧਰਮ ਦਾ ਆਸਰਾ ਲੈ ਲਓ, ਉੱਥੇ ਜਾ ਮਰੋ, ਕਿਉਂ ਗੁਰੂ ਸਾਹਿਬ ਜੀ ਨਾਲ ਏਦਾਂ ਕਰਨ ਰਹੇ ਆ? ਤੇ ਆਪਾਂ ਜਿਵੇਂ ਭਾਈ ਸਾਹਿਬ ਜੀ, ਮੈਂ ਪਹਿਲਾਂ ਆਪ ਜੀ ਨੂੰ ਬੇਨਤੀ ਕੀਤੀ ਆ ਕਿ ਜਿਹੜੇ ਇੰਡੀਆ ਦੇ ਵਿੱਚ, ਚਾਹੇ ਉਹ ਕਿਸੇ ਅਹੁਦੇ ਤੇ ਵੀ ਬੈਠਾ ਹੋਵੇ, ਜਥੇਦਾਰੀ ਦੇ ਅਹੁਦੇ ਤੇ ਬੈਠਾ ਹੋਵੇ, ਕਿਸੇ ਪ੍ਰਧਾਨ ਜੀ ਦੇ ਅਹੁਦੇ ਤੇ ਮਾਣ ਕਰਦਾ ਹੋਵੇ, ਹੰਕਾਰ ਕਰਦਾ ਹੋਵੇ, ਕਿਸੇ ਕਮੇਟੀਆਂ ਦਾ ਹੰਕਾਰ ਕਰਦਾ ਹੋਵੇ, ਜਿਹਨੇ ਗੁਰੂ ਸਾਹਿਬ ਜੀ ਦੇ ਸਰੂਪਾਂ ਨੂੰ ਅਗਨ ਭੇਟ ਕੀਤਾ, ਜਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੁਣ ਬੇਲੋੜੀ ਛਪਵਾਈ ਕਰਨਗੇ, ਉਹਨਾਂ ਸਰੂਪਾਂ ਦੀ ਬੇਅਦਬੀ ਹੋਈ ਤਾਂ ਉਹਨਾਂ ਦੇ ਜ਼ਿੰਮੇਵਾਰ, ਉਹਨਾਂ ਤੇ ਹੋਣ ਵਾਲੇ ਪਰਚਿਆਂ ਦੇ ਜ਼ਿੰਮੇਵਾਰ, ਉਹਨਾਂ ਤੇ ਹੋਣ ਵਾਲੀਆਂ ਕਾਰਵਾਈਆਂ ਦੇ ਜ਼ਿੰਮੇਵਾਰ ਉਹ ਖੁਦ ਹੋਣਗੇ। ਤੇ ਆਪਾਂ ਜਿਹੜੀ ਤੁਸੀਂ ਗੱਲ ਕਹੀ ਸੀ, ਮੈਂ ਹਰੇਕ ਗੁਰੂ ਕੇ ਸਿੱਖ ਨੂੰ ਇਹ ਬੇਨਤੀ ਕਰਦਾ ਕਿ ਜਿਹੜੇ ਗੁਰੂ ਕੇ ਸਿੱਖ ਪੰਜ ਪਿਆਰਿਆਂ ਦੇ ਵਿੱਚ ਲੱਗਦੇ ਆ, ਜਿਹੜੇ ਗੁਰੂ ਕੇ ਸਿੱਖ ਜੀਵਨ ਵਾਲੇ ਆ, ਉਹ ਆਪਣੇ ਜ਼ਰੂਰ ਘਰਾਂ ਵਿੱਚ, ਗੁਰਦੁਆਰਾ ਸਾਹਿਬਾਂ ਵਿੱਚ ਦੇਗ ਤਿਆਰ ਕਰਕੇ ਪੰਜ ਸਿੰਘ, ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰ ਕਹਿੰਦੇ ਆ ਕਿ ਜੇ ਰਹਿਤ ਵਹਿਤ ਵਾਲੇ ਸਿੰਘ, ਪੰਜ ਸਿੰਘ ਅਰਦਾਸ ਕਰਨ ਦੇਗ ਬਣਾ ਕੇ, ਤਾਂ ਸਤਿਗੁਰ ਸਾਹਿਬ ਜੀ ਸੁਣਦੇ ਆ ਅਰਦਾਸ। ਤੇ ਆਪਾਂ ਅਰਦਾਸ ਕਰੀਏ ਕਿ ਗੁਰੂ ਸਾਹਿਬ ਜੀ ਦਾ ਅਦਬ ਸਤਿਕਾਰ ਸਾਰੀ ਦੁਨੀਆ ਵਿੱਚ ਇਦਾਂ ਦਾ ਹੋਵੇ ਕਿ ਰਾਜਿਆਂ ਮਹਾਰਾਜਿਆਂ ਦਾ ਵੀ ਕਦੇ ਹੋਇਆ ਨਾ ਹੋਵੇ ਜੋ ਗੁਰੂ ਸਾਹਿਬ ਜੀ ਦਾ ਸਤਿਕਾਰ ਹੋਵੇ। ਤੇ ਉਹਦੀ ਅਰਦਾਸ ਕਰੀਏ ਕਿ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਵਾਈ ਬੰਦ ਹੋਵੇ, ਤੇ ਗੁਰੂ ਸਾਹਿਬ ਜੀ ਨੂੰ ਜਿੱਥੇ ਅਗਨ ਭੇਟ ਕਰਦੇ ਦੁਸ਼ਟ ਲੋਕ, ਇਹਨਾਂ ਤੇ ਰੋਕ ਲੱਗੇ ਤੇ ਇਹਨਾਂ ਤੇ ਕੇਸ ਬਣ ਛੇਤੀ ਤੋਂ ਛੇਤੀ। ਇਹ ਮੇਰੀ ਬੇਨਤੀ ਸਾਰੇ ਗੁਰੂ ਕੇ ਸਿੱਖਾਂ ਨੂੰ ਜਿਹੜੇ ਇਸ ਵੇਲੇ ਵਾਜੇ ਕੌਮ ਸੁਣਦੇ ਆ। ਤੇ ਆਪ ਜੀ ਦਾ ਭਾਈ ਸਾਹਿਬ ਜੀ, ਮੈਂ ਇਸ ਗੱਲੋਂ ਧੰਨਵਾਦ ਕਰਦਾ ਕਿ ਜਦੋਂ ਵੀ ਆਪ ਜੀ ਨੂੰ ਆਪਾਂ ਕਹਿੰਦੇ ਹੁੰਦੇ ਕਿ ਗੁਰੂ ਸਾਹਿਬ ਜੀ ਦੇ ਪਾਵਨ ਸਤਿਕਾਰ ਦੀ ਗੱਲ ਆ, ਤੇ ਆਪ ਜੀ ਉਸੇ ਹਿਸਾਬ ਨਾਲ ਉਦੋਂ ਹੀ ਟਾਈਮ ਦਿੰਦੇ, ਇਹਦੇ ਵਾਸਤੇ ਬਹੁਤ ਬਹੁਤ ਧੰਨਵਾਦ। ਮਨਵੀਰ ਸਿੰਘ ਜੀ, ਵਾਜੇ ਕੌਮ ਦੀ ਆਵਾਜ਼ ਵਾਸਤੇ ਆ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਆਉਂਦੀ ਆ, ਉੱਥੇ ਤਾਂ ਅਸੀਂ ਵੈਸੇ ਵੀ, ਜਿੱਦਾਂ ਮੇਰਾ ਵੀ ਉਨਾ ਹੀ ਫਰਜ਼ ਬਣਦਾ ਜਿੰਨਾ ਤੁਹਾਡਾ ਬਣਦਾ। ਸੋ ਮੈਂ ਬੇਨਤੀ ਕਰਾਂ, ਕਦੇ ਵੀ ਗੁਰੂ ਗ੍ਰੰਥ ਸਾਹਿਬ ਦੇ ਸੰਬੰਧ ਦੇ ਵਿੱਚ ਕੋਈ ਵੀ ਗੱਲ, ਕੋਈ ਵੀ ਸੂਚਨਾ, ਕੋਈ ਵੀ ਚੀਜ਼ ਤੁਸੀਂ ਆਵਾਜ਼ੇ ਕੌਮ ਤੇ ਕਹਿਣੀ ਹੈ। ਜੇ ਪ੍ਰੋਗਰਾਮ ਨਹੀਂ ਵੀ ਕਰਨਾ, ਤੁਸੀਂ ਕਲਿੱਪ ਬਣਾ ਕੇ ਆਪਣੀ ਆਵਾਜ਼ ਦੇ ਵਿੱਚ ਭੇਜ ਸਕਦੇ ਆ, ਤਾਂ ਕਿ ਆਪਾਂ ਲੋਕਾਂ ਨੂੰ ਵੱਧ ਤੋਂ ਵੱਧ ਇਸ ਚੀਜ਼ ਲਈ ਜਾਗਰਤ ਕਰ ਸਕੀਏ। ਹਾਂਜੀ ਹਾਂਜੀ। ਤੇ ਜੇ ਕੋਈ ਗੱਲ ਰਹਿ ਗਈ ਆਖਰ ਦੇ ਵਿੱਚ ਤੇ ਮੈਂ ਨਹੀਂ ਪੁੱਛੀ, ਜਾਂ ਤੁਹਾਡੇ ਮਨ ਚ ਵੀ ਆਹ ਗੱਲ, ਆਹ ਪੁਆਇੰਟ ਰਹਿ ਗਿਆ, ਉਹ ਜ਼ਰੂਰ ਕਰ ਸਕਦੇ। ਉਸ ਤੋਂ ਬਾਅਦ ਆਪਾਂ ਸਮਾਪਤੀ ਵੱਲ ਵਧਾਂਗੇ। ਬਸ ਆਖਰ ਤੇ ਜਿਹੜੀਆਂ ਪਹਿਲਾਂ ਹੀ ਬੇਨਤੀਆਂ ਕਰਦੇ ਆ, ਆਪ ਜੀ ਸਾਰੀ ਸੰਗਤ ਦੇ ਚਰਨਾਂ 'ਚ ਦਾਸ, ਸਾਰੇ ਸੇਵਾਦਾਰ ਜਿੰਨੇ ਨਾਲ ਆ ਸੇਵਾ ਕਰਦੇ, ਅਸੀਂ ਸਾਡੇ ਸਾਰਿਆਂ ਵੱਲੋਂ ਹੱਥ ਜੋੜ ਕੇ ਆਪ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਇੱਕ ਬੇਨਤੀ ਆ, ਗੁਰੂ ਕੇ ਸਿੱਖੋ, ਹੁਣ ਬਹੁਤ ਖੁਆਰ ਹੋਏ ਆ, ਖੱਜਲ ਹੋ ਗਏ, ਹੁਣ ਨਾ ਹੋਈਏ, ਆਗਿਆ ਸਮਝ ਚਲੋ, ਆਨੰਦ ਲਾਲਾ ਪਾਸ਼ਾ ਜੋ ਬੀਤੀ ਸੋ ਬੀਤੀ ਵਾਲੀ। ਆਪਾਂ ਗੁਰੂ ਸਾਹਿਬ ਤੇ ਤਾਂ ਇਹ ਵੀ ਪੰਕਤੀ ਮੇਰੇ ਹਿਸਾਬ ਨਾਲ ਪਰ ਟੁੱਕਦੀ ਨਹੀਂ। ਮੈਂ ਤੁਹਾਨੂੰ ਸਾਰੀ ਸੰਗਤ ਨੂੰ, ਖੁਦ ਆਪ ਨੂੰ ਇਹ ਬੇਨਤੀ ਕਰਦਾ ਕਿ ਘਰਾਂ ਦੇ, ਪਰਿਵਾਰਾਂ ਦੇ ਲਾਲਚ ਨਾ ਕਰੀਏ, ਪਰਿਵਾਰਾਂ ਦੇ ਸੁੱਖਾਂ ਵਿੱਚ ਏਦਾਂ ਨਾ ਜ਼ਿਆਦੇ ਗ੍ਰਸਤ ਹੋ ਜਾਈਏ ਕਿ ਆਪਾਂ ਗੁਰੂ ਸਾਹਿਬ ਜੀ ਦੇ ਪਾਵਨ ਆਦਬ ਸਤਿਕਾਰ ਨੂੰ ਭੁੱਲ ਜਾਈਏ। ਆਪਾਂ ਸਾਰੇ ਜਾਣੇ ਯਤਨ ਕਰੀਏ, ਕਿਸੇ ਇੱਕ ਦਾ ਕੰਮ ਨਹੀਂ, ਸਾਰੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਮਾਤਾ ਪਿਤਾ ਸਮਝ ਕੇ ਥੋੜਾ ਜਿਹਾ ਤੇਹ ਕਰਕੇ ਦੇਖਿਓ ਸਹੀ, ਗੁਰੂ ਸਾਹਿਬ ਦੀ ਕਿੰਨਾ ਤੇਹ ਕਰਦੇ ਆ, ਉਹ ਤੋਂ ਮੋੜਵਾਂ ਤੇਹ ਕਿੰਨਾ ਕਰਦੇ ਆ। ਸੋ ਇਹ ਬੇਨਤੀ ਆਪਾਂ ਯਤਨ ਕਰੀਏ ਸਾਰੇ ਜਾਣੇ। ਕਿ ਮੇਰੀ ਆਖਰ ਤੇ ਫੇਰ ਬੇਨਤੀ ਆ ਕਿ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਵਾਈ, ਚਾਹੇ ਉਹ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਜਾਂ ਤਖਤ ਸਾਹਿਬਾਂ ਦੇ ਸਰੂਪ ਵੇਚੇ ਜਾਂਦੇ ਆ, ਇਹਨਾਂ ਤੇ ਤੁਰੰਤ ਰੋਕ ਲੱਗਣੀ ਚਾਹੀਦੀ ਆ। ਜਿਹੜੇ ਥਾਵਾਂ ਤੇ ਸਤਿਗੁਰ ਸਾਹਿਬ ਜੀ ਅਗਨ ਭੇਟ ਕੀਤੇ ਜਾਂਦੇ ਦੁਸ਼ਟਾਂ ਵੱਲੋਂ, ਉਹ ਸੇਵਾ ਦੇ ਨਾਂ ਹੇਠ ਜਿਹੜਾ ਪਾਪ ਕੀਤਾ ਜਾਂਦਾ, ਉਹ ਤੋਂ ਉਹ ਤੌਬਾ ਕਰਨ, ਨਹੀਂ ਉਹਨਾਂ ਦੇ ਪਰਚੇ ਹੁਣ ਗਾਂ ਤੋਂ ਹੋਇਆ ਕਰਨਗੇ ਜੀ। ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ। ਦਰਸ਼ਕੋ, ਇਹ ਸਨ ਭਾਈ ਮਨਵੀਰ ਸਿੰਘ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਯੂਕੇ ਦੇ ਮੁੱਖ ਸੇਵਾਦਾਰ। ਜਿਹੜੀ ਵੀ ਗੱਲਬਾਤ ਕੀਤੀ ਆ, ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਆ ਜਾਂਦੀ ਆ, ਉੱਥੇ ਸਾਨੂੰ ਸਾਰੇ ਹੀ ਧੜੇਬੰਦੀਆਂ ਜਾਂ ਜਿਹੜੇ ਪੱਖਪਾਤੀ ਚੀਜ਼ਾਂ ਨੂੰ ਛੱਡ ਕੇ ਆਪਣੇ ਗੁਰੂਆਂ ਨੂੰ, ਜਿਹੜੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਪਹਿਲ ਦੇਣੀ ਚਾਹੀਦੀ ਆ। ਕਿਉਂਕਿ ਦੁਨੀਆ ਦੀਆਂ ਜਿਹੜੀਆਂ ਕੁਰਸੀਆਂ ਜਾਂ ਜਿਹੜੀਆਂ ਇਹ ਚੀਜ਼ਾਂ ਇਹ ਇੱਥੇ ਰਹਿ ਜਾਣੀਆਂ, ਪਰ ਨਾਲ ਚੱਲਣੀਆਂ ਉਹ ਉੱਥੇ ਅਮਲਾਂ ਦੇ ਨਵੇੜੇ ਹੋਣੇ ਆ। ਸੋ ਆਪਾਂ ਅਮਲ ਦੇ ਵਿੱਚ ਆਈਏ, ਅਮਲ ਕਰੀਏ ਜਿਹੜੀ ਗੱਲ ਅੱਜ ਦੱਸੀ ਗਈ ਆ। ਸੋ ਇੱਥੇ ਹੀ ਸਮਾਪਤੀ ਆ। ਫਿਰ ਵੀ ਕੋਈ ਭੁੱਲ ਚੁੱਕ ਹੋਵੇ ਸਾਰਿਆਂ ਤੋਂ ਖਿਮਾ ਦੇ ਜਾਚਕਾਂ। ਸੋ ਮਿਲਦੇ ਆ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ। ਦੇਖਦੇ ਰਹੋ ਆਵਾਜ਼ੇ ਕੌਮ TV।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।